ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ ਹੈ ਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ ਟਿਪਸ ਫॉर ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ਼। ਤੇ ਵੌਇਸ ਆਫ ਮਾਨਵਤਾ ਤੇ ਮੇਘਰਾਜ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਅਲਾਟ ਕੀਤਾ ਪ੍ਰੋਗਰਾਮ ਕਰਨ ਦੇ ਲਈ। ਸਾਡੇ ਪ੍ਰੋਗਰਾਮ ਅੱਜ ਹੈ, ਇਹਦਾ ਨਾਮ ਹੈ ਲੰਗਰ ਦੀ ਪਰੰਪਰਾ। ਤੇ ਮੇਰੇ ਨਾਲ ਨੇ ਸਾਡੇ ਗੈਸਟ ਕੋ ਐਂਕਰ ਪ੍ਰਿੰਸੀਪਲ ਧਰਮ ਸਿੰਘ ਜੀ ਤੇ ਨਾਲ ਬੀਬੀ ਦਲਜੀਤ ਕੌਰ ਤੇ ਇਸੇ ਤਰ੍ਹਾਂ ਕੋਈ ਹੋਰ ਸੱਜਣ ਸਮੇਂ ਅਨੁਸਾਰ ਆ ਜੁੜਨਗੇ। ਸੋ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਪਾਰਟਿਸਪੈਂਟਸ ਨੂੰ ਫਤਿਹ। ਤੇ ਨਾਲੇ ਤੁਸੀਂ ਇਹ ਪ੍ਰੋਗਰਾਮ ਯਾਦ ਰੱਖਣਾ ਕਿ ਪ੍ਰੋਗਰਾਮ ਤੁਹਾਡਾ ਸਭ ਦਾ, ਤੁਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ, ਸਬਸਕ੍ਰਾਈਬ ਕਰੋ, ਆਪਣੇ ਯਾਰਾਂ ਦੋਸਤਾਂ ਨੂੰ ਇਹਦੀ ਐਗਜ਼ਿਸਟੈਂਸ ਬਾਬਤ ਦੱਸੋ, ਉਹਨਾਂ ਨੂੰ ਵੀ ਸਬਸਕ੍ਰਾਈਬ ਕਰਨ ਦੇ ਲਈ ਅਰਜ਼ ਕਰੋ। ਤੇ ਨਾਲੇ ਜੋ ਵੀ ਫਾਈਨੈਂਸ਼ੀਅਲ ਮਦਦ ਜੋ ਆਪਣੇ ਵਿੱਤ ਅਨੁਸਾਰ ਕਰ ਸਕਦਾ ਪਲੀਜ਼ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਪ੍ਰੋਗਰਾਮ ਵੱਧ ਤੋਂ ਵੱਧ ਚੱਲ ਸਕੇ। ਸੋ ਅੱਜ ਦਾ ਸਾਡਾ ਸਬਜੈਕਟ ਹੈ ਲੰਗਰ, ਗੁਰੂ ਕਾ ਲੰਗਰ। You know, it goes as far back as 550 years ago with the birth of Guru Nanak Sahib in this world. When Guru Nanak was a teenager, late teenager, ਤੇ ਉਹਨਾਂ ਦੇ ਪਿਤਾ ਜੀ he wanted him to do some kind of business. So he gave him, they say, the 20 coins to go and buy some materials, supplies, and then do some profit. And he went to the market at the advice of his father along with his friend Pai Mardana. But on the way what he finds is there are a bunch of people who are very poor, they've been hungry, they haven't eaten for several days. So Guru Nanak Sahib looked at them, the compassion welled up in him, and he went and bought supplies to feed them, clothe them, to take care of them. He spent all his money on that. And of course, those people, when they have provided these supplies after so long, they are very happy. And they bless him, thank him for taking care of them. But when he comes home, of course, his daddy is not very happy with the situation. So that's kind of one of the popular stories which we have in our tradition. But then we'll develop more information from our participants. As we go along, we want to look at what actually was the intention of Guru Sahib regarding this langar, what are its benefits, and what we have achieved so far, and what direction we are going with it. Because after all, the strict mission is Guru Nanak Sahib da Nanak Naam Chaddi Kala Tere Pane Sarvat da Pala. So where are we as far as Sarvat da Pala is concerned, and how we are trying to achieve it? Having given you this introduction, we're going to start with Bibi Daljit Kaur to start. What are her views about the ਲੰਗਰ ਦੀ ਪਰੰਪਰਾ ਬਾਬਤ? ਬੀਬੀ ਦਲਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਗਰ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਹੀ ਚੱਲ ਪਈ ਸੀਗੀ। ਇਹਦਾ ਮਹੱਤਵ ਬਹੁਤ ਜ਼ਿਆਦਾ, ਭੁੱਖਿਆਂ ਨੂੰ ਭੋਜਨ ਮਿਲਦਾ ਤੇ ਜਿਹੜਾ ਭੋਜਨ ਆ ਉਹ ਸਰੀਰ ਦੇ ਲਈ ਬਹੁਤ ਜ਼ਰੂਰੀ ਆ। ਤੇ ਇੱਕ ਗੁਰੂ ਸਾਹਿਬ ਨੇ ਉਹਨਾਂ ਦਿਨਾਂ ਵਿੱਚ, ਅੱਜ ਕੱਲ੍ਹ ਵੀ ਆ ਕਈ ਜਗ੍ਹਾ ਤੇ, ਊਚ ਨੀਚ ਦਾ ਕਾਸਟ ਸਿਸਟਮ ਜਾਂ ਕਲਾਸ ਸਿਸਟਮ ਕਹਿ ਲਓ, ਉਹ ਉੱਚੇ ਨੇ, ਉਹ ਨੀਵੀਂ ਜਾਤ ਦੇ ਨੇ। ਪਰ ਗੁਰੂ ਸਾਹਿਬ ਨੇ ਇਹ ਫਿਰ ਕੰਪਲਸਰੀ ਕਰਤਾ ਸੀਗਾ ਕਿ ਜਿਹੜਾ ਵੀ ਕੋਈ ਆਵੇ ਉਹ ਲੰਗਰ ਛਕ ਕੇ ਫੇਰ ਸੰਗਤ ਦੇ ਵਿੱਚ ਆਵੇ। ਤੇ ਵੈਸੇ ਵੀ ਲੰਗਰ ਜਿਹੜਾ ਉਹ, ਜੇ ਸਾਡਾ ਸਰੀਰ ਆ ਜਿਹੜਾ, ਜੇ ਉਹਦੀ ਸਰੀਰਕ ਭੁੱਖ ਆ ਜਿਹੜੀ ਉਹ ਪੂਰੀ ਨਹੀਂ ਹੋਊਗੀ ਤਾਂ ਫਿਰ ਅਸੀਂ ਮਾਨਸਿਕ ਤੌਰ ਤੇ ਵੀ, ਸਪਿਰਿਚੁਅਲੀ ਵੀ ਉਸ ਤਰ੍ਹਾਂ ਨਹੀਂ ਜਪ ਕਰ ਸਕਾਂਗੇ, ਉਸ ਤਰ੍ਹਾਂ ਨਹੀਂ ਪਾਠ ਕਰ ਸਕਾਂਗੇ, ਕੀਰਤਨ ਸੁਣ ਸਕਾਂਗੇ। ਕਬੀਰ ਜੀ ਨੇ ਵੀ ਜਿਵੇਂ ਕਿ ਭੁੱਖੇ ਭਗਤ ਨਾ ਕੀਜੈ ਜੇ ਮਾਰਾ। ਸੋ ਲੰਗਰ ਆ ਜਿਹੜਾ ਉਹ
ਇਸ ਕਰਕੇ ਲੰਗਰ ਦੀ ਰੀਤ ਚਲਾਈ ਸੀ। ਸਭ ਤੋਂ ਵੱਡੀ ਗੱਲ ਸੀ ਬਰਾਬਰਤਾ ਦੀ, ਸਮਾਜ ਦੇ ਵਿੱਚ ਬਰਾਬਰਤਾ ਆਵੇ। ਤੇ ਪਰ ਜਿਹੜਾ ਲੰਗਰ ਆ ਉਹ ਭੁੱਖ ਮਿਟਾਉਣ ਲਈ ਸੀ, ਨਾ ਕਿ ਜਿਵੇਂ ਅੱਜ ਕੱਲ ਚੱਲਿਆ ਹੋਇਆ ਕਿ ਰੈਸਟੋਰੈਂਟਸ ਹਾਂਜੀ ਦਾਲ ਵੀ ਆ, ਸਬਜ਼ੀ ਵੀ ਆ, ਦਹੀਂ ਵੀ ਆ, ਸੈਲਡ ਵੀ ਆ, ਫੁਲਕੇ ਵੀ ਨੇ, ਚਾਵਲ ਵੀ ਨੇ। We will come back to that. Okay ਜੀ। So ਗਿਆਨੀ ਜੀ ਤੁਸੀਂ ਦੱਸੋ ਲੰਗਰ ਦੀ ਪਰੰਪਰਾ ਬਾਬਤ। ਲੰਗਰ ਦੀ ਪਰੰਪਰਾ ਤੇ ਏਦਾਂ ਆ ਵੀ ਸਾਡੇ ਸਿੱਖੀ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਮਹੱਤਵ ਆ। ਆਪਾਂ ਜਦੋਂ ਪੜ੍ਹਦੇ ਆ ਵੀ ਜਦੋਂ ਆਪਣੇ ਨਾਰੇ ਵੀ ਆ ਕਿ ਦੇਗ ਤੇਗ ਫਤਿਹ, ਜਦੋਂ 1785 ਦੇ ਵਿੱਚ ਲਾਹੌਰ ਨੂੰ ਫਤਿਹ ਕੀਤਾ ਤੇ ਖਾਲਸਾ ਰਾਜ ਸਥਾਪਿਤ ਹੋਇਆ ਤੇ ਜਿਹੜੀ ਮੋਹਰ ਬਣਾਈ ਗਈ ਉਹਦੇ ਉੱਤੇ ਜਿਹੜੇ ਸ਼ਬਦ ਸੀਗੇ ਉਹ ਇਹੋ ਸੀਗੇ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਾਫਤਾ ਜਨਾਨਕ ਗੁਰੂ ਗੋਬਿੰਦ ਸਿੰਘ। ਤੇ ਦੇਗ ਦਾ ਮਤਲਬ ਲੰਗਰ ਨਾਲ ਸੰਬੰਧ ਆ ਵੀ ਜਿਹੜੇ ਬੇਸਹਾਰਾ ਲੋਕ, ਯਤੀਮ ਲੋਕ ਜਾਂ ਲੋੜਵੰਦ ਭੁੱਖੇ ਤੇ ਉਹਨਾਂ ਦੇ ਪੇਟ ਦੇ ਪੂਰਤੀ ਵਾਸਤੇ, ਉਹਨਾਂ ਦੀ ਭੁੱਖ ਮਿਟਾਉਣ ਵਾਸਤੇ ਜਿਹੜਾ ਗੁਰੂ ਕਾ ਲੰਗਰ ਜਿਹੜਾ ਹੈ। ਤੇ ਜਿੱਥੋਂ ਗੁਰੂ ਲੰਗਰ ਦੀ ਸ਼ੁਰੂਆਤ ਹੋਈ, ਜੇ ਅਸੀਂ ਉਹਦੇ ਵੱਲ ਦੇਖੀਏ, ਗੁਰੂ ਨਾਨਕ ਦੇਵ ਜੀ ਨੇ ਜਿਹੜਾ ਖਰਾ ਸੌਦਾ ਜਾਂ ਸੱਚਾ ਸੌਦਾ ਕਿਹਾ ਜਾਂਦਾ ਤੇ ਉਹ ਵੀ ਭੁੱਖੇ ਸਾਧੂਆਂ ਨੂੰ ਹੀ, ਜਿਹੜੇ ਕਿ ਕਈ ਦਿਨਾਂ ਦੇ ਭੁੱਖੇ ਸੀਗੇ ਔਰ ਮੰਗ ਕੇ ਨਹੀਂ ਸੀ ਖਾਂਦੇ, ਆਮ ਸਾਧੂਆਂ ਵਾਂਗੂ ਉਹ ਰੱਬ ਦੇ ਭਰੋਸੇ ਸੀ ਵੀ ਜੋ ਮਿਲੇਗਾ ਵਾਹਿਗੁਰੂ ਵੱਲੋਂ ਆਏਗਾ ਤੇ ਉਹਦੇ ਤੇ ਗੁਜ਼ਾਰਾ ਕਰਨਾ। ਤੇ ਉਹਨਾਂ ਨੂੰ ਲੰਗਰ ਗੁਰੂ ਸਾਹਿਬ ਜੀ ਨੇ ਛਕਾਇਆ, ਕਿਉਂਕਿ ਸਭ ਤੋਂ ਪਹਿਲੀ ਜ਼ਰੂਰਤ ਮਨੁੱਖ ਦੀ ਭੋਜਨ ਹੀ ਆ। ਤੇ ਇਸ ਕਰਕੇ ਲੰਗਰ ਦੀ ਬਹੁਤ ਵੱਡੀ ਮਹਾਨਤਾ ਆ। ਬਾਕੀ ਇਹਦੇ ਅਗਲੇ ਪਹਿਲੂ ਕਿ ਅੱਜ ਕਿੱਧਰ ਨੂੰ ਚਲੇ ਗਿਆ ਕੰਮ ਤੇ ਉਹ ਬਾਅਦ ਚ ਵਿਚਾਰ ਕਰਾਂਗੇ। ਤੇ ਇਹਦੀ ਮਹਾਨਤਾ ਗੁਰੂ ਨਾਨਕ ਦੇਵ ਜੀ ਦਾ ਲੰਗਰ, ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬਾਰੇ ਤੇ ਭਾਈ ਸੱਤੇ ਬਲਵੰਡ ਨੇ ਜ਼ਿਕਰ ਕੀਤਾ ਵੀ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਮਾਤਾ ਖੀਵੀ ਜੀ ਦਾ ਸਪੈਸ਼ਲ ਜ਼ਿਕਰ ਕੀਤਾ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਲੰਗਰ ਦਾ ਮਹਾਤਮ ਤੇ ਅਸੀਂ ਜਾਣਦੇ ਹਾਂ ਕਿ ਅਕਬਰ ਜਦੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਇਆ, ਉਹਦੇ ਨਾਲ ਉਹਦੀਆਂ ਰਾਣੀਆਂ ਵੀ ਸਨ। ਤੇ ਸਤਿਗੁਰੂ ਜੀ ਦਾ ਇਹ ਪੱਕਾ ਸੀ, ਜਿਵੇਂ ਭੈਣ ਜੀ ਹੋਰਾਂ ਨੇ ਪਹਿਲੇ ਜ਼ਿਕਰ ਕੀਤਾ ਵੀ ਆ ਕਿ ਪਹਿਲੇ ਪੰਗਤ ਪਾਤਸ਼ਾਹ ਸੰਗਤ, ਕਿਉਂਕਿ ਉੱਚ ਸ਼੍ਰੇਣੀਆਂ ਦੇ ਲੋਕ ਲੰਗਰ ਵਿੱਚ ਨਹੀਂ ਸੀ ਜਾਂਦੇ ਵੀ ਸ਼ੂਦਰ ਬੈਠਦੇ ਆ ਨਾਲ ਤੇ ਅਸੀਂ ਇਹਨਾਂ ਨਾਲ ਬੈਠ ਕੇ ਨਹੀਂ ਛਕ ਸਕਦੇ, ਭੋਜਨ ਖਾ ਸਕਦੇ। ਤੇ ਗੁਰੂ ਸਾਹਿਬ ਜੀ ਦਾ ਇਹ ਪੱਕਾ ਸੀਗਾ ਵੀ ਜਿਹੜਾ ਪਹਿਲੋਂ ਲੰਗਰ 'ਚ ਬੈਠੇਗਾ ਉਹ ਹੀ ਸੰਗਤ ਵਿੱਚ ਆ ਸਕਦਾ। ਤੇ ਉਹ ਰਾਣੀਆਂ ਨੂੰ ਵੀ ਅਕਬਰ ਨੇ ਵੀ ਲੰਗਰ ਪੰਗਤ 'ਚ ਬੈਠ ਕੇ ਛਕਿਆ ਔਰ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਜਾਣ ਲੱਗਾ ਲੰਗਰ ਦੇ ਨਾਮ ਜਗੀਰ ਲਾਉਣ ਵਾਸਤੇ ਉਹਨੇ ਬੇਨਤੀ ਕੀਤੀ ਸੀ। ਪਰ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜਿਹੜਾ ਲੰਗਰ ਆ ਇਹ ਗੁਰੂ ਦਾ, ਇਹ ਸਿੱਖਾਂ ਦੇ ਦਸਵੰਧ, ਉਹਨਾਂ ਦੀ ਕਿਰਤ ਵਿਰਤ ਦੇ ਵਿੱਚੋਂ ਚੱਲੂਗਾ, ਇਹ ਰਾਜਾ ਮਹਾਰਾਜਿਆਂ ਦੀਆਂ ਜਗੀਰਾਂ ਨਾਲ ਨਹੀਂ। ਤੇ ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਦਾ ਲੰਗਰ ਦਰਬਾਰ ਸਾਹਿਬ ਅੱਜ ਵੀ ਅਸੀਂ ਉਹ ਪ੍ਰਤੱਖ ਉਦਾਹਰਣ ਆ। ਤੇ ਦਸਮ ਪਾਤਸ਼ਾਹ ਜੀ ਦੇ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ। ਉਹਨਾਂ ਨੇ ਗੁਰਸਿੱਖਾਂ ਨੂੰ ਵੱਖਰੇ ਵੱਖਰੇ ਕਿਹਾ ਸੀ ਵੀ ਲੰਗਰ ਚਲਾਓ, ਜਿਨ੍ਹਾਂ ਦੇ ਵਿੱਚ ਉਹ ਪ੍ਰੀਖਿਆ ਵੀ ਕਰਦੇ ਸੀਗੇ। ਤੇ ਭਾਈ ਨੰਦ ਲਾਲ ਜੀ ਦਾ ਖਾਸ ਨਾਮ ਆਉਂਦਾ ਆ ਕਿ ਇੱਕ ਵਾਰ ਕਹਿੰਦੇ ਰਾਤ ਨੂੰ ਗੁਰੂ ਸਾਹਿਬ ਜੀ ਭੇਸ ਬਦਲ ਕੇ ਚਲੇ ਗਏ ਲੰਗਰ ਵਿੱਚ ਤੇ ਹਰ ਇੱਕ ਨੇ ਕਿਸੇ ਨੇ ਕੋਈ ਜਵਾਬ ਦਿੱਤਾ, ਕਿਸੇ ਨੇ ਕੋਈ, ਕਿ ਇਹ ਟਾਈਮ ਲੰਗਰ ਦਾ ਆ। ਪਰ ਭਾਈ ਨੰਦ ਲਾਲ ਜੀ ਹੱਥ ਜੋੜ ਕੇ ਖਲੋ ਗਏ ਕਿ ਗੁਰੂ ਕਾ ਲੰਗਰ, ਮੈਂ ਤੁਸੀਂ ਬੈਠੋ ਤੇ ਮੈਂ ਤਾਜ਼ਾ ਬਣਾ ਕੇ ਆਪ ਜੀ ਨੂੰ ਛਕਾਉਂਦਾ ਹਾਂ। ਤੇ ਗੁਰੂ ਸਾਹਿਬ ਜੀ ਨੇ ਸਪੈਸ਼ਲ ਭਾਈ ਨੰਦ ਲਾਲ ਜੀ ਦਾ ਮਾਨ ਸਨਮਾਨ ਕੀਤਾ ਸੀ। ਤੇ ਅੱਜ ਜਦੋਂ ਕਿ ਅਸੀਂ ਦੇਖਦੇ ਹਾਂ ਦੁਨੀਆ ਭਰ ਦੇ ਧਾਰਮਿਕ ਸਥਾਨ, ਗਿਰਜੇ, ਚਰਚ ਵਗੈਰਾ ਤੇ ਹੋਰ ਬੰਦ ਹੋ ਰਹੇ ਆ ਤੇ ਗੁਰਦੁਆਰੇ ਦਿਨੋਂ ਦਿਨ ਖੁੱਲ ਰਹੇ ਔਰ ਰੌਣਕਾਂ ਵੱਧਦੀਆਂ ਨੇ, ਉਹਦਾ ਇੱਕ ਕਾਰਨ ਬਹੁਤ ਵੱਡਾ ਆ
ਕਿ ਗੁਰੂ ਕਾ ਲੰਗਰ ਤੇ ਇਹਦੇ ਵਿੱਚੋਂ ਛੂਤ ਛਾਤ ਸੁੱਚ ਭੇਟ ਊਚ ਨੀਚ ਦੇ ਸਾਰੇ ਭਰਮ ਜਿਹੜੇ ਮਿਟਾਏ ਜਾਂਦੇ ਨੇ ਇਹ ਲੰਗਰ ਦੀ। ਥੈਂਕ ਯੂ ਗਿਆਨੀ ਜੀ, ਥੈਂਕ ਯੂ। ਦਲਜੀਤ ਤੁਸੀਂ ਕੋਈ ਚੀਜ਼ ਐਡ ਕਰਨੀ ਚਾਹੋ ਇਹਦੇ ਵਿੱਚ? ਨਹੀਂ, ਉਹਨਾਂ ਨੇ ਦੱਸ ਹੀ ਦਿੱਤਾ ਸਾਰਾ ਕੁਝ। ਨਹੀਂ, ਹੋਰ ਤੁਸੀਂ ਆਪਣਾ ਤਜਰਬਾ ਦੱਸੋ ਲੰਗਰ ਦੇ ਵਿੱਚ, ਤੁਹਾਡੇ ਕਸੌਲੀ ਵਗੈਰਾ ਦੇ ਵਿੱਚ ਜਾਂ ਹੋਰ ਨਾ ਜਿੱਥੇ ਜਗ੍ਹਾ ਤੇ ਰਹੇ ਆ ਤੁਸੀਂ, ਹਾਂਜੀ, ਪਰੰਪਰਾ ਚੱਲ ਰਹੀ ਸੀਗੀ ਉੱਥੇ ਲੰਗਰ ਦੀ ਪਰੰਪਰਾ, ਉੱਥੇ ਕਿੰਨੀਆਂ ਕਿੰਨੀਆਂ ਚੀਜ਼ਾਂ ਨਹੀਂ ਬਣਦੀਆਂ, ਪਰ ਗੁਰਪੁਰਬ ਸਪੈਸ਼ਲ ਹਰ ਸੰਡੇ ਨੂੰ ਲੰਗਰ ਨਹੀਂ ਸੀ ਪਰ ਹੁੰਦਾ, ਸਪੈਸ਼ਲ ਪ੍ਰੋਗਰਾਮਸ ਤੇ ਗੁਰਪੁਰਬ ਹੁੰਦੇ ਸੀਗੇ ਉਸ ਟਾਈਮ ਤੇ, ਜਾਂ ਸਾਲਾਨਾ ਦੀਵਾਨ ਮਨਾਉਂਦੇ ਸੀ ਸਾਲ 'ਚ 3-4 ਦਿਨ, ਏਦਾਂ ਉਦੋਂ ਲੰਗਰ ਹੁੰਦਾ ਸੀ ਹਮੇਸ਼ਾ, ਪਰ ਹਰ ਸੰਡੇ ਨੂੰ ਨਹੀਂ ਸੀ ਹੁੰਦਾ। ਕਈ ਗੁਰਦੁਆਰੇ ਵਿੱਚੋਂ ਜਿਹੜੇ ਸਿੰਘ ਸੀਗੇ, ਜਿਹੜੇ ਗ੍ਰੰਥੀ ਸਿੰਘ, ਉਹ ਪ੍ਰਸ਼ਾਦੇ ਲੈ ਕੇ ਆਉਂਦੇ ਸੀ ਘਰਾਂ ਤੋਂ। ਹਾਂਜੀ, ਉਹ ਲੈ ਕੇ, ਕਸੌਲੀ ਦਾ ਨਹੀਂ, ਜਿਵੇਂ ਮੁੱਲਾਂਪੁਰ ਵੀ ਪਿੰਡਾਂ ਦੇ ਵਿੱਚ ਉਹ ਆਉਂਦੇ ਸੀਗੇ ਤੇ ਉਹ ਫਿਰ ਸਾਰੇ ਪ੍ਰਸ਼ਾਦਾ ਦਿੰਦੇ ਸੀ ਉਹਨਾਂ ਨੂੰ, ਨਾਲ ਦਾਲ ਸਬਜ਼ੀ ਜਿਹੜੀ ਘਰ ਬਣੀ ਹੁੰਦੀ ਸੀ ਉਹ ਉਹਨਾਂ ਦੇ ਪਾਉਂਦੇ ਹੁੰਦੇ ਸੀਗੇ, ਲੈ ਕੇ ਜਾਂਦੇ ਹੁੰਦੇ ਸੀ। ਇੱਕ ਸਿੰਘ ਸੇਵਾਦਾਰ ਜ਼ਰੂਰ ਆਉਂਦਾ ਹੁੰਦਾ ਸੀ ਘਰਾਂ ਤੋਂ ਲੈਣ। ਤੇ ਉਹ ਜਿਹੜਾ ਲੰਗਰ ਸੀਗਾ ਫਿਰ ਲੈ ਕੇ ਜਾਂਦੇ ਗ੍ਰੰਥੀ ਸਿੰਘ ਆਪਣੇ ਆਪ ਤੋਂ ਇਲਾਵਾ, ਉੱਥੇ ਕੋਈ ਰਾਹਗੀਰ ਆਇਆ, ਕੋਈ ਹੋਰ ਸਿੰਘ ਆਇਆ, ਕੋਈ ਰਸਤੇ 'ਚ ਜਾਂਦਾ ਜਿਨ੍ਹਾਂ ਨੂੰ ਭੁੱਖਿਆਂ ਨੂੰ ਖਿਲਾਉਂਦੇ ਸੀਗੇ ਨਾਲ। ਉਹ ਵੀ ਚੰਗੀ ਰੀਤ ਸੀਗੀ, ਕੀ ਖਿਆਲ ਹੈ? ਹਾਂਜੀ, ਬੜੀ ਵਧੀਆ ਰੀਤ ਸੀਗੀ, ਕਿਉਂਕਿ ਜਿੱਥੇ ਸੰਗਤ ਕਦੇ ਕਦੇ ਜੁੜਦੀ ਜਾਂ ਥੋੜੀ ਸੰਗਤ ਆ ਤੇ ਪ੍ਰਬੰਧ ਨਹੀਂ ਲੰਗਰ ਦਾ, ਤੇ ਜਿੱਦਣ ਪ੍ਰੋਗਰਾਮ ਹੋਣਾ ਤੇ ਗੁਰਸਿੱਖਾਂ ਨੇ ਚਾਹੇ ਕੱਚੀ ਰਸਦ ਲੈ ਆਵੇ ਚਾਹੇ ਪਕਾ ਕੇ ਲੈ ਆਵੇ, ਤੇ ਗੱਲ ਇੱਕੋ ਹੀ ਆ ਕਿ ਲੰਗਰ ਦੇ ਵਿੱਚ ਸਗੋਂ ਜਦੋਂ ਘਰਾਂ ਤੋਂ ਆਉਂਦਾ ਆ ਤੇ ਕਈ ਸਾਰੀਆਂ ਸਬਜ਼ੀਆਂ ਦਾਲਾਂ ਇਕੱਠੀਆਂ ਹੋ ਜਾਂਦੀਆਂ ਨੇ, ਤੇ ਹੈ ਤੇ ਉਹ ਗੁਰੂ ਕਾ ਹੀ ਆ, ਤੇ ਇਹ ਚੰਗੀ ਰੀਤ ਆ, ਮਾੜੀ ਨਹੀਂ ਆ। ਤੇ ਹਰ ਗੁਰਪੁਰਬ ਤੇ, ਇੱਕ ਮਿੰਟ, ਹਰ ਗੁਰਪੁਰਬ ਤੇ ਜਿਹੜੇ ਹੁੰਦੇ ਸੀਗੇ ਲੋਕ ਸਾਰੇ, ਉਹ ਇੱਕ ਥਾਲ ਦੇ ਵਿੱਚ ਆਟਾ, ਗੁੜ ਜਾਂ ਚੀਨੀ ਤੇ ਦਾਲ, ਉਹ ਸਾਰਾ ਕੁਝ ਲੈ ਕੇ ਜਾਂਦੇ ਸੀ, ਵਿੱਚ ਹਿੱਸਾ ਪਾਉਂਦੇ ਸੀਗੇ ਸਾਰੇ ਗੁਰਦੁਆਰਿਆਂ ਦੇ ਵਿੱਚ, ਏਦਾਂ ਘਰੋਂ ਵੀ, ਤਾਂ ਕਿ ਸਾਡਾ ਵੀ ਨਾਲ ਹਿੱਸਾ ਪਵੇ ਵਿੱਚ। ਉਹ ਸਾਰੀ ਚੀਜ਼ ਦਾ ਲੰਗਰ ਗੁਰਦੁਆਰੇ ਦੇ ਵਿੱਚ ਬਣਦਾ ਹੁੰਦਾ ਸੀਗਾ। ਮੈਨੂੰ ਯਾਦ ਹੈ ਸਾਡੇ ਪਿਤਾ ਜੀ ਕਣਕ ਦੀ ਬੋਰੀ, ਆਟੇ ਦੀ ਬੋਰੀ ਜਿਹਨੂੰ ਗੁਰਦੁਆਰੇ ਲੈ ਆਂਦੀ, ਜਾਂ ਖੰਡ ਦੀ ਬੋਰੀ ਲੈ ਆਂਦੀ, ਇਸ ਤਰ੍ਹਾਂ ਕਰਕੇ, ਤਾਂ ਕਿ ਉਹ ਤਿਉਹਾਰਾਂ ਦੇ ਉੱਤੇ ਉਹ ਸੰਗਤ ਨੂੰ ਲੰਗਰ ਦੇ ਵਿੱਚ ਸੇਵਾ ਕਰਾਉਂਦੇ ਹੁੰਦੇ ਸੀਗੇ। ਯਾਦ ਹੈ? ਹਾਂਜੀ ਹਾਂਜੀ, ਯਾਦ ਆ ਮੈਨੂੰ। ਸੋ ਕਹਿਣ ਦਾ ਭਾਵ ਕਿ ਵੀ ਇਹ ਜਿਹੜੇ ਲੰਗਰ ਨੇ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹਮੇਸ਼ਾ ਲੱਗੇ ਰਹਿੰਦੇ ਆ, ਰੋਜ਼ ਹੀ ਬ੍ਰੈਕਫਾਸਟ ਵੀ, ਲੰਚ ਵੀ, ਤੇ ਆਪਣੇ ਕੀ ਕਹਿੰਦੇ ਸ਼ਾਮ ਨੂੰ ਵੀ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਕਾਰਨ ਹੈ ਉਹ ਇਹ ਆ ਕਿ ਬਈ ਇੱਥੇ ਲੋਕ, ਭਾਈ ਸਾਹਿਬ ਜਗਤਾਰ ਸਿੰਘ ਜੀ ਵੈਲਕਮ, ਜੀ ਇੱਥੇ ਜਿਹੜਾ ਇਹ ਲੱਗਣ ਦਾ ਕਾਰਨ ਇਹ ਆ ਕਿ ਜਦੋਂ ਮੈਂ ਆਇਆ 1967 ਦੇ ਵਿੱਚ ਇੰਗਲੈਂਡ, ਕਿਤੇ ਕਿਤੇ ਗੁਰਦੁਆਰੇ ਦੇ ਵਿੱਚ ਆਇਆ ਜਾਂਦਾ ਸੀਗਾ, ਪਰ ਉੱਥੇ ਬਹੁਤ ਸੋਹਣਾ ਲੰਗਰ ਤਿਆਰ ਕਰਦੇ ਸੀਗੇ, ਪਰ ਜਿਹੜੇ ਸਟੂਡੈਂਟਸ ਵਗੈਰਾ ਆਉਂਦੇ ਨੇ, ਹੋਰ ਇਸ ਤਰ੍ਹਾਂ ਦੇ ਬੰਦੇ, ਉਹਨਾਂ ਦੇ ਲਈ ਇੱਕ ਕਿਸਮ ਦਾ ਬੜੀ ਮਦਦ ਹੋ ਜਾਂਦੀ ਸੀਗੀ। ਕੀ ਖਿਆਲ ਹੈ ਸਰਦਾਰ ਜਗਤਾਰ ਸਿੰਘ ਤੁਹਾਡਾ ਇਹਦੇ ਬਾਬਤ, ਲੰਗਰ ਜਿਹੜਾ ਇੱਥੇ ਹਮੇਸ਼ਾ ਹੀ ਚੱਲੀ ਜਾਂਦਾ ਗੁਰਦੁਆਰਿਆਂ 'ਚ? ਮੈਂ ਥੋੜਾ ਜਿਹਾ ਡਿਫਰ ਕਰਦਾ ਵੈਸੇ ਇੱਥੇ, ਬਈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਲੰਗਰ ਦੀ ਕਨਸੈਪਟ ਹੈਗਾ ਉਹ ਚਾਹੀਦਾ ਹੈਗਾ ਜਿਹੜੇ ਲੋੜਵੰਦ ਜ਼ਿਆਦਾ ਲੋਕ ਹੁੰਦੇ ਨੇ, ਪਰ ਇੱਥੇ ਹੈਗਾ ਵੀ ਆਓ ਜੀ ਸਾਰੇ ਬੰਦੇ, ਔਰ ਕਈ ਲੋਕ ਫਿਰ ਇਹਨਾਂ ਦਾ ਮਿਸਯੂਜ਼ ਵੀ ਕਰਦੇ ਰਹਿੰਦੇ ਨੇ। ਮੈਂ ਕਈ ਜਗ੍ਹਾ, ਕਈ ਗੁਰਦੁਆਰਿਆਂ 'ਚ ਦੇਖਿਆ, ਲੋਕ ਆਉਂਦੇ ਨੇ ਗੁਰਦੁਆਰੇ, ਪਤਾ ਵੀ ਸੰਡੇ ਨੂੰ ਉੱਥੇ ਲੰਗਰ ਹੁੰਦਾ, ਈਵਨ ਮੱਥਾ ਵੀ ਨਹੀਂ ਟੇਕਦੇ, ਤੇ ਥੱਲੇ ਲੰਗਰ ਹਾਲ ਦੇ ਵਿੱਚ ਜਾ ਕੇ ਫਿਰ ਏਦਾਂ ਡਿਮਾਂਡ ਕਰਦੇ ਆ, ਲਿਆਓ ਜੀ ਲੰਗਰ ਕਿੱਥੇ, ਆਹ ਵੀ ਪਾਓ, ਆਹ ਵੀ ਪਾਓ, ਆਹ ਘੱਟ ਹੈ, ਇਹ 'ਚ ਮਿੱਠਾ ਜ਼ਿਆਦਾ, ਇਹ 'ਚ ਨਮਕ ਜ਼ਿਆਦਾ, ਏਦਾਂ ਸ਼ੁਰੂ ਕਰ ਦਿੰਦੇ ਨੇ ਕੰਮ। ਪਰ ਗਿਆਨੀ ਤੁਹਾਡੇ ਇੱਥੇ ਆਸਟ੍ਰੇਲੀਆ 'ਚ ਕਿਵੇਂ ਹੈ? ਇੱਥੇ ਆਮ ਤੌਰ ਤੇ ਲੰਗਰ ਤੇ ਜਦੋਂ ਦੀਵਾਨ ਹੁੰਦੇ ਆ, ਆਸਟ੍ਰੇਲੀਆ 'ਚ 2 ਕੁ ਗੁਰਦੁਆਰਿਆਂ ਨੂੰ ਛੱਡ ਕੇ ਮੋਸਟਲੀ ਬੁੱਧਵਾਰ ਤੇ ਐਤਵਾਰ ਨੂੰ ਹੁੰਦੇ ਆ ਦੀਵਾਨ।
ਜਾਂ ਕਿਤੇ ਕਿਤੇ ਇੱਕ ਅੱਧੇ ਦਿਨ ਦਾ ਫਰਕ ਹੋਊਗਾ। ਤੇ 2-3 ਗੁਰਦੁਆਰੇ ਆ ਜਿੱਥੇ ਵੱਡੇ ਗੁਰਦੁਆਰੇ ਆ ਜਿਨ੍ਹਾਂ ਦੇ ਵਿੱਚ ਰੋਜ਼ ਹੀ ਲੰਗਰ ਵੀ ਹੁੰਦਾ, ਤਕਰੀਬਨ ਚੱਲਦਾ ਹੀ ਰਹਿੰਦਾ ਸਵੇਰ ਤੋਂ ਸ਼ਾਮ ਤੱਕ। ਤੇ ਦੀਵਾਨ ਵਾਲੇ ਦਿਨ ਤੇ ਹੁੰਦਾ ਹੀ ਹੁੰਦਾ ਆ ਲੰਗਰ। ਤੇ ਉਹਦੇ ਚ ਸਰਦਾਰ ਜਗਤਾਰ ਸਿੰਘ ਜੀ ਹੋਰਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨਾਲ ਮੈਂ ਵੀ ਸਹਿਮਤ ਹਾਂ। ਪਰ ਇੱਕ ਗੱਲ ਆ ਵੀ ਇਹਨਾਂ ਦੇਸ਼ਾਂ ਦੇ ਵਿੱਚ ਆਮ ਓਦਾਂ ਰਾਹੀਂ ਜਾਂ ਘੱਟ ਆਉਂਦੇ ਆ, ਪਰ ਜਿਹੜੇ ਵਿਦਿਆਰਥੀ ਵਗੈਰਾ ਨੇ ਸਟੂਡੈਂਟ ਉਹਨਾਂ ਦੀ ਜ਼ਰੂਰ ਕਈ ਵਾਰ ਲੋੜ ਪੂਰੀ ਹੋ ਜਾਂਦੀ ਆ। ਤੇ ਜਿਹੜੀ ਗੱਲ ਸਰਦਾਰ ਜੀ ਹੋਰਾਂ ਕਹੀ ਉਹਨਾਂ ਨਾਲ ਮੈਂ ਬਹੁਤ ਹੱਦ ਤੱਕ ਸਹਿਮਤ ਹਾਂ ਕਿ ਦੋ ਗੱਲਾਂ ਲੰਗਰ ਦੀ ਅਰਦਾਸ ਕਰਨ ਲੱਗਿਆਂ ਕਈ ਵਾਰ ਬੋਲਦੇ ਹੁੰਦੇ ਨੇ ਗੁਰਸਿੱਖ ਕਿ ਸਖੀ ਦੇ ਸੰਤੋਖੀ ਖਾਏ। ਇਹ ਵੀ ਜਿਹੜਾ ਲੰਗਰ ਛਕਾਉਣ ਵਾਲਾ ਵਰਤਾਉਣ ਵਾਲਾ ਉਹਦਾ ਸਖੀ ਭਾਵ ਹੋਏ ਤੇ ਜਿਹੜਾ ਖਾਣ ਵਾਲਾ ਆ ਉਹ ਸੰਤੋਖੀ ਹੋਵੇ। ਇਹ ਦੋ ਗੱਲਾਂ ਬੜੀਆਂ ਹੀ ਜ਼ਰੂਰੀ ਆ। ਤੇ ਇਹ ਹੁਣ ਹੁੰਦਾ ਕੀ ਆ, ਮੈਂ ਅਕਸਰ ਗੁਰਦੁਆਰਿਆਂ 'ਚ ਦੇਖਦਾ ਆ ਕਿ ਜਿੱਦਾਂ ਸਰਦਾਰ ਜਗਤਾਰ ਸਿੰਘ ਜੀ ਹੋਰਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਬਹੁਤ ਮਤਲਬ ਗਿਣਤੀ ਦੇ ਵਿੱਚ ਆਉਂਦੇ ਨੇ ਲੰਗਰ 'ਚ ਸਿੱਧਾ ਉੱਥੇ ਚਾਹ ਪਕੌੜੇ ਖਾਦੇ, ਮੁੜ ਕੇ ਲੰਗਰ ਤੱਕ ਉੱਥੇ ਬੈਠੇ ਗੱਪਾਂ ਮਾਰਦੇ ਰਹਿੰਦੇ ਨੇ, ਦੀਵਾਨ ਦੇ ਵਿੱਚ ਜਾਂਦੇ ਹੀ ਨਹੀਂ, ਸੁਣਦੇ ਹੀ ਨਹੀਂ। ਇਹ ਉਹਨਾਂ ਵਾਸਤੇ ਬੜੀ ਮਾੜੀ ਗੱਲ ਹੁੰਦੀ ਆ। ਤੇ ਔਨ ਟਾਪ ਆਫ ਇਟ ਕੀ ਹੈ ਜੀ ਕਿ ਉਹ ਉੱਪਰ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਉਹ ਮੱਥਾ ਵੀ ਨਹੀਂ ਟੇਕਦੇ, ਥੱਲੇ ਗੱਪਾਂ ਮਾਰੀ ਜਾਂਦੇ ਨੇ ਤੇ ਫਿਰ ਜਿਉਂ ਪਕੌੜੇ ਤੇ ਜਲੇਬੀਆਂ ਖਾ ਕੇ ਅੱਧੇ ਪੌਣੇ ਘੰਟੇ ਮਗਰੋਂ ਫਿਰ ਲੰਗਰ ਤਿਆਰ ਹੁੰਦਾ, ਫਿਰ ਉਹ ਲੰਗਰ ਛਕਣਾ ਸ਼ੁਰੂ ਕਰ ਦਿੰਦੇ ਨੇ। ਫਿਰ ਪ੍ਰੋਬਲਮ ਸ਼ੁਰੂ ਕਰ ਦਿੰਦੇ ਨੇ, ਲਓ ਜੀ ਸਾਨੂੰ ਆਹ ਪ੍ਰੋਬਲਮ ਆ ਗਈ, ਸਾਡਾ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ, ਸਾਡਾ ਆਹ ਹੋ ਰਿਹਾ, ਸਾਡਾ ਵੀ ਜਦ ਤੁਸੀਂ ਸੰਜਮ ਦੇ ਨਾਲ ਚੀਜ਼ਾਂ ਨੂੰ ਵਰਤਦੇ ਨਹੀਂ, ਉਹਨਾਂ ਨੂੰ ਏਦਾਂ ਹੁੰਦਾ ਵੀ ਅੱਜ ਹੀ ਜੋ ਕੁਝ ਮਿਲਣਾ ਬਸ ਠੀਕ ਹੈ, ਫਿਰ ਪਤਾ ਨਹੀਂ ਕਦੇ ਮਿਲਣਾ ਕਿ ਨਹੀਂ ਮਿਲਣਾ। ਸੋ ਲੰਗਰ ਦੀ ਕਨਸੈਪਟ ਜਿਹੜੀ ਹੈ ਉਹ ਮੇਰੇ ਹਿਸਾਬ ਨਾਲ ਥੋੜੀ ਜਿਹੀ ਸਿੰਪਲਿਸਿਟੀ ਦੇ ਵੱਲ ਹੋਣੀ ਚਾਹੀਦੀ ਹੈ, ਨਾ ਕਿ ਲੰਗਰ ਨੂੰ ਐਜ਼ ਏ ਖਾਣਾ ਜਾਂ ਐਜ਼ ਏ ਵੈਡਿੰਗ ਪਾਰਟੀ ਦੀ ਜਿਵੇਂ ਹੁੰਦੀ ਹੈ ਉਸ ਤਰੀਕੇ ਨਾਲ ਕ੍ਰੀਏਟ ਕਰਕੇ ਜਾਂ ਉਹ ਉਵੇਂ ਬਣਾਓ ਤੇ ਉਵੇਂ ਛਕਾਓ ਤਾਂ ਕਿ ਸਾਡੀ ਜ਼ਿਆਦਾ ਸ਼ੋਭਾ ਹੋਵੇ ਵੀ ਅੱਜ ਸਾਡੇ ਵੱਲੋਂ ਲੰਗਰ ਸੀਗਾ, ਅਸੀਂ ਜੀ 3 ਸਬਜ਼ੀਆਂ ਬਣਾਈਆਂ, 2 ਮਿੱਠੀਆਂ ਚੀਜ਼ਾਂ ਬਣਾਈਆਂ। ਆਈ ਥਿੰਕ ਉਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਕੰਟਰੋਲ ਕਰ, ਉਹ ਪੈਸੇ ਬਚਾ ਕੇ ਜੇ ਤੁਸੀਂ ਕੋਈ ਸਰਦਾਰ ਜਗਤਾਰ ਸਿੰਘ ਜੀ ਆਪਣੇ ਭਾਈ ਸਾਹਿਬ ਆਏ ਨੇ, ਨਵੇਂ ਹਾਜ਼ਰ ਹੋਏ ਨੇ ਪ੍ਰੋਗਰਾਮ ਦੇ ਵਿੱਚ। ਭਾਈ ਸਾਹਿਬ ਆਪਣਾ ਜਰਾ ਨਾਮ ਦੱਸਿਓ ਕੀ ਹੈ? ਵੈਲਕਮ। ਵਾਹਿਗੁਰੂ ਜੀ, ਮੇਰਾ ਨਾਮ ਭਾਈ ਬੇਅੰਤ ਸਿੰਘ ਹੈ ਜੀ। ਭਾਈ ਬੇਅੰਤ ਸਿੰਘ ਹੋਣੀ। ਸੋ ਭਾਈ ਬੇਅੰਤ ਸਿੰਘ ਹੋਣੀ ਵੀ ਹਿੱਸਾ ਲੈਣਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਛਾ, ਤੁਸੀਂ ਕੰਟੀਨਿਊ ਕਰੋ ਆਪਣੀ ਗੱਲ। ਹਾਂਜੀ ਜਗਤਾਰ ਸਿੰਘ ਜੀ ਕਰੋ ਗੱਲ ਗਾ ਤੁਸੀਂ। ਮੈਂ ਮੇਰਾ ਖਿਆਲ ਗੱਲ ਇਹੀ ਕਰ ਰਿਹਾ ਸੀ ਨਾ ਵੀ ਲੋਕ ਫਿਰ ਇਹ ਪਰਵਾਹ ਨਹੀਂ ਕਰਦੇ ਵੀ ਅਸੀਂ ਸੰਜਮ ਨਾ ਖਾਈਏ, ਲੇਕਿਨ ਫਿਰ ਉਹ ਖਾਣ ਤੇ ਹੀ ਉਹਨਾਂ ਦਾ ਕੰਮ ਹੁੰਦਾ, ਨਾ ਕਿ ਜਿਹੜੇ ਕੰਮ ਗੁਰਦੁਆਰੇ ਆਏ ਨੇ ਉਹ ਕੰਮ ਤਾਂ ਭੁੱਲ ਜਾਂਦੇ ਨੇ ਵੀ ਜਾ ਕੇ ਕੀਰਤਨ ਸੁਣੋ ਜਾਂ ਕਥਾ ਸੁਣੋ ਜਾਂ ਕੋਈ ਹੋਰ ਏਦਾਂ ਦੀ ਕੋਈ ਸਪਿਰਿਚੁਅਲ ਆਪਣੀ ਅਪਲਿਫਟ ਵਾਸਤੇ। ਉਹ ਮੈਂ ਕਹਿੰਦਾ ਉੱਪਰ ਕਈ ਮੱਥਾ ਵੀ ਨਹੀਂ ਟੇਕਦੇ, ਕਿਉਂਕਿ ਮੈਂ ਜਿੱਥੇ ਰਹਿੰਦਾ ਸੀ ਮੈਂ ਦੇਖਿਆ ਉੱਥੇ ਤੇ ਵਿਚ ਫੈਲਟ ਕਾਈਂਡ ਆਫ ਮੇਬੀ ਮਿਸਯੂਜ਼ ਆਫ ਲੰਗਰ। ਬਈ ਆਪਾਂ ਨੂੰ ਥੋੜਾ ਜਿਹਾ ਵਿਵੇਕ ਬੁੱਧੀ ਨਾਲ ਸੋਚਣਾ ਚਾਹੀਦਾ ਇਹਨਾਂ ਗੱਲਾਂ ਤੇ ਵੀ ਇਹ ਕਿਉਂ ਹੋ ਰਿਹਾ ਏਦਾਂ। ਗੁੱਡ ਪੁਆਇੰਟ। ਅੱਛਾ ਸਰਦਾਰ ਬੇਅੰਤ ਸਿੰਘ ਤੁਸੀਂ ਥੋੜਾ ਜਿਹਾ ਆਪਣੀ ਇੰਟਰੋਡਕਸ਼ਨ ਦਿਓ। ਵਾਹਿਗੁਰੂ ਜੀ, ਮੈਂ ਤੁਹਾਡੇ ਨਾਲ ਥੋੜਾ ਜਿਹਾ ਲੇਟ ਜੁੜਿਆ, ਮੈਨੂੰ ਤੁਹਾਡੇ ਅਸੀਂ ਸਾਡਾ ਸਬਜੈਕਟ ਹੈ ਲੰਗਰ ਦੀ ਪਰੰਪਰਾ। ਬਈ ਲੰਗਰ ਕਿਵੇਂ ਸ਼ੁਰੂ ਹੋਇਆ ਗੁਰੂ ਨਾਨਕ ਸਾਹਿਬ ਤੋਂ ਤੇ ਕਿਵੇਂ ਚੱਲਦਾ ਰਿਹਾ ਤੇ 10ਵੇਂ ਪਾਤਸ਼ਾਹ ਤਾਈਂ ਤੇ ਹੁਣ ਵੀ, ਤੇ ਅੱਜ ਕੱਲ੍ਹ ਜਿਹੜੇ ਸਾਡੀ ਗੱਲ ਚੱਲ ਰਹੀ ਹੈ ਕਿ ਬਈ ਲੰਗਰ ਜਿਹੜੇ ਨੇ ਖਾਸ ਤੌਰ ਤੇ ਜਿਹੜੇ ਪੱਛਮੀ ਮੁਲਕ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਉਹ ਹੋਟਲ ਦੀ ਖੁਰਾਕ ਵਾਂਗੂ ਹੋ ਗਏ ਨੇ ਤੇ ਲਗਾਤਾਰ ਚੱਲਦੇ ਰਹਿੰਦੇ ਆ, ਬਜਾਏ ਉਹ ਲੋਕਾਂ ਦੀ ਤ੍ਰਿਸ਼ਨਾ ਪੂਰੀ ਕਰਨ ਦੇ ਜਾਂ ਉਹਨਾਂ ਨੂੰ ਭਾਈਚਾਰਾ ਪੈਦਾ ਕਰਨ ਦੇ ਸਗੋਂ ਬਿਮਾਰੀਆਂ ਦਾ ਕੇਂਦਰ ਬਣ ਰਹੇ ਨੇ ਜਗ੍ਹਾ। ਹਾਂ, ਤੇ ਤੁਸੀਂ ਮਸਲੇ ਤੇ ਵਿਚਾਰ ਕਰ ਰਹੇ ਆ, ਤੁਸੀਂ ਜੋ ਤੁਹਾਡੇ ਖਿਆਲ ਹੋਣ ਵਿੱਚ ਐਡ ਕਰਨ ਦੀ ਕੋਸ਼ਿਸ਼ ਕਰਨੀ। ਮੈਂ ਗਿਆਨੀ ਧਰਮ ਸਿੰਘ ਹੋਣਾ ਨੂੰ ਕਹਿੰਦੇ ਆ, ਤੁਸੀਂ ਸ਼ੁਰੂ ਕਰੋ ਜੀ, ਆਪਣਾ ਦੱਸੋ ਇਸ ਬਾਬਤ। ਹਾਂਜੀ, ਮੈਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਦੇ
ਗੁਰਮਤਿ ਮਾਰਤੰਡ ਚ ਉਹਨਾਂ ਬੜੇ ਸੋਹਣੇ ਗੱਲਾਂ ਲਿਖੀਆਂ। ਕਹਿੰਦੇ ਵੀ ਜਿਹੜਾ ਗੁਰਦੁਆਰਾ ਆ ਇਹ ਇੱਕ ਭੁੱਖੇ ਵਾਸਤੇ ਲੰਗਰ ਖਾਨਾ ਆ ਤੇ ਜਿਹੜਾ ਬਿਮਾਰ ਆ ਉਹਦੇ ਵਾਸਤੇ ਦਵਾਖਾਨਾ ਆ ਵੀ ਉਹਦੀ ਉੱਥੋਂ ਉਹ ਵੀ ਲੋੜ ਪੂਰੀ ਹੋਣੀ ਚਾਹੀਦੀ ਆ। ਜਿਹੜਾ ਵਿਦਿਆਰਥੀ ਆ ਉਹਦੇ ਵਾਸਤੇ ਪਾਠਸ਼ਾਲਾ ਆ ਵੀ ਇੱਥੋਂ ਸਾਨੂੰ ਜਿਹੜੀ ਸਿੱਖਿਆ ਮਿਲਦੀ ਆ ਧਰਮ ਦੀ, ਆਤਮਿਕ ਜੀਵਨ ਜਿਉਣ ਦੀ, ਮਨੁੱਖਤਾ ਨੂੰ ਸਮਝਣ ਦੀ, ਤੇ ਉਹਦੇ ਵਾਸਤੇ ਇਹ ਪਾਠਸ਼ਾਲਾ ਆ। ਜਿਹੜਾ ਹੁਣ ਗੱਲ ਚੱਲ ਰਹੀ ਸੀ ਆਪਣੇ ਲੰਗਰ ਦੀ, ਭਈ ਸਭ ਤੋਂ ਵੱਧ ਜ਼ੋਰ ਹੁਣ ਲੰਗਰ ਤੇ ਦਿੱਤਾ ਜਾ ਰਿਹਾ। ਇਹ ਬੜਾ ਜ਼ਰੂਰੀ ਆ ਕਿ ਖਾਸ ਕਰਕੇ ਜਿਵੇਂ ਇਤਿਹਾਸਕ ਗੁਰਦੁਆਰਿਆਂ 'ਚ ਯਾਤਰੂ ਆਉਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਲੰਗਰ ਮਿਲਣਾ ਚਾਹੀਦਾ, ਉੱਥੇ ਚੱਲਦੇ ਰਹਿਣੇ ਚਾਹੀਦੇ। ਆਮ ਹਾਲਤਾਂ ਦੇ ਵਿੱਚ ਜਿਹੜਾ ਲੋੜਵੰਦ ਉਹਨੂੰ ਮਿਲਣਾ ਚਾਹੀਦਾ, ਪਰ ਜਿਹੜਾ ਹੁਣ ਲੰਗਰ ਦਾ ਮੁਕਾਬਲੇਬਾਜ਼ੀ ਚੱਲ ਪਈ ਕਿ ਵੱਧ ਤੋਂ ਵੱਧ ਕਈ ਕੁਝ ਤਰ੍ਹਾਂ ਦੇ ਪਦਾਰਥ ਬਣਾਉਣੇ ਤੇ ਵੇਸਟੇਜ ਜਿਹੜੀ ਆ ਹੈ ਤੇ ਸਰਮਾਇਆ ਕੌਮ ਦਾ ਹੀ ਆ। ਦੂਸਰੇ ਪੱਖਾਂ ਤੋਂ ਬਿਲਕੁਲ ਪਿੱਛੇ ਹੋ ਗਏ ਕਿ ਕਿਸੇ ਨੂੰ ਬਿਮਾਰ ਨੂੰ ਉੱਥੋਂ ਦਵਾਈ ਦਵਾਈ ਜਾਏ, ਕਿਸੇ ਨੂੰ ਹੋਰ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਉਹ ਨਹੀਂ ਹੋ ਰਿਹਾ ਅੱਜ। ਮੈਂ ਦੇਖਦਾ ਵੀ ਹੋਲੇ ਮਹੱਲੇ ਤੇ ਆਨੰਦਪੁਰ ਸਾਡੇ ਰਸਤੇ ਦੇ ਵਿੱਚ ਹੀ ਵਿਦਿਆਲਾ, ਕਿਲੋਮੀਟਰ ਤੇ ਬੜੀ ਦੂਰ ਦੀ ਗੱਲ ਆ। ਕਈ ਵਾਰ ਨਾਲ ਜੁੜਵੇਂ ਲੰਗਰ ਲੱਗੇ ਹੁੰਦੇ ਨੇ ਤੇ ਰੱਸੇ ਬੰਨ ਕੇ ਤੇ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਕਰਕੇ ਤੇ ਜ਼ਬਰਦਸਤੀ ਕਰਨ ਵਾਲੀ ਗੱਲ ਹੁੰਦੀ। ਜਦੋਂ ਕਿ ਜੇ ਪਿੰਡਾਂ ਦੇ ਰਲ ਮਿਲ ਕੇ ਕੋਈ 10 ਕਿਲੋਮੀਟਰ ਤੇ ਕੋਈ 5 ਕਿਲੋਮੀਟਰ ਤੇ ਰਲ ਕੇ ਲਾ ਲੈਣ ਲੰਗਰ, ਉਹ ਚੰਗਾ ਆ। ਬਾਕੀ ਲੰਗਰ ਜਿਹੜਾ ਸਾਦਾ ਹੋਵੇ, ਦਾਲ ਫੁਲਕਾ ਹੋਵੇ, ਨਾਲ ਚਲੋ ਇੱਕ ਅੱਧੀ ਕੋਈ ਚੀਜ਼ ਹੋਰ ਬਣਾਣੀ ਆ ਤੇ ਉਹਦੇ ਚ ਕੋਈ ਗੱਲ ਨਹੀਂ ਐਸੀ, ਪਰ ਜਿਹੜਾ ਮੁਕਾਬਲੇਬਾਜ਼ੀ ਚੱਲ ਪਈ ਇਹ ਨਹੀਂ ਬਹੁਤੀ ਠੀਕ। ਸੋ ਗਿਆਨੀ ਜੀ, ਜਿਹੜੇ ਤੁਹਾਡੇ ਤੋਂ ਮੈਨੂੰ ਇਹ ਲੱਗ ਰਿਹਾ ਵੀ ਹਉਮੈ ਬਜਾਏ ਸਾਡੀ ਮੰਨ ਲੰਗਰ ਬਜਾਏ ਸਾਡੀ ਹਉਮੈ ਦੂਰ ਕਰਨ ਦੇ, ਸੋ ਸਾਡੀ ਤਾਂ ਹਉਮੈ ਵਧਾ ਰਿਹਾ ਹੈ। ਹਾਂਜੀ ਪਰਪਸ ਇਹ ਆ ਲੰਗਰ ਦਾ ਕਿ ਵੀ ਸਾਡੇ ਮਨ ਦੀ ਪਵਿੱਤਰਤਾ ਪੈਦਾ ਹੋਵੇ, ਇੱਕ ਦੂਜੇ ਨਾਲ ਭਾਈਚਾਰਾ ਜੁੜੇ, ਉਹਨਾਂ ਦੇ ਵਿੱਚੋਂ ਜਾਤ ਪਾਤ ਦਾ ਚੱਕਰ ਕੱਟਿਆ ਜਾਵੇ, ਬਰੋਬਰਤਾ ਦਾ ਸੰਦੇਸ਼ ਮਿਲੇ, ਭੁੱਖੇ ਦੀ ਸੇਵਾ ਹੋਵੇ। ਬਜਾਏ ਉਹਨਾਂ ਚੀਜ਼ਾਂ ਦੇ ਇਹ ਹੁਣ ਇਹ ਵਿਆਹ ਸ਼ਾਦੀਆਂ ਦੇ ਉੱਤੇ ਹੁੰਦੇ ਆ ਮੁਕਾਬਲੇ ਜੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ੁਰੂ ਹੋ ਗਈਆਂ। ਉਹਦਾ ਫਿਰ ਗੁਰਮਤਿ ਦਾ ਜਿਹੜਾ ਹੈਗਾ ਵਾ ਜਿਹੜਾ ਅਸੂਲ ਹੈ ਜਾਂ ਉਪਦੇਸ਼ ਹੈ ਕਿ ਵੀ ਸਰਬੱਤ ਦਾ ਭਲਾ, ਉਹਦੇ ਤੋਂ ਕਿਤੇ ਦੂਰ ਗੱਲ ਚਲੇਗੀ। ਹਾਂਜੀ ਈਵਨ ਭਾਈ ਸਾਹਿਬ ਮੈਂ ਦੇਖਿਆ ਜਿਹੜੀ ਮੈਨੇਜਮੈਂਟ ਹੈ ਆਮ ਬਹੁਤ ਗੁਰਦੁਆਰਿਆਂ ਦੇ ਵਿੱਚ ਮੈਂ ਦੇਖਿਆ, ਉਹ ਵੀ ਕਾਈਂਡ ਆਫ ਐਨਕਰੇਜ ਕਰਦੇ ਨੇ, ਹਾਂਜੀ ਤੁਸੀਂ 2 ਚੀਜ਼ਾਂ ਆਹ ਬਣਾ ਲਓ, 4 ਆਹ ਬਣਾ ਲਓ। ਉਹਦਾ ਰੀਜ਼ਨ ਇਹ ਹੁੰਦਾ ਕਿ ਜਨਤਾ ਨੂੰ ਜਦ ਪਤਾ ਲੱਗਦਾ ਵੀ ਇੱਥੇ ਬਈ ਕੰਪੈਰੇਟਿਵਲੀ ਜਿਹੜਾ ਲੰਗਰ ਹੈ ਉਹ ਵਿਆਹ ਸ਼ਾਦੀਆਂ ਵਰਗਾ ਹੁੰਦਾ, ਤਾਂ ਜਿਹੜੀ ਜਨਤਾ ਉਹ ਉੱਥੇ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਗੁਰਦੁਆਰੇ ਦੀ ਇਨਕਮ ਵੀ ਇਹ ਕਾਈਂਡ ਆਫ, ਮੈਨੂੰ ਤਾਂ ਇਹ ਲੱਗਦਾ ਜਿਵੇਂ ਬਿਜ਼ਨਸ ਅਪਰੋਚ ਹੋ ਜਾਂਦੀ ਹੈ। ਦੇਖੋ, ਨਾਲੇ ਵੈਸੇ ਵੀ ਜੇ ਬਜਟ ਦੇਖਿਆ ਜਾਵੇ ਗੁਰਦੁਆਰੇ ਦਾ, ਜ਼ਿਆਦਾਤਰ ਜਾਂ ਤਾਂ ਹੈਗਾ ਬਿਲਡਿੰਗ ਤੇ ਜਾਂ ਹੈਗਾ ਲੰਗਰ ਤੇ, ਪਰ ਜਿੱਥੋਂ ਤੱਕ ਹੈਗਾ ਬੱਚਿਆਂ ਦੀ ਐਜੂਕੇਸ਼ਨ ਹੋਈ ਜਾਂ ਸੰਗਤ ਦੀ ਐਜੂਕੇਸ਼ਨ ਹੋਈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਲੋਕ ਭਲਾਈ ਦੇ ਕੰਮ ਕਰਨ ਦੀ ਗੱਲਬਾਤ ਹੋਈ, ਉਸ ਲਈ ਉਹਨਾਂ ਕੋਲ ਪੈਸੇ ਮੁੱਕ ਜਾਂਦੇ ਨੇ। ਐਜੂਕੇਸ਼ਨ ਹੋ ਗਿਆ ਜਾਂ ਕੋਈ ਬਿਮਾਰ ਹੈ, ਪਤਾ ਜੀ ਤੁਹਾਨੂੰ ਵੀ ਫਲਾਣਾ ਬੰਦਾ ਬਿਮਾਰ ਹੈ, ਉਹਦੇ ਕੋਲ ਇੰਨੀ ਸੋਰਸਿਸ ਹੈ ਨਹੀਂ ਗੇ, ਉਹਨਾਂ ਦੀ ਹੈਲਪ ਕਰਨੀ, ਜਾਂ ਕੋਈ ਜਾਂ ਜਿਵੇਂ ਸਟੂਡੈਂਟ ਕੋਈ ਚੰਗਾ ਪੜ੍ਹਾਈ 'ਚ ਵੀ ਚੰਗਾ ਲੇਕਿਨ ਆਰਥਿਕ ਹਾਲਤ ਉਹਨਾਂ ਦੀ ਚੰਗੀ ਨਹੀਂ, ਉਹਨਾਂ ਨੂੰ ਪੜ੍ਹਾਉਣ, ਉਹਨਾਂ ਵਾਸਤੇ ਪੈਸੇ। ਜਾਂ ਇਹ ਬੜੇ ਅਫਸੋਸ ਦੀ ਗੱਲ ਹੈ। ਇੱਕ ਮੈਨੂੰ ਗੱਲ ਯਾਦ ਆਈ ਇੱਥੇ ਗਿਆਨੀ ਧਰਮ ਸਿੰਘ ਜੀ ਕਿ ਵੀ ਆਪਣੇ ਸ਼੍ਰੋਮਣੀ ਕਮੇਟੀ ਜਦੋਂ ਆਈ ਆ ਆਪਣੀ ਐਗਜ਼ਿਸਟੈਂਸ ਦੇ ਵਿੱਚ, ਉਹ ਜਦੋਂ ਦੇਗ ਦਾ ਜਿਹੜਾ ਰਿਵਾਜ ਸੀ ਵੀ ਆ 100 ਰੁਪਈਏ ਦੀ ਦੇਗ ਆ, 100 ਰੁਪਈਏ ਦੀ ਦੇਗ, ਉਹਦੇ ਵਿੱਚੋਂ ਉਹ ਜ਼ਿਆਦਾ ਜਿਹੜਾ ਸੀ ਥੋੜਾ ਜਿਹਾ ਪ੍ਰਸ਼ਾਦ ਦੇ ਕੇ ਨਾ ਤੇ ਬਾਕੀ ਜਿਹੜੇ ਪੈਸੇ ਸੀ ਉਹ ਬਚਾ ਕੇ ਉਹਨਾਂ ਨੇ ਜਿਹੜੇ ਕਿ ਲੰਗਰ ਸਥਾਨ ਜਾਂ ਹੋਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਜਾਂ ਮਿਊਜ਼ੀਅਮ ਇਹੋ ਜਿਹੀਆਂ ਚੀਜ਼ਾਂ ਕ੍ਰੀਏਟ ਕੀਤੀਆਂ। ਉਸੇ ਹੀ ਫੰਡ ਦੇ ਵਿੱਚੋਂ ਫਿਰ ਗਾਂ ਜਿਹੜੇ ਸੀਗੇ ਪੈਸੇ, ਜਿਵੇਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਖੋਲਿਆ ਜਾਂ ਹੋਰ ਜਗ੍ਹਾ ਤੇ ਮਦਦ ਹੁੰਦੀ ਸੀ। ਕੀ ਗੱਲ ਹੈ, ਠੀਕ ਹੈ? ਇਹ ਗੱਲ ਠੀਕ ਆ। ਉਹਦੇ ਨਾਲ ਉਹਦਾ ਇੱਕ ਕਾਰਨ ਹੋਰ ਵੀ ਸੀਗਾ ਵੀ ਪਹਿਲੋਂ ਲੋਕੀ ਘਰਾਂ ਤੋਂ ਵੀ ਬਣਾ ਕੇ ਲਿਆਂਦੇ ਸੀਗੇ ਦੇਗ, ਪਰ ਉਹਦੇ ਚ ਹੁੰਦਾ ਸੀ ਵੀ ਕਿਤੇ ਤੇ ਪਾਣੀ ਘੱਟ ਪਿਆ ਵਾ ਤੇ ਖੁਸ਼ਕ ਜੀ ਦੇਗ,
ਕਿਤੇ ਜ਼ਿਆਦਾ ਘਿਓ ਪੈ ਗਿਆ, ਕਿਤੇ ਸੜ ਗਈ, ਕਿਤੇ ਕੱਚੀ, ਤੇ ਉਹ ਰੰਗ ਬਰੰਗੀ ਨੂੰ ਉਹਨੂੰ ਹਟਾਉਣ ਵਾਸਤੇ ਵੀ ਚਲੋ ਸੰਗਤ ਇੱਥੇ ਭੇਟਾ ਕਰਕੇ ਇੱਥੋਂ ਲੈ ਲਵੇ। ਉਹਦੇ ਨਾਲ ਇੱਕ ਤੇ ਆਮਦਨੀ ਦਾ ਸਾਧਨ ਹੋ ਗਿਆ, ਇੱਕ ਸਾਰਿਆਂ ਨੂੰ ਇੱਕ ਸਾਰ ਜਿਹੜਾ ਪ੍ਰਸਾਦ ਇੱਕੋ ਜਿਹੀ ਸਾਰਿਆਂ ਨੂੰ ਮਿਲਣ ਲੱਗ ਗਿਆ। ਤੇ ਇਹ ਬੜਾ ਜ਼ਰੂਰੀ ਆ ਵੀ ਜਿਹੜਾ ਦੂਸਰੇ ਪੱਖ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਇਹਦੇ ਚ ਕੋਈ ਦੋ ਰਾਇਆ ਨਹੀਂ ਕਿ ਲੰਗਰ ਜਿਹੜਾ ਵਾ ਹਰ ਮਨੁੱਖ ਦੀ ਪਹਿਲੀ ਜ਼ਰੂਰਤ ਵਾ, ਪਰ ਜਦੋਂ ਜ਼ਰੂਰਤ ਤੱਕ ਗੱਲ ਹੋਵੇ ਤੇ ਫਿਰ ਉੱਥੇ ਸਵਾਦ ਨਹੀਂ ਦੇਖੇ ਜਾਂਦੇ। ਓਦਾਂ ਲੰਗਰ ਤੇ ਕੁਦਰਤੀ ਤੌਰ ਤੇ ਸਵਾਦੀ ਹੁੰਦਾ ਆ ਲੰਗਰ ਦੇ। ਕਦੇ ਬਾਕੀ ਸ਼ਰਧਾ ਦੇ ਨਾਲ ਪਿਆਰ ਨਾਲ ਛਕਣਾ ਚਾਹੀਦਾ। ਮੈਂ ਤੇ ਇੱਥੋਂ ਤੱਕ ਦੇਖਿਆ ਕਿ ਪਿੰਡਾਂ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਵੇਲੇ ਦੀ ਗੱਲ ਆ, ਮੇਰੇ ਦਾਦੀ ਜੀ ਤੇ ਹੋਰ ਕਹਿੰਦੇ ਸੀ ਵੀ ਲੰਗਰ ਚੋਂ ਪ੍ਰਸ਼ਾਦਾ ਜ਼ਰੂਰ ਛਕਣਾ ਚਾਹੀਦਾ ਹੈ, ਪ੍ਰਸ਼ਾਦ ਸਮਝ ਕੇ। ਤੇ ਦੂਸਰੀ ਗੱਲ ਇਹ ਆ ਵੀ ਕਦੀ ਵੀ ਰੱਜ ਕੇ ਨਹੀਂ ਖਾਣਾ ਚਾਹੀਦਾ। ਹਾਂਜੀ, ਇਹ ਉਹਨਾਂ ਦੀ ਭਾਵਨਾ ਹੁੰਦੀ। ਈਵਨ ਗੁਰੂ ਅਮਰਦਾਸ ਤੁਹਾਡਾ ਕੀ ਹੈ, ਤੁਹਾਡੀ ਰਿਸਰਚ ਤੋਂ ਕੀ ਹੈ ਵੀ ਇਹ ਕਿਸ ਤਰ੍ਹਾਂ ਮਤਲਬ ਲੰਗਰ ਦੀ ਮਰਿਆਦਾ ਜਿਹੜੀ ਆ? ਹਾਂਜੀ, ਮੈਂ ਤੁਹਾਡੀ ਇਸ ਪ੍ਰੋਗਰਾਮ ਦੇ ਵਿੱਚ ਹੁਣੇ ਹੀ ਆਇਆ ਹਾਂ ਤੇ ਉਹਦੇ ਪ੍ਰਤੀ ਥੋੜੇ ਜਿਹੇ ਬਚਨ ਪਹਿਲਾਂ ਤਾਂ ਸਾਰੇ ਹੀ ਵੀਰ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਨੇ, ਸਾਰਿਆਂ ਨੂੰ ਪਿਆਰ ਔਰ ਅਦਬ ਦੇ ਨਾਲ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮੇਰੇ ਤੇ ਤਰਸ ਕਰਕੇ ਮੈਂ ਸਿੱਖ ਇਤਿਹਾਸ ਦੇ ਉੱਪਰ ਤਕਰੀਬਨ 25-26 ਕਿਤਾਬਾਂ ਲਿਖਣ ਦਾ ਮੌਕਾ ਮਿਲਿਆ। ਹਾਂਜੀ, ਉਹਨਾਂ ਕਿਤਾਬਾਂ ਦੀ ਲੰਮੀ ਹਿਸਟਰੀ ਨੂੰ ਕਿਤਾਬ ਲਿਖਣਾ, ਉਹਦੇ ਵਾਸਤੇ ਪੜ੍ਹਾਈ ਵੀ ਬਹੁਤ ਕਰਨੀ ਪੈਂਦੀ ਹੈ। ਬਹੁਤ ਸਾਰੀ ਪੜ੍ਹਾਈ ਤੋਂ ਬਾਅਦ ਹੀ ਕਿਤਾਬ ਲਿਖੀ ਜਾਂਦੀ ਹੈ। ਇੱਕ ਕਿਤਾਬ ਨੂੰ ਲਿਖਣ ਵਾਸਤੇ ਤਕਰੀਬਨ 100-150 ਕਿਤਾਬ ਨੂੰ ਪੜ੍ਹਨ ਤੋਂ ਬਾਅਦ ਫਿਰ ਕਿਤਾਬ ਇੱਕ ਲਿਖੀ ਜਾਂਦੀ ਹੈ। ਹਾਂਜੀ, ਜਿਹੜਾ ਇਹ ਲੰਗਰ ਦੀ ਪ੍ਰਥਮ ਤਾਂ ਆਪਾਂ ਜੋ ਹਮੇਸ਼ਾ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹੀ ਅਸੀਂ ਇਸ ਬਚਨ ਨੂੰ ਆਰੰਭ ਕਰਦੇ ਹਾਂ। ਉੱਥੇ ਸਾਨੂੰ ਕੁਝ ਗੱਲਾਂ ਜੋੜੀਆਂ ਗਈਆਂ ਨੇ ਜਿਹੜੀਆਂ ਇਤਿਹਾਸ ਦੇ ਵਿੱਚ, ਜਿਨ੍ਹਾਂ ਨੇ ਸਾਨੂੰ ਗੁੰਮਰਾਹ ਕਰ ਦਿੱਤਾ, ਜਿਨ੍ਹਾਂ ਨੇ ਸਾਨੂੰ ਰਾਹ ਤੇ ਲਿਆਉਣਾ ਸੀਗਾ ਪਰ ਸਾਨੂੰ ਗੁੰਮਰਾਹ ਕਰਕੇ ਉਹਦਾ ਰੂਪ ਕੁਝ ਹੋਰ ਹੋ ਗਿਆ। ਉਹ ਪਹਿਲੋਂ ਹੀ ਸਾਨੂੰ ਸ਼ੁਰੂਆਤ ਹੀ ਜਿਹੜੀ 20 ਰੁਪਏ ਦਾ ਲੰਗਰ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕਹਿ ਦਿੱਤਾ ਵੀ ਸੰਤ ਰੇਣਦਾਸ ਜੀ ਦੀ ਮੰਡਲੀ ਨੂੰ ਲੰਗਰ ਛਕਾਇਆ ਗਿਆ। ਇੱਥੋਂ ਹੀ ਸਾਡਾ ਜਿਹੜਾ ਧਿਆਨ ਸੀ ਨਾ ਸੰਗਤ ਦਾ, ਉਹ ਡਿਵੇਟ ਹੋ ਗਿਆ, ਅਲੱਗ ਹੋ ਗਈ। ਮਤਲਬ ਉਹਦਾ ਡੈਵਜ਼ ਕਰ ਦਿੱਤਾ ਲੰਗਰ ਦਾ ਧਿਆਨ ਹੀ, ਬਈ ਲੰਗਰ ਹਮੇਸ਼ਾ ਭੁੱਖਿਆਂ ਨੂੰ, ਜਿਹੜੇ ਹੈਗੇ ਨੇ ਸਾਧੂ ਨੇ, ਮਹਾਤਮਾ ਨੇ, ਡੇਰੇਦਾਰ ਨੇ ਜਾਂ ਕੋਈ ਹੋਰ ਨੇ, ਉਹਨਾਂ ਨੂੰ ਲੰਗਰ ਛਕਾਇਆ ਜਾਂਦਾ। ਪਹਿਲੋਂ ਸਾਡੀ ਸੁਰਤੀ ਵਿੱਚ ਇਹ ਪਾਇਆ, ਪਰ ਉਹ ਜਿਹੜਾ ਲੰਗਰ ਛਕਾਇਆ ਗਿਆ ਸੀ ਉਹ ਜ਼ਰੂਰਤਮੰਦ ਲੋਕਾਂ ਨੂੰ ਛਕਾਇਆ ਗਿਆ ਸੀ, ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੂੰ ਲੰਗਰ ਛਕਾਇਆ ਗਿਆ ਸੀ। ਉਸ ਤੋਂ ਉਪਰੰਤ ਜੋ ਦੂਸਰੇ ਲੰਗਰ ਦੀ ਸਾਡੀ ਧਿਆਨ ਆਉਂਦਾ ਵਾ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਮੇਂ ਵਿੱਚ ਮਾਤਾ ਖੀਵੀ ਜੀ ਨੇ ਉਸ ਲੰਗਰ ਦੀ ਸੇਵਾ ਨੂੰ ਨਿਭਾਉਣਾ ਕੀਤਾ। ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਸਾਡੇ ਨੇਤਰਾਂ ਸਾਹਮਣੇ ਆਈਆਂ ਵੀ ਜਿਹੜੇ ਲੋਕ, ਬਹੁਤ ਸਾਰੀਆਂ ਸਾਖੀਆਂ ਨੇ, ਮੈਂ ਸਾਖੀ ਨਹੀਂ ਕਹਿਣੀ, ਮੈਂ ਉਹਦਾ ਕੇਵਲ ਦਲੀਲ ਹੀ ਕਹਿਣੀ ਹੈ। ਉਸ ਲੰਗਰ ਦੇ ਵਿੱਚ ਵੀ ਕਈ ਲੋਕ ਇਸ ਤਰ੍ਹਾਂ ਦੇ ਸੀ, ਲੰਗਰ ਵਰਤਾਉਣ ਵਿੱਚ ਵੀ ਕਿਸੇ ਨਾਲ ਵਾਧਾ, ਜਿਹੜੇ ਜਾਣੂ ਪਛਾਣੂ ਹੋਣੇ ਉੱਥੇ ਜ਼ਿਆਦਾ ਦੇਣਾ, ਤੇ ਮਾਤਾ ਜੀ ਨੇ, ਮਾਤਾ ਖੀਵੀ ਜੀ ਨੇ ਰੋਕਣਾ ਕਰਨਾ, ਫਿਰ ਵੀ ਮਤਲਬ ਨਾ ਮੰਨਣਾ, ਤੇ ਫਿਰ ਸਤਿਗੁਰੂ ਜੀ ਨੇ ਉਹਨਾਂ ਨੂੰ ਲੰਗਰ ਚੋਂ ਬਾਹਰ ਕੱਢਣਾ। ਇਹ ਸਾਰੀਆਂ ਚੀਜ਼ਾਂ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਇੱਕ ਅਨਮੋਲ ਦਾਤ ਦਿੱਤੀ ਸੀ ਲੰਗਰ ਦੁਆਰਾ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਵਿੱਚ ਵੀ ਵੱਡੇ ਵੱਡੇ ਉਸ ਸਮੇਂ ਦੇ ਰਾਜੇ ਅਕਬਰ ਵਰਗੇ ਆ ਕੇ ਲੰਗਰ ਛਕਦੇ ਰਹੇ ਤੇ ਲੰਗਰ ਦੇ ਵਿੱਚ ਆਉਂਦੇ ਰਹੇ। ਹੈ ਸੀ ਮਰਜ਼ਾਦਾ ਬਹੁਤ ਹੀ ਵਧੀਆ। ਜੇ ਇਸ ਨੂੰ ਹੋਰ ਪ੍ਰੇਮ ਵਿੱਚ ਪਾਈਏ, ਲੰਗਰ ਸ਼ਬਦ ਵੀ ਸਾਡਾ ਜਿਹੜਾ ਆਇਆ, ਉਹ ਲਾਂਗੜ ਤੋਂ ਲੰਗਰ ਆਇਆ। ਬਈ ਇੱਕ ਸਮੁੰਦਰ ਦੇ ਵਿੱਚ ਦੀ ਬੇੜਾ ਲੰਘ ਰਿਹਾ ਹੁੰਦਾ ਸੀਗਾ ਤੇ ਉਹਦੇ ਵਿੱਚ ਇੱਕ ਲੋਹੇ ਦਾ ਨਾਲ ਸਮਾਨ ਹੁੰਦਾ ਸੀ, ਨਾਲ ਰੱਸਾ ਬੰਨਿਆ ਹੁੰਦਾ ਸੀ, ਉਹਨੂੰ ਸਿੱਟਦੇ ਸੀ ਤੇ ਉਸ ਟਾਈਮ ਬੈਠ ਕੇ ਰੋਟੀ ਖਾ ਲੈਂਦੇ ਸਨ, ਪ੍ਰਸ਼ਾਦਾ ਛਕ ਲੈਂਦੇ ਸਨ। ਪਰ ਇਹ ਤੁਰਦਿਆਂ ਤੁਰਦਿਆਂ ਮੈਂ ਹੁਣ ਲੁਧਿਆਣੇ ਤੋਂ ਬੋਲ ਰਿਹਾ ਆਪ ਜੀ ਦੇ ਨਾਲ, ਪੰਜਾਬ ਲੁਧਿਆਣੇ ਤੋਂ ਮਿਲਿਆ ਵਾਂ। ਤੇ ਹੁਣੇ ਹੀ ਜਿਹੜਾ ਆਹ ਕਰੋਨਾ ਦਾ ਬਹੁਤ ਵੱਡਾ ਕਹਿਰ ਹੋ ਕੇ ਲੰਘਿਆ ਵਾ, ਉਹਦੇ ਵਿੱਚ ਸਾਡੇ ਇੱਥੇ ਲੰਗਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਲੰਗਰ ਲਗਾਏ, ਤੇ ਉਹਨਾਂ ਸੰਸਥਾ ਦੇ ਜਿਹੜੇ ਲੰਗਰ ਲੱਗੇ ਹੋਏ ਸੀ ਨਾ, ਤੇ ਉਹਨਾਂ ਦੇ ਵਿੱਚ ਜਿਹੜੇ ਪ੍ਰਵਾਸੀ ਲੋਕ ਪੰਜਾਬ 'ਚ ਰਹਿੰਦੇ ਨੇ, ਉਹਨਾਂ ਕੋਲੋਂ ਉਹਨਾਂ ਲੰਗਰ ਖਾਧਾ ਨਹੀਂ ਸੀ ਜਾਂਦਾ ਜਿੰਨਾ ਲੰਗਰ ਉਹ ਫੜਾ ਦਿੰਦੇ ਸੀ।
ਤੇ ਨਾਲ ਹੀ ਵੀਡੀਓ ਨਵੀਆਂ ਤੋਂ ਨਵੀਆਂ ਸਾਡੇ ਕੋਲੇ ਆਉਣ ਲੱਗ ਪਈਆਂ ਬਈ ਫਲਾਨੀ ਥਾਂ ਤੇ ਇੰਨੀਆਂ ਰੋਟੀਆਂ 1000 ਰੋਟੀ ਸੜੀ ਪਈ ਹੈ, ਦਾਲ ਸੜੀ ਪਈ ਹੈ। ਸਿਰਫ ਉਹ ਲੰਗਰ ਕਿਉਂ ਉਹਨਾਂ ਕੋਲੇ ਇੰਨਾ ਪਹੁੰਚਦਾ ਸੀ। ਅੱਜ ਜਿਹੜੀ ਇਹ ਸਾਡਾ ਮੋਬਾਈਲ ਨੈਟ ਹੈ ਤਾਂ ਬਹੁਤ ਵਧੀਆ ਚੀਜ਼ ਹੈ, ਪਰ ਇਹਦੇ ਵਿੱਚ ਇਹਨੇ ਜਿੱਥੇ ਨਾਲ ਨੈਟ ਨੇ ਦੁਨੀਆ ਨੂੰ ਬਹੁਤ ਕੁਝ ਦਿੱਤਾ ਹੈ, ਬੜੀਆਂ ਵੱਡੀਆਂ ਦੇਣਾਂ ਦਿੱਤੀਆਂ। ਅੱਜ ਮੈਂ ਲੁਧਿਆਣੇ 'ਚ ਬੈਠ ਕੇ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਉਹਨਾਂ ਮੁਲਕਾਂ 'ਚ ਬੈਠ ਕੇ ਗੱਲ ਕਰ ਰਹੇ ਹੋ, ਅਸੀਂ ਇਕੱਠੇ ਬੈਠ ਕੇ ਗੱਲ ਕਰ ਰਹੇ ਹਾਂ। ਇਹ ਇੱਕ ਬਹੁਤ ਵੱਡੀ ਦੇਣ ਆ। ਪਰ ਇਹਦੇ ਨਾਲ ਨਾਲ ਲੋਕਾਂ ਦੀ ਇੱਕ ਹੋੜ ਲੱਗ ਗਈ ਵੀ ਮੈਂ ਫੋਟੋ ਖਿਚਾ ਕੇ ਮੈਂ ਵੀ ਲੰਗਰ ਲਾਇਆ ਤੇ ਮੈਂ ਪਿੱਛੇ ਨਾ ਰਹਿ ਜਾ। ਛੋਟੇ ਤੋਂ ਛੋਟੇ ਗੁਰਦੁਆਰੇ ਵਾਲਿਆਂ ਨੇ ਵੀ ਬਿਮਾਰੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਿਰਫ ਮੇਰੀ ਫੋਟੋ ਜਾਣੀ ਚਾਹੀਦੀ ਆ, ਮੈਂ ਲੰਗਰ ਵਰਤਾਉਣਾ ਵਾਂ। ਜਿਹੜੀ ਚੀਜ਼ ਨੂੰ ਅਸੀਂ ਬਹੁਤ ਚੰਗੇ ਤਰੀਕੇ ਨਾਲ ਦੇ ਸਕਦੇ ਸੀ, ਉਹਨੂੰ ਇੰਨੇ ਕੁ ਭੈੜੇ ਤਰੀਕੇ ਨਾਲ ਲੋਕਾਂ 'ਚ ਵੰਡਿਆ ਗਿਆ। ਤੇ ਸਾਡੇ ਇਲਾਕੇ ਦੇ ਵਿੱਚ, ਜਿਸ ਇਲਾਕੇ 'ਚ ਮੈਂ ਰਹਿਣਾ, ਇਸ ਇਲਾਕਾ ਤਾਂ ਬਹੁਤ ਜ਼ਿਆਦਾ ਪੌਸ਼ ਨੇ, ਪਰ ਇਹ ਇਲਾਕਿਆਂ ਤੋਂ ਇਲਾਵਾ ਜਿਹੜੇ ਇਲਾਕਿਆਂ 'ਚੋਂ ਸਾਨੂੰ ਵੀਡੀਓ ਮਿਲਦੀਆਂ ਸਨ, ਸਾਡੇ ਵੀਰ ਲੰਗਰ ਵਰਤਾਉਣ ਜਾਂਦੇ ਸੀ, ਅਸੀਂ ਲੰਗਰ ਵਾਲਿਆਂ ਨੂੰ ਰੋਕ ਰੋਕ ਕੇ ਥੱਕ ਜਾਣਾ ਵੀ ਇਸ ਪਾਸੇ 4 ਗੱਡੀਆਂ ਅੱਗੇ ਚਲੀਆਂ ਗਈਆਂ, ਤੁਸੀਂ ਫਿਰ ਇਸ ਪਾਸੇ ਨੂੰ ਤੁਰ ਪਏ ਹੋ, ਕੋਈ ਹੋਰ ਲੱਭ ਲਓ ਜਗ੍ਹਾ, ਜਾਂ ਜਿੱਥੇ ਕੋਈ ਲੋੜਵੰਦ ਆ ਉੱਥੇ ਕਰ ਲਓ। ਪਰ ਬਹੁਤਾਤ ਵਿੱਚ ਲੋਕਾਂ ਦਾ ਜਿਹੜੀ ਸੁਭਾਅ ਆ ਉਹ ਇਹੀ ਹੈ ਕਿ ਮੈਂ ਪਿੱਛੇ ਨਾ ਰਹਿ ਜਾ। ਲੋਕ ਮੈਨੂੰ ਜਲਦੀ ਤੋਂ ਜਲਦੀ ਮੇਰੀਆਂ ਫੋਟੋਆਂ ਨੈਟ ਤੇ ਪਾਉਣੀਆਂ, ਫਿਰ ਚੱਕ ਚੱਕ ਕੇ ਉਹਦੇ ਬਣਾ ਕੇ ਗਰੁੱਪ ਬਣਾ ਕੇ ਗਰੁੱਪਾਂ 'ਚ ਫੋਟੋ ਸਿੱਟਣੀਆਂ। ਜਿੰਨੀ ਜਲਦੀ ਤੋਂ ਜਲਦੀ ਮੇਰੀ ਜਾਣਕਾਰੀ ਅੱਗੇ ਮੇਰੀ ਲੋਕਾਂ ਨੂੰ ਪਤਾ ਲੱਗ ਜੇ ਕਿ ਮੈਂ ਵੀ ਇੱਕ ਲੰਗਰ ਲਗਾਇਆ। ਸੋ ਭਾਈ ਸਾਹਿਬ ਤੁਸੀਂ ਇਹ ਦੱਸ ਰਹੇ ਆ, ਤੁਹਾਡੇ ਮੈਨੂੰ ਇਹ ਸਮਝ ਆ ਰਹੀ ਹੈ ਕਿ ਵੀ ਬਜਾਏ ਲੰਗਰ ਨੇ ਸਾਡੇ ਹਉਮੈ ਦੂਰ ਕਰਦੇ, ਅੱਜ ਕੱਲ ਦੇ ਲੰਗਰ ਨੇ ਸਗੋਂ ਹਉਮੈ ਵਧਾ ਰਿਹਾ। ਸਾਡੇ ਕੰਪੀਟੀਸ਼ਨ ਜਿਵੇਂ ਕਹਿੰਦੇ ਦਿਖਾਵੇਬਾਜ਼ੀ ਤੇ ਇਹੋ ਜਿਹੀਆਂ ਚੀਜ਼ਾਂ ਵੱਧ ਰਹੀਆਂ ਨੇ, ਬਜਾਏ ਇਹਦੇ ਕਿ ਲੰਗਰ ਦਾ ਜਿਹੜਾ ਸਹੀ ਪਰਪਸ ਸੀਗਾ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ, ਉਸ ਤੋਂ ਅਸੀਂ ਦੂਰ ਚਲੇ ਗਏ ਹਾਂ। ਬਹੁਤ ਦੂਰ ਚਲੇ ਗਏ, ਹਾਂਜੀ ਬਹੁਤ ਦੂਰ ਚਲੇ ਗਏ। ਇਹਦੇ ਨਾਲ ਇੱਕ ਬੇਨਤੀ ਹੋਰ ਵੀ ਦੱਸਣ ਦੀ ਮੇਰੇ ਮਨ ਚੋਂ ਇੱਛਾ ਵਾ, ਹਾਂਜੀ, ਕਿ ਅਸੀਂ ਜਦੋਂ ਲੰਗਰ ਦੀ ਜਿਹੜੀ ਪ੍ਰਥਾ ਸੀ ਸਾਡੀ, ਇਹ ਹੌਲੀ ਹੌਲੀ ਸਤਿਗੁਰੂ ਜੀ ਨੇ ਸਾਨੂੰ ਸਮਝਾ ਸਮਝਾ ਕੇ ਗੁਰੂ ਘਰਾਂ ਵਿੱਚ ਲਾਈ ਸੀ ਵੀ ਜਿਹੜਾ ਕੋਈ ਲੋੜਵੰਦ ਜ਼ਰੂਰਤਮੰਦ ਭੁੱਖਾ ਉਸ ਜਗ੍ਹਾ ਤੇ ਪਹੁੰਚੇ ਤੇ ਉਹਨੂੰ ਲੰਗਰ ਛਕਾਇਆ ਜਾਵੇ। ਤੇ ਅਸੀਂ ਗੁਰੂ ਘਰਾਂ ਦੇ ਵਿੱਚੋਂ ਲੰਗਰ ਕੱਢ ਕੇ ਰੋਡਾਂ ਤੇ, ਜਿਵੇਂ ਹੁਣੇ ਹੀ ਵੀਰ ਧਰਮ ਸਿੰਘ ਜੀ ਹੁਣਾਂ ਨੇ ਆਪ ਜੀ ਨੂੰ ਦੱਸਿਆ ਬਈ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲੇ ਆਉਂਦੇ ਨੇ, ਉਹਨਾਂ ਦਿਨਾਂ ਦੇ ਵਿੱਚ ਇੰਨੇ ਕੁ ਲੰਗਰ ਲੱਗ ਜਾਂਦੇ ਨੇ ਰੋਡਾਂ ਦੇ ਉੱਪਰ, ਜਿਹਨੂੰ ਨਹੀਂ ਵੀ ਜ਼ਰੂਰਤ ਹੁੰਦੀ ਹੈ ਗੱਡੀਆਂ ਵਿੱਚ ਜਾਂਦੇ ਲੋਕਾਂ ਨੂੰ ਜ਼ਬਰਦਸਤੀ ਲੰਗਰ ਛਕਾਏ ਜਾਂਦੇ ਨੇ। ਇਹ ਵੀ ਸਾਡੀ ਇੱਕ ਅਗਿਆਨਤਾ ਹੋ ਗਈ ਆ ਵੀ ਅਸੀਂ ਇਹ ਨਹੀਂ ਵੇਖਣਾ ਕਿ ਉੱਥੇ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਏਡੇ ਵੱਡੇ ਸਾਕੇ ਕੀਤੇ ਨੇ, ਹੈ ਸ਼ਹਾਦਤ, ਪਰ ਅਸੀਂ ਜਲੇਬੀਆਂ ਪਕੌੜੇ ਉੱਥੇ ਉਹ ਲੰਗਰ ਲਾਉਣੇ ਜਿਹੜੇ ਵਿਆਹਾਂ ਸ਼ਾਦੀਆਂ ਮੌਕੇ ਲੱਗਦੇ ਆ, ਵਿਆਹਾਂ ਸ਼ਾਦੀਆਂ ਨਾਲੋਂ ਵੀ ਕਦੇ ਕਦੇ ਚੰਗੇ। ਇਸ ਚੀਜ਼ ਵੱਲ ਸਾਨੂੰ, ਹਾਂ, ਜਿਹੜਾ ਸਾਨੂੰ ਉਸ ਸਮੇਂ ਉੱਪਰ ਬੈਠ ਕੇ ਉਹਨਾਂ ਦੀ ਪਿਆਰੀ ਪਿਆਰੀ ਯਾਦ ਵਿੱਚ ਬੈਠ ਕੇ ਕੁਝ ਘੜੀਆਂ ਉਹਨਾਂ ਦੀਆਂ ਪਿਆਰ ਦੀਆਂ ਗੱਲਾਂ ਸੁਣਨੇ, ਬਚਨ ਸੁਣਨੇ, ਉਹਨਾਂ ਨੇ ਕਿਵੇਂ ਸ਼ਹਾਦਤ ਦਿੱਤੀ, ਉਹਨਾਂ ਦੇ ਅੰਦਰੋਂ ਕਿਵੇਂ ਪ੍ਰਗਟ ਹੋਈ ਹੈ, ਇਹ ਸਭ ਚੀਜ਼ਾਂ ਨੂੰ ਜਾਣਨ ਦੀ ਬਜਾਏ ਸਿਰਫ ਸਾਡਾ ਜ਼ੋਰ ਲੰਗਰ ਤੇ ਲੱਗਿਆ ਹੋਇਆ। ਇਹਦਾ ਕਾਰਨ ਕੀ ਹੈ, ਕਿਉਂ ਇਸ ਗੱਲ ਤਰ੍ਹਾਂ ਪੈ ਗਿਆ ਸੀ? ਇਹਦਾ ਜਿਹੜਾ ਮੂਲ ਕਾਰਨ ਹੈ, ਜ਼ਿਆਦਾ ਲੋਕਾਂ ਦੇ ਅੰਦਰੋਂ ਦਿਖਾਵਟੀਪਨ, ਕਿ ਮੈਂ ਉਸ ਚੀਜ਼ ਨੂੰ ਬਹੁਤ ਅੱਗੇ ਵੱਧ ਕੇ ਜਾਣਨਾ, ਇਹ ਦਿਖਾਵਟੀ ਹਉਮੈ ਦਾ ਹੀ ਜ਼ਿਆਦਾ ਵੱਡਾ ਚੱਕਰ ਪਿਆ। ਮੈਂ ਇੱਥੇ ਇੱਕ ਵਚਨ ਆਪ ਜੀ ਨੂੰ ਨਾਲ ਇਹਦੇ ਨਾਲ ਹੀ ਸਾਂਝੀ ਕਰਨ ਦੀ ਇੱਛਾ ਰੱਖਦਾ ਹਾਂ ਕਿ ਮੈਂ ਕਿਤਾਬਾਂ ਲਿਖਣ ਕਰਕੇ ਕਈ ਵੀਰਾਂ ਕੋਲੇ ਸਾਨੂੰ ਜਾਣ ਦਾ ਮੌਕਾ ਲੱਗਦਾ। ਇਹਦੇ ਲੰਗਰ ਦੇ ਨਾਲ ਨਾਲ ਇੱਕ ਸਬਜੈਕਟ ਹੋਰ ਵੀ ਨਾਲ ਬਹੁਤ ਜ਼ਰੂਰੀ ਹੈ ਜਿਹੜਾ ਦੱਸਣਾ, ਜਿਹੜਾ ਸਾਡੇ ਅੰਦਰ ਇਸ ਮੌਕੇ ਕੌਮ ਦੇ ਅੰਦਰ ਬੜੀ ਭਾਰੀ ਬਿਮਾਰੀ ਪਈ ਆ। ਮੈਂ ਲੁਧਿਆਣੇ ਇੱਕ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦੀ ਸੇਵਾ ਕਰਦਾ ਸੀ, ਉੱਥੇ ਗੁਰਦੁਆਰਾ ਸਾਹਿਬ ਦੀ ਪਾਲਕੀ ਬਣਾਈ ਤੇ ਇੱਕ ਵੀਰ ਆਇਆ ਤੇ ਉਹ ਕਹਿੰਦਾ ਵੀ ਪਾਲਕੀ ਸਾਰੀ ਤੇ ਸੋਨਾ ਲੱਗਣਾ ਚਾਹੀਦਾ। ਤੇ ਉਦੋਂ ਸੋਨਾ ਕਰੀਬਨ 40-4500 ਰੁਪਏ ਇੰਡੀਆ ਦੇ ਤੋਲਾ ਸੀਗਾ, ਤੇ ਉਦੋਂ ਸੋਨਾ 1 ਕਰੋੜ 8 ਲੱਖ ਦਾ ਲੱਗਣਾ ਸੀ ਉਹਦੇ ਤੇ 1 ਕਰੋੜ 8 ਲੱਖ ਦਾ ਉਹ ਸੋਨਾ ਲਾਉਣ ਨੂੰ ਤਿਆਰ ਹੋ ਗਿਆ। ਪਰ ਜਿਹੜਾ ਗੁਰਦੁਆਰਾ ਦਾ ਪ੍ਰਧਾਨ ਸੀ ਉਹ ਥੋੜਾ ਜਿਹਾ ਦੂਜੇ ਸੁਭਾਅ ਦਾ ਬੰਦਾ ਸੀ,
ਉਹ ਕਹਿੰਦਾ ਨਹੀਂ ਨਹੀਂ, ਮੈਂ ਨਹੀਂ ਇੰਨਾ ਸੋਨਾ ਲੱਗਣ ਦੇਣਾ ਤੇਰਾ ਇੱਥੇ, ਤੂੰ ਸੋਨਾ ਇੱਥੇ ਲਾਇਆ, ਮੈਂ ਰਾਖੀ ਕੌਣ ਰੱਖੂਗਾ, ਮੈਨੂੰ ਤਾਂ ਇੱਥੇ 10 ਬੰਦੇ ਬਿਠਾਉਣੇ ਪੈਣੇ ਆ ਰਾਖੀ ਵਾਸਤੇ। ਤੇ ਉਹਨੇ ਸੋਨਾ ਲੱਗਣ ਨਾ ਦਿੱਤਾ। ਤੇ ਮੇਰੇ ਮਨ 'ਚੋਂ ਆਵਾਜ਼ ਆਈ, ਜਿਹੜਾ ਬੰਦਾ 1 ਕਰੋੜ 8 ਲੱਖ ਰੁਪਈਆ ਖਰਚ ਕਰ ਰਿਹਾ, ਇਹਨੂੰ ਮੇਰੀਆਂ ਉਹਨਾਂ ਦਿਨਾਂ 'ਚ ਕਿਤਾਬਾਂ 5 ਪਿਆਰਿਆਂ ਤੇ ਚੱਲੀ ਜਾ ਰਹੀਆਂ ਸੀ, ਮੈਂ ਕਿਹਾ ਇਹਨੂੰ ਬੇਨਤੀ ਕਰਾਂਗੇ 30-40 ਹਜ਼ਾਰ ਰੁਪਈਆ ਸਾਡੀ ਕਿਤਾਬ ਤੇ ਲੱਗਦਾ, ਇਹ ਕਿਤਾਬ ਦੀ ਸੇਵਾ ਤਾਂ ਲੈ ਹੀ ਲਵੇਗਾ ਨਾ। ਤੇ ਮੈਂ ਉਹਦੇ ਘਰ ਪਹੁੰਚਿਆ ਤੇ ਉਹਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ। ਉਹ ਵੀਰ ਜੀ ਮੈਨੂੰ ਦੇਣਾ ਚਾਹੁੰਦਾ ਸੀ 500 ਰੁਪਈਆ। ਉਹਦੀ ਵਾਈਫ ਨੇ ਥੋੜਾ ਜਿਹਾ ਦਬਾਅ ਮਾਰਿਆ, ਕਿਹਾ ਵੀ ਸ਼ਰਮ ਕਰੋ, ਆਪਣੇ ਗੁਰਦੁਆਰਾ ਸਾਹਿਬ ਦੇ ਇਹ ਹੈਡ ਰਾਗੀ ਨੇ ਤੇ ਇਹਨਾਂ ਦੇ ਕੋਲੋਂ ਆਪਾਂ 500 ਰੁਪਇਆ, ਤੁਸੀਂ 1100 ਰੁਪਇਆ ਤਾਂ ਘੱਟੋ ਘੱਟ ਦੇਵੋ। ਫਿਰ ਉਸ ਬੰਦੇ ਨੇ 1100 ਰੁਪਈਆ ਸਾਡੀਆਂ ਕਿਤਾਬਾਂ ਵਾਸਤੇ, ਜਿਹੜੀਆਂ ਅਸੀਂ ਲਿਖਦੇ ਹਾਂ, ਇਹ ਗੁਰਬਾਣੀ ਪ੍ਰਚਾਰ ਸੇਵਾ ਸੰਸਥਾ ਬਣਾਈ ਹੈ, ਉਹਦੇ ਜਰੀਏ ਅਸੀਂ ਕਿਤਾਬਾਂ ਛਪਦੀਆਂ ਨੇ, ਤਾਂ ਉਹ ਸੰਸਥਾ ਵਾਸਤੇ ਉਹਨੇ 1100 ਰੁਪਇਆ ਦਿੱਤਾ। ਉਧਰ 1 ਕਰੋੜ 8 ਲੱਖ ਰੁਪਈਆ ਸੋਨੇ ਦਾ ਲਾਉਣ ਨੂੰ ਤਿਆਰ ਸੀ। ਆਹ ਸਾਡੇ ਅੰਦਰ ਜਿਹੜੀ ਵੱਡੀ ਬਿਮਾਰੀ ਆ ਵੀ ਸੋਨੇ ਦੀ ਪਾਲਕੀ ਮੈਂ ਲਾ ਦੂੰਗਾ ਤੇ ਮੇਰਾ ਉੱਪਰ ਨਾਂ ਲਿਖਿਆ ਹੋਊਗਾ ਵੀ ਸਾਡੇ ਪਰਿਵਾਰ ਵੱਲੋਂ ਇਹ ਲੱਗੀ ਹੈ ਜੀ, ਪਾਲਕੀ ਦੇ ਉੱਪਰ ਨਾਂ ਲਿਖਿਆ ਮੇਰਾ ਹੋਊਗਾ। ਨਾਂ ਲੱਭਣਾ ਸੀ ਗੁਰੂ ਦਾ, ਨਾਂ ਲੱਭਣਾ ਸੀ ਉੱਥੋਂ ਕੋਈ ਚੰਗੀ ਸਿੱਖਿਆ ਦਾ, ਪਰ ਨਾਂ ਲੱਭਿਆ ਗਿਆ ਉੱਥੇ ਆਪਦੀ ਹਉਮੈ ਨੂੰ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਸਿਰ ਦੇ ਉੱਪਰ ਬਿਠਾਉਣ ਦਾ ਲੋਕਾਂ ਦਾ ਯਤਨ ਆ। ਇਸ ਤਰ੍ਹਾਂ ਦੀ ਸਾਡੀ ਸੋਚ ਬਣ ਚੁੱਕੀ ਹੈ। ਇਹ ਸਾਡੀ ਸੋਚ ਬੜੇ ਅਫਸੋਸ ਦੀ ਗੱਲ ਹੈ ਜੀ, ਇਹ ਬਹੁਤ ਅਫਸੋਸ ਦੀ ਗੱਲ ਹੈ। ਗਿਆਨੀ ਧਰਮ ਸਿੰਘ ਜੀ, ਤੁਹਾਡਾ ਕੀ ਖਿਆਲ ਹੈ ਇਹਨਾਂ ਚੀਜ਼ਾਂ ਬਾਬਤ? ਵੀਰ ਬਲਵੰਤ ਸਿੰਘ ਜੀ ਹੋਰਾਂ ਨੇ ਬਹੁਤ, ਬੇਅੰਤ ਸਿੰਘ ਜੀ ਹੋਰਾਂ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ। ਸੱਚਾਈ ਆ ਇਹ ਕਿ ਸਾਰਾ ਦਾ ਸਾਰਾ ਜ਼ੋਰ ਜਿਹੜਾ ਹਉਮੈ ਦੇ ਕਾਰਨ ਹੀ ਲੱਗ ਰਿਹਾ, ਕਿਉਂਕਿ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਾਨੂੰ ਬੜੇ ਬਿਮਾਰੀਆਂ ਦਾ ਜ਼ਿਕਰ ਕੀਤਾ ਆ ਤੇ ਉਹਦੇ ਵਿੱਚ ਸਭ ਤੋਂ ਵੱਡਾ ਰੋਗ ਜਿਹੜਾ ਹਉਮੈ ਨੂੰ ਕਿਹਾ ਆ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਤੇ ਇਸ ਨੂੰ ਦੂਰ ਕਰਨ ਵਾਸਤੇ ਹਉਮੈ ਜਿਹੜੀ ਆ ਇਹ ਉੱਚੀ ਜਾਤ ਦੀ ਹੋ ਜਾਂਦੀ ਆ, ਹਉਮੈ ਵਿਦਵਤਾ ਦੀ ਹੋ ਜਾਂਦੀ ਆ, ਹਉਮੈ ਆਪਣੀ ਸ਼ਕਤੀ ਦੀ ਹੋ ਜਾਂਦੀ ਆ, ਹਉਮੈ ਦਾਨ ਦੀ ਹੋ ਜਾਂਦੀ ਆ। ਤੇ ਜਿਹੜੇ ਵੀ ਕੰਮ ਦੇ ਵਿੱਚ ਹਉਮੈ ਆਉਂਦੀ ਆ ਉਹ ਮਨੁੱਖ ਦਾ ਵਿਅਰਥ ਜਾਂਦਾ। ਸਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਬਚਨ ਬੜੇ ਯਾਦ ਕਰਕੇ ਤੇ ਚੇਤੇ ਕਰਦੇ ਰਹਿਣਾ ਚਾਹੀਦਾ ਕਿ ਤੀਰਥ ਬਰਤ ਅਰ ਦਾਨ ਕਰ, ਮਨ ਮਹਿ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸਨਾਨ। ਤੇ ਇਸ ਕਰਕੇ ਜਿਹੜਾ ਗੁਰੂ ਕੇ ਚਰਨਾਂ ਦੇ ਵਿੱਚ ਆਪਣੇ ਵੱਲੋਂ ਤਿਲ ਫੁੱਲ ਭੇਟ ਆ, ਉਹ ਗੁਰੂ ਦੇ ਦਿੱਤੇ ਤੋਂ ਹੀ ਦਿੱਤਾ ਸਮਝ ਕੇ ਬਾਬਾ ਕਬੀਰ ਜੀ ਦੀ ਬਾਣੀ ਚੋਂ ਸਲੋਕ ਆ ਉਹਨਾਂ ਦਾ ਬੜਾ ਪਿਆਰਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਤੇ ਬੜਾ ਆਪਣੇ ਆਪ ਨੂੰ ਸਗੋਂ ਹਉਮੈ ਤੋਂ ਬਚਾਉਣ ਵਾਸਤੇ ਹੀ ਹੈ ਸਾਰਾ ਕੁਝ, ਵੀ ਸੇਵਾ ਕਰਨੀ ਹੱਥੀਂ। ਸਭ ਤੋਂ ਵੱਡੀ ਸੇਵਾ ਜਿਹੜੀ ਆ ਲੰਗਰ ਦੇ ਵਿੱਚ ਆਟਾ ਦਾਲ ਇਹੋ ਜਿਹੀਆਂ ਚੀਜ਼ਾਂ ਦੇਣੀਆਂ ਤੇ ਹੈਗੀਆਂ ਹੀ ਆ ਚਲੋ, ਪਰ ਇਹਦੇ ਤੋਂ ਵੱਡੀ ਸੇਵਾ ਹੱਥੀਂ ਸੇਵਾ ਕਰਨ ਦੀ ਆ। ਮੈਂ ਕਈ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਉਦਾਹਰਨਾਂ, ਕਹਿੰਦੇ ਨੇ ਕਿ ਬਾਬਾ ਆਲਾ ਸਿੰਘ ਜਿਹੜੇ ਆਪਣੇ ਹੱਥੀਂ ਲੰਗਰ ਦੀ ਸੇਵਾ ਕਰਿਆ ਕਰਦੇ ਸੀ, ਪੁਰਾਣੇ ਗੁਰਸਿੱਖ ਅਕਸਰ ਕਰਦੇ ਸੀ। ਤੇ ਉਹਨਾਂ ਦੇ ਜਿਹੜੇ ਧਰਮ ਪਤਨੀ ਸੀਗੀ ਮਾਤਾ ਫਤਿਹ ਕੌਰ, ਉਹ ਵੀ ਲੰਗਰ ਦੀ ਸੇਵਾ ਕਰਦੇ ਹੁੰਦੇ ਸੀ। ਤੇ ਇੱਕ ਦਿਨ ਕਹਿੰਦੇ ਕਿਸੇ ਇੱਕ ਸਿੱਖ ਨੂੰ ਪਤਲੀ ਦਾਲ ਪੈ ਗਈ ਉਹਨਾਂ ਕੋਲੋਂ, ਜਾਂ ਜਾਣ ਬੁੱਝ ਕੇ ਤੇ ਮੈਨੂੰ ਨਹੀਂ ਲੱਗਦਾ ਕੀਤਾ ਹੋਊਗਾ, ਤੇ ਕਈ ਵਾਰ ਉਦਾਂ ਹੀ ਕੜਛੀ ਨਹੀਂ ਮਾਰੀ ਜਾਂਦੀ ਉੱਪਰੋਂ ਪੈ ਗਈ ਹੋਊ। ਤੇ ਉਹ ਸਿੱਖ ਨੂੰ ਗੁੱਸਾ ਚੜਿਆ ਤੇ ਉਹਨੇ ਉਹ ਔਖਾ ਹੋ ਕੇ ਬੋਲਿਆ ਕਿ ਮੈਂ ਇਹਨੂੰ ਕੀ ਕਰਾਂ ਇਹ ਦਾਲ ਨੂੰ। ਤੇ ਉਹ ਮਾਈ ਨੂੰ ਵੀ ਗੁੱਸਾ ਆ ਗਿਆ ਤੇ ਕਹਿੰਦੀ ਮੇਰੇ ਸਿਰ 'ਚ ਪਾ ਦੇ। ਉਹਨੇ ਉਹ ਤੱਤੀ ਤੱਤੀ ਦਾਲ ਮਾਤਾ ਦੇ ਸਿਰ 'ਚ ਪਾ ਦਿੱਤੀ। ਤੇ ਉਹ ਮਾਤਾ ਕਹਿੰਦੀ ਵੀ ਬਾਬਾ ਆਲਾ ਸਿੰਘ ਨੂੰ ਵੀ ਮੈਂ ਨਹੀਂ ਲੰਗਰ ਦੀ ਸੇਵਾ ਕਰਿਆ ਕਰਨੀ, ਮੈਂ ਨਹੀਂ ਵਰਤਾਇਆ ਕਰਨਾ, ਵੀ ਮੇਰੀ ਬੇਅਦਬੀ ਕੀਤੀ ਆ। ਤੇ ਬਾਬਾ ਆਲਾ ਸਿੰਘ ਕਹਿੰਦੇ ਕਿ ਆ ਜਿਹੜਾ ਰਾਜ ਭਾਗ ਸਾਨੂੰ ਮਿਲਿਆ ਇਸ ਸੇਵਾ ਦੇ ਵਿੱਚੋਂ ਮਿਲਿਆ, ਤੇ ਸੇਵਾ ਨਹੀਂ ਛੱਡਣੀ, ਨਿਮਰਤਾ ਦੇ ਵਿੱਚ ਰਹਿ ਕੇ ਜਿਹੜੀ ਸੇਵਾ ਕਰਨੀ ਚਾਹੀਦੀ ਆ। ਤੇ ਇਸ ਕਰਕੇ ਜਿਹੜਾ ਸੇਵਾ ਕਰਨ ਵਾਲਾ ਉਹ ਪਹਿਲੀ ਗੱਲ ਤੇ ਵੀ ਜਿਵੇਂ ਪਹਿਲੋਂ ਵਿਚਾਰਾਂ ਕਰ ਰਹੇ ਸਰਦਾਰ ਜਗਤਾਰ ਸਿੰਘ ਜੀ ਹੋਰਾਂ ਵੀ ਕੀਤੀ, ਤੁਸਾਂ ਵੀ ਕੀਤੀ, ਸਰਦਾਰ ਬੇਅੰਤ ਸਿੰਘ ਜੀ ਨੇ ਵੀ ਗੱਲ ਕੀਤੀ ਆ
ਵੀ ਲੋੜਵੰਦ ਦੀ ਲੋੜ ਪੂਰੀ ਕਰਨ ਵਾਸਤੇ ਆ, ਨਾ ਕਿ ਵਿਖਾਵੇ ਲਈ ਤੇ ਦਿਖਾਵੇ ਵਾਸਤੇ ਤੇ ਹਉਮੈ ਨੂੰ ਵਧਾਉਣ ਵਾਸਤੇ ਆ। ਤੇ ਇਸ ਕਰਕੇ ਉੱਥੇ ਜਿੱਥੇ ਲੋੜ ਹੁੰਦੀ ਆ ਉੱਥੇ ਬਹੁਤੇ ਪਦਾਰਥ ਬਣਾਉਣ ਦੀ ਨਹੀਂ ਹੁੰਦੀ। ਹੁਣ ਇੰਨੇ ਲੋਕ ਜਿਵੇਂ ਜਾ ਰਹੇ ਆ ਮਜ਼ਦੂਰ ਇੱਕ ਦੂਸਰੀਆਂ ਸਟੇਟਾਂ ਤੋਂ, ਤੇ ਉਹਨਾਂ ਵਿਚਾਰਿਆਂ ਨੂੰ ਇਕੱਲੇ ਇੱਕ ਤੇ ਲੰਗਰ ਦੀ ਲੋੜ ਹੈਗੀ, ਜਿੱਥੇ ਹੈਗੀ ਆ ਉਹ ਕਈ ਭੁੱਖੇ। ਇੱਕ ਦਿਨ ਮੈਂ ਕੱਲ ਇੱਕ ਵੀਡੀਓ ਦੇਖੀ, ਇੱਕ ਮਰਿਆ ਹੋਇਆ ਕੁੱਤਾ ਐਕਸੀਡੈਂਟ ਨਾਲ ਉਹਨੂੰ ਖਾਣ ਲੱਗਾ ਬੰਦਾ। ਤੇ ਦੇਖੋ ਉਹੋ ਕਿੰਨੀ ਜਿਹੇ ਅਫਸੋਸ ਦੀ ਕਿੰਨੀ ਹਾਂ ਅਫਸੋਸ ਉਹੋ ਦੀ ਜਿਹੇ ਗੱਲ ਹੈ ਕਿ ਕਿੱਥੋਂ ਤੱਕ ਮਤਲਬ ਗੁਰਬਤ ਹਾਂਜੀ ਪੈਦਾ ਹੋ ਗਈ ਹੈ। ਉਹੋ ਜਿਹੇ ਨੂੰ ਲੰਗਰ ਛਕਾਉਣਾ ਤੇ ਬੜਾ ਵੱਡਾ ਪੁੰਨ ਆ। ਪਰ ਕੋਈ ਸ਼ੱਕ ਰੱਜਿਆਂ ਨਹੀਂ ਨੂੰ ਇਹਦੇ ਰਜਾਣ, ਫਿਰ ਉਹਨਾਂ ਨੂੰ ਕੱਲੀ ਇਹ ਨਹੀਂ, ਉਹਨਾਂ ਨੂੰ ਕਿਸੇ ਨੂੰ ਕੋਈ ਪੈਸੇ ਦੇ ਕੇ ਤੇ ਕੋਈ ਗੱਡੀ ਕਰ ਦੇਣ ਕਿਰਾਏ ਤੇ, ਵਿਚਾਰੇ ਆਪਣੇ ਘਰਾਂ 'ਚ ਪੁੱਜ। ਬਿਲਕੁਲ ਨਿੱਕੇ ਸਹੀ ਗੱਲ ਤੁਹਾਡੀ। ਨਿੱਕੇ ਨਿੱਕੇ ਬੱਚੇ ਜਿਹੜੇ ਆ ਭੁੱਖ ਨਾਲ ਵਿਲਕਦੇ, ਨੰਗੇ ਪੈਰੀਂ ਕਈ ਬੱਚੇ ਹਾਂਜੀ ਤਪਦੀ ਸੜਕ ਦੇ ਉੱਪਰ ਤੁਰਦੇ ਤੇ ਠੀਕ ਹੈ ਗੱਲ ਤੁਹਾਡੀ। ਸਰਦਾਰ ਬੜਾ ਜਗਤਾਰ ਸਿੰਘ ਤੁਸੀਂ ਹਾਂ ਐਕਸਕਿਊਜ਼ ਮੀ, ਤੁਸੀਂ ਕੋਈ ਚੀਜ਼ ਐਡ ਕਰਨੀ ਚਾਹੋ? ਨਹੀਂ, ਮੈਂ ਪਹਿਲਾਂ ਜਿਵੇਂ ਅਰਜ਼ ਕੀਤੀ ਹੈ ਵੀ ਆਪਣੇ ਧਰਮ ਸਿੰਘ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਜਿਹੜਾ ਲੰਗਰ ਦੀ ਕਨਸੈਪਟ ਹੈਗੀ ਉਹ ਸਿੰਪਲੀਸਿਟੀ ਵਾਲੀ ਚਾਹੀਦੀ ਹੈ। ਤੇ ਦੂਜੀ ਗੱਲ ਚਾਹੀਦਾ ਹੈ ਜਿਹਨੂੰ ਲੋੜ ਹੈ ਉਹਨੂੰ ਲੰਗਰ ਹੋਵੇ, ਨਾ ਕਿ ਕਈ ਤਾਂ ਹਾਂਜੀ, ਪਰ ਜ਼ਬਰਦਸਤੀ ਉਹ ਤਾਂ ਗੱਲ ਤੁਹਾਡੀ ਠੀਕ ਹੈ, ਪਰ ਅਸੀਂ ਗਲਤ ਰਾਹ ਕਿਵੇਂ ਪੈ ਗਏ? ਮੇਰਾ ਸਵਾਲ ਇਹ ਮੈਂ ਹੈ। ਗਲਤ ਇੱਥੇ ਹੋਣ ਥੋੜੀ ਜਿਹੀ ਕਰਕੇ ਜਿਹੜੀ ਮੈਂ ਥੋੜਾ ਜਿਹਾ ਬਚਨ ਇੱਥੇ ਸਰਦਾਰ ਧਰਮ ਸਿੰਘ ਜੀ ਉਹਨਾਂ ਦੇ ਵਿਚਾਰ ਨਾਲ ਹਾਂਜੀ ਤੁਰਦਿਆਂ ਹੋਇਆਂ ਇਸ ਵਿਚਾਰ ਨੂੰ ਥੋੜਾ ਜਿਹਾ ਹੋਰ ਅਗੇਤਰ ਵੱਲ ਤੋਰਨ ਦੀ ਇੱਛਾ ਰੱਖਦਾ ਹਾਂ। ਇਸ ਨੂੰ ਵੀ ਜਿਹੜੇ ਹੁਣ ਦੀ ਗੱਲ ਇਹੀ ਹੈ, ਜਿਹੜੇ ਲੋਕ ਮਜ਼ਦੂਰ ਰੋਡਾਂ ਦੇ ਉੱਪਰ ਜਾ ਰਹੇ ਨੇ ਉਹਨਾਂ ਦੇ ਪ੍ਰਤੀ ਮੇਰੇ ਇੱਕ ਦੋਸਤ ਨੇ ਇੱਥੇ ਰਹਿੰਦੇ ਨੇ ਅੰਬਾਲੇ ਵਿੱਚ, ਤੇ ਉਹਨਾਂ ਦੇ ਮਨ ਚੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਵੀ ਇੰਨੀ ਦੁਨੀਆ ਤੁਰੀ ਜਾ ਰਹੀ ਆ, ਵੀ ਤੁਹਾਡੇ ਵੱਲੋਂ ਕੀ ਇਹਦਾ ਕੀ ਰਿਜ਼ਲਟ, ਕੀ ਲੋਕ ਭੁੱਖੇ ਤੁਰੇ ਜਾ ਰਹੇ, ਕਹਿੰਦੇ ਬੜਾ ਰੌਲਾ ਪੈ ਰਿਹਾ, ਅਸੀਂ ਦੇਖ ਰਹੇ ਬੱਚੇ ਤੁਰੇ ਜਾ ਰਹੇ ਨੇ, ਵੀ ਤੁਹਾਡੀ ਕੀ ਸੋਚ ਆ? ਉਹ ਕਹਿੰਦਾ ਵੀ ਮੈਂ ਵੀ ਲੰਗਰ ਬਣਾ ਕੇ ਤਿਆਰ ਕਰਕੇ ਲਗਿਆ ਸੀ, ਪਰ ਮੈਂ ਉਹਨਾਂ ਨੂੰ ਖਵਾਇਆ ਨਹੀਂਗਾ। ਜਿਹੜੇ ਬੰਦੇ ਜਾ ਰਹੇ ਸੀ ਰੋਡ ਦੇ ਉੱਪਰ ਸੀ ਉਹ ਭੁੱਖੇ, ਪਰ ਮੈਂ ਉਹਨਾਂ ਨੂੰ ਲੰਗਰ ਖਵਾਇਆ ਨਹੀਂ। ਮੈਂ ਕਿਹਾ ਵੀ ਤੁਸੀਂ ਫਿਰ ਲੰਗਰ ਖਵਾਇਆ ਕਿਹਨੂੰ ਜਿਹੜਾ ਬਣਾ ਕੇ ਲਗਾਏ ਸੀਗੇ? ਉਹਨਾਂ ਦੀ ਵਿਚਾਰ ਸੁਣਨ ਵਾਲੀ ਹੈ, ਜਿਸ ਤੋਂ ਸਾਨੂੰ ਬਹੁਤ ਸੋਹਣੀ ਵਧੀਆ ਇੱਕ ਚੰਗੀ ਸਿਹਤ ਮਿਲ ਸਕਦੀ ਆ। ਨੰਬਰ 1 ਦੇ ਉੱਪਰ ਗੌਰਮੈਂਟ ਨੇ ਤੇ ਆਮ ਸੰਸਥਾਵਾਂ ਨੇ ਇੰਨਾ ਲੰਗਰ ਤਿਆਰ ਕਰਕੇ ਰੋਟੀ ਵੱਲੋਂ ਕੋਈ ਬੰਦਾ ਭੁੱਖਾ ਨਹੀਂ ਮਰਿਆ ਪੂਰੇ ਪੰਜਾਬ ਦੇ ਅੰਦਰ। ਤੇ ਇਹ ਮੈਂ ਤੁਹਾਨੂੰ ਇੱਕ ਨਹੀਂ ਨੈਟ ਤੇ ਹਜ਼ਾਰਾਂ ਵੀਡੀਓ ਪਈਆਂ ਦਿਖਾ ਸਕਦੇ ਆ ਬਈ ਹਰ ਇੱਕ ਮਜ਼ਦੂਰ ਦੇ ਘਰੇ ਕਿਸੇ ਕੋਲੇ ਰਾਸ਼ਨ ਇੱਕ ਵਾਰੀ ਨਹੀਂ 10-10 ਵਾਰੀ ਰਾਸ਼ਨ ਪਹੁੰਚ ਗਿਆ। ਐਸੇ ਵੀ ਬੰਦਿਆਂ ਨੂੰ ਅਸੀਂ ਘਰ ਜਾ ਕੇ ਛਾਪੇ ਮਾਰ ਕੇ ਦੇਖੇ ਆ ਜਿਹੜੇ 1 ਸਾਲ ਤੱਕ ਰਾਸ਼ਨ ਸੰਭਾਲੀ ਬੈਠੇ ਆ। ਇੱਥੇ ਗੱਲ ਸਮਝਣੀ ਆ ਜਿਹੜੀ ਉਹ ਇਹ ਹੈ ਵੀ ਲੋਕ ਐਵੇਂ ਹੀ ਆਪਦੇ ਘਰਾਂ ਨੂੰ ਟਿੰਡ ਫੋੜੀ ਚੱਕੀ ਤੇ ਚੁੱਕ ਕੇ ਰੋਡ ਦੇ ਉੱਪਰ ਤੁਰ ਪਏ। ਹੁਣ ਜਿਹੜੇ ਮੇਰੇ ਦੋਸਤ ਨੇ ਲੰਗਰ ਛਕਾਇਆ, ਲੰਗਰ ਬਣਾਇਆ ਤੇ ਲੈ ਕੇ ਗਿਆ, ਤੇ ਉਹਨਾਂ ਨੂੰ ਲੰਗਰ ਛਕਾਇਆ ਨਹੀਂ ਤੇ ਫਿਰ ਛਕਾਇਆ ਕਿਹਨੂੰ? ਆਹ ਗੱਲ ਉਹਦੀ ਧਿਆਨ ਨਾਲ ਸੁਣਨ ਵਾਲੀ ਜਿਹੜੀ ਮੈਨੂੰ ਉਹਨਾਂ ਨੇ ਦੱਸੀ ਵੀ ਮੈਂ ਕਿਹਨੂੰ ਛਕਾਇਆ ਲੰਗਰ। ਉਹ ਕਹਿੰਦਾ ਵੀ ਜਿਹੜੇ ਬੰਦੇ ਤੁਰੇ ਜਾ ਰਹੇ ਸੀ ਮੈਂ ਗੱਡੀ ਰੋਕਦਾ ਸੀ, ਜਿਹੜੇ ਉਹ 'ਚ 3-4 ਬੱਚੇ ਹੁੰਦੇ ਸੀਗੇ ਉਹਨਾਂ ਨੂੰ ਮੈਂ ਬੱਚਿਆਂ ਨੂੰ ਕੇਵਲ ਲੰਗਰ ਦੇਣਾ, ਜਿਹੜੇ ਉਹਦੇ ਮਾਂ-ਬਾਪ ਹੁੰਦੇ ਸੀਗੇ ਉਹਨਾਂ ਨੂੰ ਕਹਿਣਾ ਪਾਸੇ ਹੋ ਕੇ ਬਹਿ ਜਾਓ, ਤੁਹਾਡੀ ਬੇਵਕੂਫੀ ਦੇ ਨਾਲ, ਤੁਹਾਡੀ ਇਹ ਅਨਪੜ੍ਹਤਾ ਕਰਕੇ ਇਹ ਬੱਚਿਆਂ ਨੂੰ ਸਿਰਫ ਮੈਂ ਪ੍ਰਸ਼ਾਦਾ ਦੇਣਾ, ਤੁਹਾਨੂੰ ਨਹੀਂ ਦੇਣਾ। ਤੁਸੀਂ ਐਵੇਂ ਉੱਠ ਕੇ ਤੁਰ ਪਏ ਹੋ। ਰੇਲ ਗੱਡੀਆਂ ਵੀ ਗੌਰਮੈਂਟ ਨੇ ਚਲਾਤੀਆਂ, ਬੱਸਾਂ ਵੀ ਚਲਾਤੀਆਂ, ਐਵੇਂ ਆਪ ਹੁਦਰੂਆਂ ਡੰਗਰੂਆਂ ਵਾਂਗੂ ਜਿਵੇਂ ਅਸੀਂ ਡਿਸਕਵਰੀ 'ਚ ਵੇਖਦੇ ਆ ਜਿਹੜੇ ਉਹ ਹੁੰਦੇ ਨੇ ਬੈਲ ਹੁੰਦੇ ਨੇ ਇੱਕ ਪਾਸੇ ਨੂੰ ਤੁਰ ਪੈਂਦੇ ਆ। ਲੋਕਾਂ ਦੀ ਵੀਰ ਜੀ ਅਨਪੜ੍ਹਤਾ, ਅਗਿਆਨਤਾ, ਕੋਈ ਲੰਗਰ ਦੀ ਘਾਟ ਨਹੀਂ, ਕਿਸੇ ਚੀਜ਼ ਦੀ ਘਾਟ ਨਹੀਂ, ਹਰ ਇੱਕ ਚੀਜ਼ ਦਾਲ ਪ੍ਰਸ਼ਾਦਾ ਬਹੁਤ ਖੁੱਲਾ, ਹਰ ਇੱਕ ਥਾਂ ਦੇ ਉੱਪਰ ਖੁੱਲਾ। ਪਰ ਉਹ ਮੂਰਖ ਲੋਕ, ਅਣਜਾਣ ਲੋਕ ਉਵੇਂ ਬੱਚਿਆਂ ਨੂੰ ਲੈ ਕੇ ਤੁਰ ਪਏ। ਉਹਨੇ ਜਿੰਨਾ ਲੰਗਰ ਵੀਰ ਜੀ ਨੇ ਸਾਡੇ ਅੰਬਾਲੇ ਵਾਲਿਆਂ ਨੇ ਛਕਾਇਆ, ਉਹ ਛੋਟੇ ਬੱਚੇ ਜਿਹੜੇ ਨੰਨੇ ਬੱਚੇ ਹੁੰਦੇ ਸੀਗੇ, ਤੇ ਇਹਨਾਂ ਦੀ ਮਜਬੂਰੀ ਆ ਹੁਣ ਮਾਂ-ਬਾਪ ਲੈ ਕੇ ਤੁਰ ਪਏ, ਉਹ ਤਾਂ ਜਵਾਬ ਵੀ ਨਹੀਂ ਦੇ ਸਕਦੇ। ਉਹਨੇ ਬੱਚਿਆਂ ਨੂੰ ਛਕਾਉਣਾ ਤੇ ਉਹਦੇ ਮਾਂ-ਬਾਪ ਨੂੰ ਕਹਿੰਦਾ ਮੈਂ ਬਿਠਾ ਦੇਣਾ ਪਾਸੇ ਵੀ ਤੁਸੀਂ ਭੁੱਖੇ ਮਰੋ, ਤੁਹਾਡੇ ਨਾਲ ਜੋ ਮਰਜ਼ੀ ਹੋਵੇ, ਕੇਵਲ ਮੈਂ ਬੱਚਿਆਂ ਦੇ ਉੱਪਰ ਤਰਸ ਕਰਨਾ ਵੀ ਜਿਨ੍ਹਾਂ ਨੂੰ ਤੁਸੀਂ ਨਾਲ ਲੈ ਕੇ ਤੁਰ ਪਏ। ਇਹ ਚੀਜ਼ਾਂ ਹਾਂ ਸਿਰਫ ਬੱਚਿਆਂ ਨੂੰ ਛਕਾਉਣਾ, ਬਾਕੀ ਕਹਿੰਦਾ ਮਾਂ-ਬਾਪ ਨੂੰ ਪਾਸੇ ਕਰ ਦੇਣਾ, ਬੱਚਿਆਂ ਨੂੰ ਭੋਜਨ ਛਕਾ ਕੇ ਫਿਰ ਅੱਗੇ ਤੁਰ ਪੈਣਾ, ਜਿੱਥੇ ਹੋਰ ਅੱਗੇ ਮੰਡਲੀ ਦੇਖਣੀ, ਬੱਚਿਆਂ ਨੂੰ ਵਿੱਚੋਂ ਲੈਣਾ ਕੱਢ ਤੇ ਉਹਦੇ ਮਾਂ-ਬਾਪ ਨੂੰ ਪਾਸੇ ਕਰ ਦੇਣਾ ਵੀ ਤੁਸੀਂ ਗਲਤੀ ਕਰ ਰਹੇ ਹੋ।
ਇਹ ਚੀਜ਼ਾਂ ਵੀ ਜਿਹੜੇ ਪੈਰ ਸਾੜਦੇ ਦਿਖਾਉਂਦੇ ਆ, ਹੋਰ ਕਰਦੇ ਦਿਖਾਉਂਦੇ ਆ, ਇਹ ਸਿਰਫ ਸਾਡੇ ਹਿੰਦੁਸਤਾਨ 'ਚ ਨਾਟਕ ਹੈ। ਇੱਕ ਗੱਲ ਇਹਦੇ ਨਾਲ ਹੀ ਹੋਰ ਜੋੜਨੀ ਆ, ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਘਾਟ ਹੈ, ਤੋਟ ਹੈ, ਅੰਦਰੋਂ ਅਸੀਂ ਪਰ ਉਪਕਾਰ ਕਰਕੇ, ਸੇਵਾ ਕਰਕੇ ਉਹਦਾ ਇਜ਼ਮ ਲੈਣਾ ਚਾਹੁੰਦੇ ਆ। ਆਹ ਗੱਲ ਤੁਹਾਡੇ ਧਿਆਨ 'ਚ ਲਿਆਉਣ ਵਾਲੀ ਬਹੁਤ ਜ਼ਰੂਰੀ ਆ। ਸੇਵਾ ਕਰਕੇ ਉਹਦਾ ਇਜ਼ਮ ਲੈਣਾ ਚਾਹੁੰਦੇ ਵੀ ਜਿਹੜੀ ਅਸੀਂ ਸੇਵਾ ਕੀਤੀ ਆ ਸਾਡੀ ਕੌਮ ਨੇ, ਉਹਦਾ ਇਜ਼ਮ ਸਾਨੂੰ ਦੇਵੋ। ਇਜ਼ਮ ਸੁਣਨ ਵਾਲੀ ਗੱਲ ਵੀ ਇਜ਼ਮ ਕਿਵੇਂ ਭਾਲਦੇ ਆ। ਹੁਣੇ ਹੀ ਬਿਹਾਰ ਦੇ ਵਿੱਚ ਇੱਕ ਥਾਂ ਦੇ ਉੱਪਰ ਸਰਦਾਰਾਂ ਦੇ ਟਰੱਕ ਆ ਰਹੇ ਸੀਗੇ, ਉਹ ਟਰੱਕਾਂ ਦੇ ਵਿੱਚ ਅਚਾਨਕ ਕਿਤੇ ਇੱਕ ਟਰੱਕ ਵਾਲੇ ਕੋਲੋਂ ਟਰੱਕ ਨੂੰ ਪਾਸ ਕਰਦਿਆਂ ਇੱਕ ਭਈਏ ਤੇ ਲੇਬਰ ਦੇ ਉੱਪਰ ਉਹ ਬੰਦੇ ਤੇ ਟਰੱਕ ਚੜ ਗਿਆ ਤੇ ਉਹਦੀ ਉੱਥੇ ਮੌਤ ਹੋ ਗਈ। ਤੇ ਉੱਥੋਂ ਦੀ ਲੇਬਰ ਨੇ ਸਾਰੀ ਨੇ ਜਿਉਂ ਉਹਨਾਂ ਟਰੱਕਾਂ ਨੂੰ ਰੋਕਿਆ ਤੇ ਘੱਟੋ ਘੱਟ 150 ਤੋਂ 200 ਟਰੱਕਾਂ ਦੇ ਸ਼ੀਸ਼ੇ ਤੋੜ, ਕਈ ਟਰੱਕਾਂ ਨੂੰ ਅੱਗ ਲਾ, ਬੱਸਾਂ ਨੂੰ ਅੱਗ ਲਾ। ਤੇ ਉੱਥੇ ਸਾਡੇ ਪੰਜਾਬੀਆਂ ਦੇ ਜਿਹੜੇ ਕਮੈਂਟ ਹੈ ਇਹਦੇ ਵਿੱਚ ਦੀ ਪੈ ਰਹੇ ਸੀ ਨਾ, ਜਿਹੜੇ ਉੱਥੇ ਡਰਾਈਵਰਾਂ ਦੇ, ਉਹ ਸੁਣਨ ਵਾਲੇ ਉਹ ਕਹਿੰਦੇ ਸੀਗੇ ਵੀ ਆਹ ਖਵਾ ਲਓ ਇਹਨਾਂ ਨੂੰ ਲੰਗਰ, ਸਾਨੂੰ ਇਹ ਅੱਗ ਲਾਈ ਜਾਂਦੇ ਨੇ। ਉਹਦੇ ਪ੍ਰਤੀ ਇੰਨੇ ਕਮੈਂਟ ਚੱਲੇ ਬਈ ਅਸੀਂ ਇਹਨਾਂ ਨੂੰ ਖਵਾ ਲਓ ਲੰਗਰ, ਆ ਦੇਖੋ ਸਾਡੇ ਟਰੱਕਾਂ ਨੂੰ ਅੱਗ ਲਾਈ ਜਾਂਦੇ ਆ। ਮਤਲਬ ਜਿਹੜਾ ਅਸੀਂ ਕੋਈ ਲੰਗਰ ਛਕਾਇਆ ਨਾ, ਉਹਦਾ ਇੱਜ਼ਤ ਭਾਲਦੇ ਆ ਵੀ ਜੇ ਸਾਡੇ ਕੋਲੋਂ ਗਲਤੀ ਵੀ ਹੋ ਜਾਵੇ, ਬਜਾਏ ਉਹਨਾਂ ਦੀ ਵੀ ਮੂਰਖਤਾ, ਜੇ ਕਿਸੇ ਕੋਲੋਂ ਜਾਣੇ ਅਣਜਾਣੇ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੇ ਇੰਨੇ ਬੰਦਿਆਂ ਨੂੰ ਹੋਰ ਸਜ਼ਾ ਦੇਣੀ, ਇਹ ਸਭ ਤੋਂ ਵੱਡੀ ਭਾਰੀ ਮੂਰਖਤਾ ਵਾ। ਉਹਦੇ ਨਾਲ ਸਾਡੇ ਬੰਦਿਆਂ ਦੀ ਗੱਲ ਅਗਲੀ ਮੈਂ ਜਦੋਂ ਸੁਣ ਰਿਹਾ ਸੀਗਾ, ਹਰ ਇੱਕ ਬੰਦਾ ਇਸ ਗੱਲ ਤੇ ਜ਼ੋਰ ਲਾਈ ਜਾਵੇ ਵੀ ਖਵਾ ਲਓ ਇਹਨਾਂ ਨੂੰ ਲੰਗਰ, ਤਾਂ ਲਾ ਲਓ ਤੁਸੀਂ ਆਹ ਚੀਜ਼ ਵੀ ਅਸੀਂ ਲੰਗਰ ਥੋੜਾ ਜਿਹਾ ਇਹਨੂੰ, ਵੈਸੇ ਤਾਂ ਗਿਆਨੀ ਧਰਮ ਸਿੰਘ ਜੀ ਸਾਡੇ ਵਿਦਵਾਨ ਨੇ, ਇਹ ਜਾਣਦੇ ਨਹੀਂ ਵੀ ਜਿਹੜਾ ਉਹ ਗੁਰੂ ਨਾਨਕ ਸਾਹਿਬ ਜੀ ਦਾ ਹੀ ਸ਼ਲੋਕ ਹੈ ਵੀ ਥੋੜੀ ਜਿਹੀ ਮਾਇਆ ਦੇ ਕੇ ਤੇ ਹਜ਼ਾਰਾਂ ਗੁਣੇ ਵੱਧ ਉਹਦੀ ਇੱਛਾ ਰੱਖਣੀ। ਇਹ ਵੀ ਸਾਡੇ 'ਚ ਇੱਕ ਬਹੁਤ ਵੱਡੀ ਕਮੀ ਆ, ਬਹੁਤ ਵੱਡੀ ਸਾਡੇ 'ਚ ਤਰੋਟ ਹੈ ਵੀ ਥੋੜਾ ਖਰਚ ਕਰਕੇ ਉਹਦਾ ਵੱਡਾ ਪਾਲਣਾ, ਇਹ ਸਾਡੇ 'ਚ ਕਮੀ ਹੈ। ਵੈਲਿਡ ਪੁਆਇੰਟ ਜੀ। ਪਰ ਯਾਨੀ ਜੀ ਐਂਡ ਸਾਹਿਬ ਬਿਆਨ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀ, ਮੇਰੀ ਅਰਜ਼ ਇਹ ਹੈ ਇਹਦੇ ਤੇ ਜਰਾ ਫੋਕਸ ਕਰੋ ਕਿ ਬਈ ਤੁਸੀਂ ਇਹ ਜਿਹੜੇ ਸਾਰੀਆਂ ਸਾਡੇ 'ਚ ਕੁਰੀਤੀਆਂ ਪੈਦਾ ਹੋ ਗਈਆਂ ਨੇ, ਜਿਹੜਾ ਅਸੀਂ ਲਾਲਚੀ ਬਣ ਗਏ ਆ, ਹਉਮੈ ਦੇ ਵਿੱਚ ਆਏ ਹੋਏ ਆ ਤੇ ਇਹ ਚਾਹੁੰਦੇ ਆ ਸਾਡੀ ਸੇਵਾ ਦੀ ਬਜਾਏ ਨਿਸ਼ਕਾਮ ਸੇਵਾ ਦੇ, ਇਹਦੇ ਕਾਰਨ ਕੀ ਨੇ? ਮੈਨੂੰ ਐਂ ਲੱਗਦਾ ਜਿਵੇਂ ਸਾਡਾ ਗੁਰਬਾਣੀ ਤੋਂ ਜਿਹੜਾ ਨਾ ਤੇ ਗੁਰ ਇਤਿਹਾਸ ਤੋਂ ਟੁੱਟ ਗਏ ਆ ਅਸੀਂ, ਤੇ ਬਜਾਏ ਉਹਨਾਂ ਤੋਂ ਸਮਝਣ ਦੇ ਤੇ ਉਹਨਾਂ ਤੋਂ, ਜਿਵੇਂ ਮਹਾਰਾਜ ਕਹਿੰਦੇ ਆ ਬਵਾਣੀਆਂ ਕਹਾਣੀਆਂ ਪੁੱਤ ਕਰੇਨ, ਅਸੀਂ ਬਜਾਏ ਉਸ ਪਾਸੇ ਲੱਗਣ ਦੇ ਅਸੀਂ ਸੁਣੀ ਸੁਣਾਈ ਗੱਪੋਬਾਜੀ ਇਹਨਾਂ ਚੀਜ਼ਾਂ ਦੇ ਪੈ ਗਏ ਆ। ਤੇ ਨਤੀਜਾ ਇਹ ਆ ਵੀ ਸਾਡਾ ਧੁਰਾ ਜਿਹੜਾ ਉਹਦੇ ਤੋਂ ਅਸੀਂ ਟੁੱਟ ਗਏ ਆ ਤੇ ਫੇਰ ਸਾਨੂੰ ਆਲੇ ਦੁਆਲੇ ਦੇ ਨਾਲ ਕਨਫਿਊਜ਼ ਹੋ ਬੈਠੇ ਆ। ਕੀ ਖਿਆਲ ਆ ਤੁਹਾਡਾ ਇਹਦੇ ਬਾਬਤ? ਇਹੀ ਤਾਂ ਰੀਜ਼ਨ ਹੈ ਭਾਈ ਸਾਹਿਬ ਵੀ ਆਪਾਂ ਗੁਰਬਾਣੀ ਉਂਝ ਹੀ ਪੜ੍ਹੀ ਕੇ ਤੇ ਵਿਚਾਰ ਕਰਕੇ ਤੇ ਉਸੇ ਅਮਲ ਬਹੁਤ ਘੱਟ ਹੈ, ਹਉਮੈ ਦੇ ਵਿੱਚ ਫਸ ਗਿਆ। ਜਿਵੇਂ ਹੁਣ ਬਿਆਨ ਸਿੰਘ ਉਹਨਾਂ ਨੇ ਵੀ ਦੱਸਿਆ ਤੇ ਧਰਮ ਸਿੰਘ ਉਹਨਾਂ ਨੇ ਵੀ ਦੱਸਿਆ, ਆਪਾਂ ਸਿਰਫ ਹੰਕਾਰ ਦੇ ਵਿੱਚ ਆ ਕੇ ਵੀ ਮੇਰਾ ਨਾਂ ਹੋ ਜਾਵੇ ਜਾਂ ਮੈਂ ਪੋਲੀਟੀਕਲ ਲੋਕਾਂ ਦੇ ਨਿਗਾਹ 'ਚ ਆ ਜਾਵਾਂ, ਲਓ ਜੀ ਮੈਂ ਲੰਗਰ ਇੰਨੇ ਲੈ ਕੇ ਗਿਆ, ਉੱਥੇ ਇੰਨੇ ਬੰਦਿਆਂ ਨੂੰ ਮੈਂ ਲੰਗਰ ਛਕਾਇਆ। ਸੋ ਉਹਨਾਂ ਕੰਮਾਂ ਤੋਂ ਜੇ ਆਪਾਂ ਕੋਈ ਥੋੜਾ ਜਿਹਾ ਪਰਹੇਜ਼ ਕਰਾਂਗੇ, ਸਿਰਫ ਲੋੜਵੰਦ ਜਾਂ ਜਿਵੇਂ ਗੁਰਦੁਆਰਿਆਂ ਦੇ ਵਿੱਚ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਜਿਵੇਂ ਸਟੂਡੈਂਟ ਆਉਣ, ਸਪੈਸ਼ਲੀ ਇਹਨਾਂ ਮੁਲਕਾਂ, ਸਾਡੇ ਵਰਗੇ ਮੁਲਕਾਂ ਦੇ ਵਿੱਚ ਸਟੂਡੈਂਟ ਬੜੇ ਆਉਂਦੇ ਨੇ ਜਿਨ੍ਹਾਂ ਕੋਲ ਲਿਮਿਟਡ ਮਨੀ ਹੁੰਦੀ ਹੈ। ਜਿਵੇਂ ਸਾਡੇ ਹੁਣ ਗੁਰਦੁਆਰੇ ਵੀ ਆਉਂਦੇ ਸੀਗੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਲੰਗਰ ਛਕੋ, ਬਲਕਿ ਤੁਸੀਂ ਸ਼ਾਮ ਦਾ ਜਿਹੜਾ ਵੀ ਬਚਦਾ ਤੁਸੀਂ ਲੈ ਕੇ ਜਾਓ ਨਾਲ, ਆਪਣੇ ਨਾਲ ਦੇ ਹੋਰ ਸਟੂਡੈਂਟਸ ਨੂੰ ਖਿਲਾਓ ਤਾਂ ਕਿ ਤੁਹਾਨੂੰ ਚਲੋ ਇੱਕ ਦਿਨ ਜਾਂ 2 ਦਿਨ ਨਾ ਬਣਾਉਣਾ ਪਵੇ, ਕਿਉਂਕਿ ਸਾਨੂੰ ਪਤਾ ਵੀ ਇਹ ਲੋੜਵੰਦ ਨੇ। ਸੋ ਇਹਨਾਂ ਚੀਜ਼ਾਂ ਦਾ ਨਾਲ ਦੂਜੀ ਗੱਲ ਹੈ ਵੀ ਮੈਂ ਇਹ ਜ਼ਰੂਰ ਕਹਾਂਗਾ ਜ਼ਰੂਰ ਵੀ ਇੰਸਟੈਡ ਆਫ ਵੀ ਖਾਣੇ ਬਣਾਉਣ ਦੇ, ਲੰਗਰ ਦੀ ਕਨਸੈਪਟ ਨੂੰ ਲੰਗਰ ਦੇ ਵਿੱਚ ਸਿੰਪਲਿਸਿਟੀ ਦੇ ਵਿੱਚ ਰੱਖਣਾ ਉਹ ਬਹੁਤ ਜ਼ਰੂਰੀ ਹੈ। ਥੈਂਕ ਯੂ ਗਿਆਨੀ ਧਰਮ ਸਿੰਘ ਜੀ। ਹਾਂ, ਬਿਲਕੁਲ ਸਹੀ ਵਿਚਾਰ ਦਿੱਤੇ ਇਹਨਾਂ ਨੇ। ਤੇ ਲੰਗਰ ਤੇ ਇੱਕ ਤੇ ਲੋੜਵੰਦ ਵਾਸਤੇ ਆ, ਦੂਸਰਾ ਦਿਖਾਵੇ ਤੋਂ ਬਚਣ ਦੀ ਲੋੜ ਆ, ਤੀਸਰੀ ਗੱਲ ਜਿਹੜੀ ਆ ਕਿ ਛੂਤ ਛਾਤ, ਜਾਤ ਪਾਤ, ਊਚ ਨੀਚ ਇਹਨਾਂ ਭਰਮਾਂ ਨੂੰ ਮਿਟਾਉਣ ਵਾਸਤੇ ਆ। ਤੇ ਕਈ ਥਾਵਾਂ ਤੇ ਇਹੋ ਜਿਹਾ ਵੀ ਦੇਖਿਆ ਜਾਂਦਾ ਆ, ਮੈਂ ਕਈ ਇਹੋ ਜਿਹੀਆਂ ਉਦਾਹਰਨਾਂ, ਕਈ ਗੁਰਸਿੱਖ ਜਿਹੜੇ ਆ ਉਹ ਗੁਰੂ ਕੇ ਲੰਗਰ ਤੇ ਲੰਗਰ ਹੀ ਨਹੀਂ ਛਕਦੇ, ਭਈ ਇਹ ਬਣਾਉਣ ਵਾਲਿਆਂ ਦੀ ਰਹਿਤ ਨਹੀਂ ਆ ਜਾਂ ਕਿਸ ਤਰ੍ਹਾਂ।
ਤੇ ਇਹਨਾਂ ਭਰਮਾਂ ਨੂੰ ਦੂਰ ਕਰਨ ਵਾਸਤੇ ਆ। ਤੇ ਇਹ ਜਿਹੜਾ ਪੈਸਾ ਕੌਮ ਦਾ ਜਿਹੜੀ ਜੇ ਕਿਸੇ ਕੋਲ ਹੈਗਾ ਆ ਤੇ ਇੱਕੋ ਪਾਸੇ ਨਹੀਂ ਤੁਰ ਪੈਣਾ ਚਾਹੀਦਾ ਵੀ ਲੰਗਰ ਹੀ ਲੰਗਰ ਲੰਗਰ ਹੀ ਲੰਗਰ। ਤੇ ਉਹ ਪੈਸਾ ਜਿਹੜਾ ਵਾ ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਆ ਪਰ ਉਹਨਾਂ ਕੋਲ ਫੀਸਾਂ ਦੇਣ ਲਈ ਨਹੀਂ, ਬਹੁਤ ਐਸੇ ਜਿਹੜੇ ਆਪਣੀ ਪੜ੍ਹਾਈ ਛੱਡ ਜਾਂਦੇ ਆ। ਪਿੰਡਾਂ ਦੇ ਵਿੱਚ ਸਾਨੂੰ ਇਕੱਲੇ ਉਹੋ ਹੀ ਨਹੀਂ ਦਿਸਣੇ ਚਾਹੀਦੇ ਵੀ ਜਦੋਂ ਇਹੋ ਜਿਹੀ ਕੋਈ ਮਹਾਮਾਰੀ ਆਈ ਤੇ ਵੀ ਉਹ ਗਰੀਬ ਜਾਂ ਮਜ਼ਦੂਰ ਤੁਹਾਡੇ ਉਹ ਗੱਲ ਠੀਕ ਹੈ। ਪਰ ਆਈ ਹੈਵ ਅ ਫੀਲਿੰਗ ਕਿ ਬਈ ਸਾਨੂੰ ਜਿਹੜੀ ਨਾ ਜਿਹਨੂੰ ਮਹਾਰਾਜ ਨੇ ਕਿਹਾ ਜਾਵੇ ਕਿ ਹਾਂ ਵਿਪਰਨ ਕੀ ਰੀਤ ਤਬ ਨਾ ਕਰੋ ਇਨਕੀ ਪ੍ਰਤੀਤ, ਅਸੀਂ ਜਿਹੜਾ ਆਪਣਾ ਜਿਹੜਾ ਪਾਠ ਪੂਜਾ ਕਰਨ ਲੱਗਿਆ ਬਾਹਮਣਾ ਵਾਂਗੂ ਸ਼ੁਰੂ ਕਰਤਾ। ਜਿਵੇਂ ਬਜਾਏ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੇ ਅਸੀਂ ਵਿਚਾਰ ਕਰੀਏ, ਗਿਆਨ ਲਰਨ ਕਰਨ ਦੀ ਕੋਸ਼ਿਸ਼ ਕਰੀਏ, ਅਸੀਂ ਕਿਤਾਬ ਪੂਜਾ ਦੇ ਹੋ ਗਏ ਆ ਹੈ ਜੀ। ਜਾਂ ਕੰਨ ਦਾ ਰਸ ਹੀ ਸੁਣੀ ਜਾਂਦੇ, ਕੀਰਤਨਵਾਦ ਸ਼ਬਦ ਤੋਂ ਬਾਅਦ ਸ਼ਬਦ, ਸ਼ਬਦ ਤੋਂ ਬਾਅਦ ਸ਼ਬਦ, ਵਿਚਾਰ ਹੈ ਨਹੀਂ ਕਿ ਬਈ ਇਹਨਾਂ ਦਾ ਕੋਈ ਅਸਰ ਕਿਵੇਂ ਹੋਊਗਾ ਉਹਨਾਂ ਚੀਜ਼ਾਂ ਦਾ ਸਾਡੇ ਤੇ। ਅਸੀਂ ਤਾਂ ਬਾਹਮਣੀ ਤਰੀਕੇ ਵਾਲੇ ਹੋ ਗਏ ਆ, ਜਿਵੇਂ ਉਹਨਾਂ ਨੇ ਆਪਦੇ ਬੁੱਤ ਪੂਜ ਲਏ, ਅਸੀਂ ਆਪਦੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰ ਲਈ, ਜਾਂ ਉਹਨਾਂ ਨੇ ਗਾਣੇ ਗੁਣੇ ਸੁਣ ਲਏ, ਅਸੀਂ ਕੀਰਤਨ ਸੁਣ ਲਿਆ। ਪਰ ਉਹ ਜਿਹੜਾ ਵਿਚਾਰ ਆ ਜਿਹਨੇ ਸਾਨੂੰ ਚੇਂਜ ਕਰਨਾ, ਉਹਦਾ ਵਿੱਚ ਕੋਈ ਹੈ ਹੀ ਨਹੀਂ ਹਿੱਸਾ ਪਾਇਆ ਜਾਂਦਾ। ਕੀ ਖਿਆਲ ਹੈ ਗਿਆਨੀ ਭਗਤ ਸਿੰਘ ਜੀ ਤੁਹਾਡਾ, ਬੇਅੰਤ ਸਿੰਘ ਜੀ? ਹਾਂਜੀ, ਇਸ ਬਾਰੇ ਜਿਹੜੀ ਮੇਰੀ ਅੰਦਰੂਨੀ ਵਿਚਾਰ ਹੈ ਨਾ ਮਨ ਦੀ, ਤੇ ਇਹ ਕਿਸੇ ਸਮੇਂ ਉਸ ਸਮੇਂ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਹੋਣ ਲੱਗ ਪਿਆ ਸੀ ਜਦੋਂ ਗੁਰੂ ਸਾਹਿਬ ਜੀ ਦਾ ਸਮਾਂ ਸੀ। ਜਾਂ ਇੰਜ ਕਹਿ ਲਈਏ, ਵੈਸੇ ਤਾਂ ਇਹ ਬਚਨ ਭਗਤ ਕਬੀਰ ਜੀ ਦਾ ਹੈ, ਤੇ ਭਗਤ ਕਬੀਰ ਜੀ ਵੀ ਜਦੋਂ ਉਪਦੇਸ਼ਾਂ ਵਿੱਚ ਲਿਆਉਂਦੇ ਨੇ ਤੇ ਕਹਿੰਦੇ ਵੀ ਲੋਕ ਜਾਣੇ ਇਹ ਗੀਤ ਹੈ। ਬਈ ਭੁਲੇਖਾ ਪੈ ਗਿਆ, ਇਹ ਗੀਤ ਸਮਝ ਕੇ ਗਾਉਣ ਲੱਗ ਪਏ ਨੇ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਸੀ, ਇਹ ਵਿਚਾਰ ਕਰਨ ਜੋ ਗਿਆਨ ਦਾ ਸਾਗਰ ਸੀ। ਗਿਆਨ ਦੇ ਸਾਗਰ ਵਿੱਚ ਅਸੀਂ ਜਾਣਕਾਰੀ ਲੈ ਕੇ, ਜਿਵੇਂ ਇੰਜ ਕਹਿ ਲਈਏ ਕਿਸੇ ਰੋਡ ਦੇ ਉੱਪਰ ਲਿਖਿਆ ਹੋਵੇ, ਮੈਂ ਲੁਧਿਆਣੇ ਰਹਿਣਾ ਵੀ ਅੰਬਾਲਾ 9 ਕਿਲੋਮੀਟਰ ਬਾਕੀ ਰਹਿ ਗਿਆ, ਤੇ ਮੈਂ ਉਹ 9 ਕਿਲੋਮੀਟਰ ਵਾਲੇ ਪੱਥਰ ਦੇ ਕੋਲੇ ਬੈਠ ਕੇ 9 ਕਿਲੋਮੀਟਰ ਰਹਿ ਗਿਆ, 9 ਕਿਲੋਮੀਟਰ ਰਹਿ ਗਿਆ ਗਾਉਣ ਲੱਗ ਪਵਾਂ, ਉਹਨੂੰ ਗਾ ਗਾ ਕੇ ਸੁਣਾਉਣ ਲੱਗ ਪਵਾਂ। ਤੇ ਕਈ ਮੇਰੇ ਕੋਲੇ ਜਿਹੜੇ ਅੱਗੇ ਜਾਣ ਵਾਲੇ ਅੰਬਾਲੇ ਵਾਲੇ ਉਹ ਵੀ ਉੱਥੇ ਬੈਠ ਜਾਣ ਤੇ ਉਹ ਵੀ ਸੁਣਨ ਲੱਗ ਪੈਣ, ਤੇ ਤੁਰੀਏ ਨਾ। ਇਹ ਹਿੰਦੂ ਮਤ ਜਾਂ ਸਨਾਤਨ ਮਤ ਉਹ ਪੱਥਰਾਂ ਕੋਲੇ ਬਹਿ ਕੇ ਗਾ ਲੈਂਦੇ ਸੀ, ਅਸੀਂ ਮਹਾਰਾਜ ਦੇ ਕੋਲੇ ਬੈਠ ਕੇ ਗਾਉਣ ਲੱਗ ਪਏ। ਜ਼ਿੰਦਗੀ ਨੂੰ ਤੋਰਿਆ ਨੀਗਾ, ਜ਼ਿੰਦਗੀ ਨੂੰ ਅਗੇਤਰ ਵੱਲ ਨਹੀਂ ਲਗਾਏ, ਬਸ ਉਹ ਬੈਠ ਕੇ ਕੋਲੇ ਗਾ ਗਾ ਕੇ ਹੀ ਰਾਗੀਆਂ ਨੇ ਵਧੀਆ ਤੋਂ ਵਧੀਆ ਧੁਨਾਂ ਬਣਾਈਆਂ, ਉਹਨਾਂ ਨੇ ਸੰਗੀਤ ਦਾ ਕਲਾ ਦਾ ਪ੍ਰਦਰਸ਼ਨ ਕੀਤਾ। ਠੀਕ ਹੈ, ਸਤਿਗੁਰੂ ਜੀ ਨੇ ਸਾਰੀ ਹੀ ਬਾਣੀ ਕਰੀਬਨ ਰਾਗਾਂ ਦੇ ਵਿੱਚ ਹੀ ਉਚਾਰਨ ਕੀਤੀ ਹੈ। ਬਾਣੀ ਨੂੰ ਰਾਗ ਆਧਾਰ ਦੇ ਉੱਪਰ, ਉਹਦਾ ਕਾਰਨ ਸੀ ਕੁਛ ਰਾਗ ਦੇ ਨਾਲ, ਸੁਰ ਦੇ ਨਾਲ, ਸੰਗੀਤ ਦੇ ਨਾਲ ਬੰਦੇ ਦੀ ਜਿਹੜੀ ਸੁਰਤੀ ਹੈ ਉਹ ਲੀਨ ਹੋ ਕੇ ਇੱਕ ਰਸ ਵਿੱਚ ਬੈਠਦੀ ਆ। ਇੰਜ ਕਹਿ ਲਈਏ ਜਿਵੇਂ ਆਪਣੇ ਖੇਤੀਬਾੜੀ ਕਰਨ ਵਾਲੇ ਮਨੁੱਖ ਉਹ ਜ਼ਮੀਨ ਨੂੰ ਚੰਗੀ ਤਰ੍ਹਾਂ ਫਰੋਲ ਕੇ ਫਿਰ ਉਹਦੇ ਤੇ ਸੁਹਾਗਾ ਮਾਰ ਕੇ ਤਿਆਰ ਕਰ ਦਿੰਦੇ ਵੀ ਸਵੇਰੇ ਬੀਜਣੀ ਆ। ਉਹ ਬੀਜਣ ਵਾਸਤੇ, ਤਿਆਰ ਕਰਨ ਵਾਸਤੇ ਇਵੇਂ ਜਿਵੇਂ ਸਾਡੀ ਸੁਰਤੀ ਵਿੱਚੋਂ ਬਾਹਰਲੀਆਂ ਚੀਜ਼ਾਂ ਮਿਟ ਜਾਣ, ਜਿਹੜੀ ਬਾਹਰਲੇ ਚੀਜ਼ਾਂ ਦੀਆਂ ਵਿਚਾਰਾਂ ਨੇ ਖਤਮ ਹੋ ਜਾਣ। ਗੁਰਬਾਣੀ ਤੇ ਸੰਗੀਤ ਉਹ ਰਾਗ ਦੇ ਉੱਪਰ ਗੁਰਬਾਣੀ ਨੂੰ ਸਵਾਰ ਕਰਕੇ ਸੁਰਤੀ ਵਿੱਚੋਂ ਫਿਰ ਉਹਦੇ ਵਿੱਚੋਂ ਜਿਹੜਾ ਪੌਦਾ ਪੁਗਰੇ, ਜਿਹੜਾ ਵਿੱਚੋਂ ਫਲ ਪੁਗਰੇ ਜਾਂ ਜਿਹੜਾ ਵਿੱਚੋਂ ਬੀਜ ਪੁਗਰੇ, ਉਹ ਬੀਜ ਇਸ ਤਰ੍ਹਾਂ ਦਾ ਪੁਗਰਨਾ ਚਾਹੀਦਾ ਸੀ ਜਿਹਦੇ ਵਿੱਚੋਂ ਸਿੱਖ ਨੇ ਆਪਣਾ ਕੋਈ ਦੁਨੀਆ 'ਚ ਕੰਮ ਕਰਕੇ ਦੱਸਣਾ ਨਹੀਂ, ਉਹਦੇ ਕੰਮ ਦੀ ਤਾਰੀਫ ਹੋਵੇ। ਉਹ ਸਿੱਖ ਹੁੰਦੇ ਸੀ ਜਿਨ੍ਹਾਂ ਦੇ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ ਤੇ ਇਤਿਹਾਸ ਰਾਹੀਂ ਮੈਂ ਵੀ ਬਹੁਤਿਆਂ ਦੇ ਦਰਸ਼ਨ ਕੀਤੇ। ਜਿਹੜੇ ਬੰਦੇ ਜਦੋਂ ਤੁਰਦੇ ਸੀ ਨਾ ਰੋਡ ਦੇ ਉੱਪਰ ਰਸਤੇ ਤੇ, ਉਹਨਾਂ ਦੀ ਚਰਨਾਂ ਦੀ ਧੂੜੀ ਲੋਕ ਮਸਤਕ ਨਾਲ ਲਾਉਂਦੇ ਸੀ ਵੀ ਸਿੱਖ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ, ਸਿੱਖ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ। ਜੇ ਇਹਦੇ ਵਰਗੀ ਸਿੱਖੀ ਮਿਲ ਜਾਵੇ ਤਾਂ ਅਸੀਂ ਸਿੱਖਾਂ। ਅਨੇਕਾਂ ਸਿੱਖਾਂ ਦੇ ਨਾਮ ਲਵਾਂਗੇ ਤਾਂ ਫਿਰ ਆਪਾਂ ਸਬਜੈਕਟ ਵੱਡਾ ਹੋਏਗਾ, ਤੇ ਛੋਟੇ 'ਚ ਰੱਖੀਏ ਬਈ ਸਿੱਖ ਇੱਕ ਉਹ ਚੀਜ਼ ਸੀ ਜਿਹੜੀ ਦੁਨੀਆ ਨੂੰ ਇੱਕ ਰੋਲ ਮਾਡਲ ਹੋ ਕੇ ਸਾਡੇ ਸਾਹਮਣੇ ਆਉਂਦਾ ਸੀ। ਅੱਜ ਸਿੱਖ ਜਿਹੜਾ ਸਾਡਾ ਹੈ ਕੇਵਲ ਲੰਗਰਾਂ ਸੀ, ਕੌਮ ਗਿਆਨਵਾਨ ਸੀ, ਕੌਮ ਨੂੰ ਅੱਗੇ ਲਿਜਾਣ ਵਾਲੇ ਸਾਡੇ ਕੋਲੇ। ਦੇਖੋ ਇੱਥੇ ਇੱਕ ਵਚਨ ਮੈਂ ਤੁਹਾਡੇ ਵਚਨ ਨੂੰ ਥੋੜਾ ਜਿਹਾ ਕੱਟ ਕਰ ਰਿਹਾ, ਧਿਆਨ ਦੇਣਾ। ਸਾਡੇ ਮਤ ਵਿੱਚ ਤੇ ਦੂਸਰੇ ਦੇ ਮਤਾਂ ਵਿੱਚ ਫਰਕ ਹੈ। ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਉਹਨਾਂ ਦੇ ਅੰਦਰ ਜੇ ਅਸੀਂ ਮੱਥਾ ਵੀ ਟੇਕਦੇ ਹਾਂ, ਜੇ ਅਸੀਂ ਉਹਨਾਂ ਦੀ ਪੂਜਾ ਵੀ ਕਰਦੇ ਹਾਂ, ਜੇ ਅਸੀਂ ਉਹਨਾਂ ਨੂੰ ਨਮਸਕਾਰ ਵੀ ਕਰਦੇ ਹਾਂ,
ਉਹ ਜਿਹੜਾ ਗਿਆਨ ਆ ਨਾ ਸ਼ਬਦ ਗੁਰੂ, ਉਹ ਸਾਡੇ ਅੰਦਰ ਇੱਕ ਕ੍ਰਾਂਤੀ ਲਿਆਉਂਦਾ, ਸਾਡੇ ਅੰਦਰ ਇੱਕ ਜਾਨ ਪਾਉਂਦਾ। ਜਦੋਂ ਵੀ ਸ਼ਬਦ ਅਸੀਂ ਸੁਣਦੇ ਆ, ਉਹ ਸ਼ਬਦ ਸਾਡੇ ਹਿਰਦੇ ਨੂੰ ਟੁੰਬਦਾ, ਉਹ ਸਾਨੂੰ ਦੱਸਦਾ ਵੀ ਤੂੰ ਆਹ ਚੀਜ਼ ਤੋਂ ਵਰਜਿਤ ਹੋ ਜਾ, ਆਹ ਚੀਜ਼ ਤੋਂ ਹਟ ਜਾ, ਸਮਝਾਉਂਦਾ ਹੈ। ਸੁਣੀ ਅਣਸੁਣੀ ਕਰਨੀ ਇਹ ਸਾਡੀ ਮਰਜ਼ੀ ਹੈ, ਪਰ ਉਹ ਸਾਡੇ ਗੁਰੂ ਵਿੱਚ ਤੇ ਦੂਸਰੇ ਧਰਮਾਂ ਦੇ ਜਿਹੜੀਆਂ ਪੂਜਾ ਦੇ ਸਥਾਨਾਂ 'ਚ ਲੱਖਾਂ ਕੋਹਾਂ ਜਿਵੇਂ ਅਸਮਾਨ ਦਾ ਫਰਕ ਹੈ। ਪਰ ਅਸੀਂ ਉਸ ਗਿਆਨ ਦੇ ਸਾਗਰ ਦੇ ਵਿੱਚੋਂ ਬਜਾਏ ਕੋਈ ਹੀਰੇ ਮੋਤੀ ਕੀ ਰਤਨ ਕੱਢਣੇ ਸੀ, ਉਹਦੇ ਵਿੱਚੋਂ ਰਤਨ, ਪਰ ਅਸੀਂ ਉਹੀ ਚੀਜ਼ਾਂ ਜਿਹੜੀਆਂ ਦੂਜੇ ਧਰਮਾਂ ਵਾਲਿਆਂ ਨੂੰ ਵੇਖ ਵੇਖ ਕੇ ਅਸੀਂ ਆਪਣੇ ਧਰਮ ਦੇ ਵਿੱਚ ਵੀ ਇਹ ਚੀਜ਼ ਨੂੰ ਪਾ ਕੇ ਇਹ ਕੁਰੀਤੀ ਪਾ ਲਈ ਆ। ਕੁਰੀਤੀ ਚੋਂ ਅਸੀਂ ਰੀਤੀ ਚ ਆਉਣਾ ਸੀ, ਪਰ ਕੁਰੀਤੀ ਚ ਚਲੇ ਗਏ ਆ। ਇਹ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ। ਬਿਲਕੁਲ ਇਹ ਗੱਲ ਠੀਕ ਹੈ। ਮੈਂ ਇਹੀ ਅਰਜ਼ ਕਰ ਰਿਹਾ ਸੀ ਜਿਹੜੀ ਤੁਸੀਂ ਕੀਤੀ ਹੈ ਕਿ ਬਈ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਆ ਉਹ ਇੰਨਾ ਸੋਮਾ, ਹਰ ਇੱਕ ਚੀਜ਼ ਦਾ, ਹਰ ਇੱਕ ਪੱਖੋਂ ਸਾਨੂੰ ਗਿਆਨ ਦਿੰਦੇ ਆ, ਗਾਈਡੈਂਸ ਦਿੰਦੇ ਆ ਵੀ ਕੀ ਕਰਨਾ ਚਾਹੀਦਾ। ਪਰ ਕਿਉਂਕਿ ਅਸੀਂ ਉਹਨਾਂ ਨੂੰ ਵਿਚਾਰਦੇ ਨਹੀਂ, ਪੜ੍ਹਦੇ ਨਹੀਂ, ਸੁਣਦੇ ਨਹੀਂ, ਵਿਚਾਰਦੇ ਨਹੀਂ, ਤੇ ਨਤੀਜਾ ਕੀ ਹੋ ਜਾਂਦਾ? ਮੱਥਾ ਟੇਕ ਕੇ ਲੋਕ ਕਹਿੰਦੇ ਦਰਸ਼ਨ ਹੋ ਗਏ ਜੀ, ਜਾਂ ਰਮਾਲਾ ਚੱਕਿਆ ਦਰਸ਼ਨ ਹੋ ਗਏ ਜੀ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਇਹ ਬਾਹਮਣ ਵਾਲੀਆਂ ਨੇ, ਇਹ ਪੰਡਤ ਲੋਕ ਕਰਦੇ ਸੀਗੇ ਤੇ ਅਸੀਂ ਉਹਨਾਂ ਦੇ ਵਿੱਚ ਉਹਨਾਂ ਵਾਂਗੂ ਹੋ ਗਏ ਆ। ਕੀ ਖਿਆਲ ਹੈ ਗਿਆਨੀ ਧਰਮ ਸਿੰਘ ਜੀ ਤੁਹਾਡਾ? ਬਿਲਕੁਲ ਸਹੀ ਗੱਲ ਹੈ ਜੀ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕਰ ਵੀ ਦਿੱਤਾ ਹੈ ਕਿ ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਭਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕਿ ਜਿਹੜਾ ਉਸ ਹੁਕਮ ਨੂੰ, ਉਸ ਉਪਦੇਸ਼ ਨੂੰ ਸੱਚ ਕਰਕੇ ਮੰਨ ਕੇ ਆਪਣੇ ਜੀਵਨ ਚ ਧਾਰਨ ਕਰੇ, ਉਹਦਾ ਹੀ ਗਾਇਆ ਸੁਣਿਆ ਪ੍ਰਵਾਨ ਆ। ਕਿਆ ਪੜ੍ਹੀਆ ਕਿਆ ਗੁਨੀਆ, ਕਿਆ ਵੇਦ ਪੁਰਾਣਾ ਸੁਣੀਆ, ਸਾਰਾ ਕਿੰਨਾ ਕੁਛ ਲਿਖਿਆ। ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਪੜ੍ਹੀਆਂ ਸਾਥ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਦੇ ਇਹ ਵੀ ਬਚਨ ਹੈ ਕਿ ਸਲਾਮ ਜਵਾਬ ਦੋਵੇਂ ਕਰੇ, ਕਿ ਮੱਥਾ ਵੀ ਟੇਕੀ ਜਾਣਾ ਆ ਤੇ ਹੁਕਮ ਮੰਨਣਾ ਵੀ ਕੋਈ ਨਹੀਂ। ਤੇ ਉਹ ਫਿਰ ਕਹਿੰਦੇ ਮੁੰਡੋਂ ਕੁੱਥਾ ਜਾਏ, ਕਿ ਉਹ ਤੇ ਮੁੰਡੋਂ ਹੀ ਸਮਝ ਲਓ ਵੀ ਕੁਰਾਏ ਪੈ ਗਿਆ। ਬਾਣੀ ਪੜ੍ਹ ਕੇ, ਬਾਣੀ ਪੜ੍ਹਨੀ ਅਤੀ ਜ਼ਰੂਰੀ ਆ, ਤੇ ਉਹਨੂੰ ਵਿਚਾਰਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ, ਤੇ ਵਿਚਾਰ ਨਾਲੋਂ ਵੀ ਜ਼ਿਆਦਾ ਉਹਨੂੰ ਅਮਲ ਦੇ ਵਿੱਚ ਲਿਆਉਣਾ ਜ਼ਰੂਰੀ ਆ, ਜਿਹਦੇ ਤੋਂ ਅੱਜ ਅਸੀਂ ਦੂਰ ਜਾ ਰਹੇ ਹਾਂ। ਤੇ ਇਹੋ ਹੀ ਕਾਰਨ ਆ ਸਾਰੀਆਂ ਕੁਰੀਤੀਆਂ ਦਾ। ਬਿਲਕੁਲ ਆਪ ਜੀ ਨੇ ਸਹੀ ਕਿਹਾ ਕਿ ਬਾਣੀ ਨਾਲੋਂ ਟੁੱਟਣਾ, ਬਾਣੀ ਦੇ ਉਪਦੇਸ਼ ਨਾਲੋਂ, ਇਹ ਕੁਰੀਤੀਆਂ ਦਾ ਕਾਰਨ ਬਣ ਰਿਹਾ ਜੀ। ਥੈਂਕ ਯੂ। ਸੋ ਇਨ ਅਦਰ ਵਰਡਸ ਅਸੀਂ ਪੰਜਾਬੀ ਪਹਿਲਾਂ ਸਿੱਖ ਬਾਅਦ ਚ। ਪੰਜਾਬ ਦੀਆਂ ਜਿਹੜੀਆਂ ਕੁਰੀਤਾਂ ਦੂਰ ਕਰਨ ਦੇ ਲਈ ਮਹਾਰਾਜ ਨੇ ਉਪਦੇਸ਼ ਦਿੱਤਾ ਸਾਨੂੰ, ਜਿਵੇਂ ਆਸਾ ਦੀ ਵਾਰ ਦੇ ਵਿੱਚ, ਹੋਰਨਾਂ ਥਾਵਾਂ ਦੇ ਵਿੱਚ, ਜਾਂ ਜਿਹੜੀਆਂ ਇੰਸਟੀਟਿਊਸ਼ਨ ਕ੍ਰੀਏਟ ਕੀਤੀਆਂ ਸੰਗਤ ਪੰਗਤ ਦੀਆਂ, ਅੰਮ੍ਰਿਤ ਦੀਆਂ, ਇਹ ਸਾਰੀਆਂ ਜਿਹੜੀਆਂ ਨੇ ਉਹ ਕੁਰੀਤੀਆਂ ਤੋਂ ਦੂਰ ਕਰਨ ਦੇ ਲਈ ਸੀ। ਪਰ ਉਹ ਸਾਡੇ ਕੁਰੀਤੀਆਂ ਮੁੜ ਕੇ ਆ ਗਈਆਂ ਕਿ ਉਹਨਾਂ ਤੋਂ ਅਸੀਂ ਦੂਰ ਚਲੇ ਗਏ ਤੇ ਅਸੀਂ ਪੰਜਾਬੀ ਬਣ ਗਏ ਆ। ਪੰਜਾਬੀ ਸੱਭਿਆਚਾਰ, ਪੰਜਾਬੀ ਉਹ ਪਲਾਨ, ਪੰਜਾਬੀ ਅਣਖ, ਤੇ ਜਿਹੜੀ ਸੀਗੀ ਗੁਰਦੁਆਰੇ ਦੀ ਨਿਮਰਤਾ ਤੇ ਗਿਆਨ, ਉਦੋਂ ਅਸੀਂ ਪਰੇ ਹੋ ਗਏ। ਕੀ ਖਿਆਲ ਹੈ ਆਪਣੇ ਗੁਰਤਾਰ ਸਿੰਘ ਜੀ? ਮੈਂ ਤਾਂ ਪਹਿਲਾਂ ਵੀ ਅਰਜ਼ ਕੀਤੀ ਹੈ ਜੀ ਕਿ ਆਪਾਂ ਸ਼ਬਦ ਪੜ੍ਹ ਲੈਂਦੇ ਆ ਜਾਂ ਮੱਥਾ ਟੇਕ ਲੈਂਦੇ ਆ, ਲੇਕਿਨ ਪੜ੍ਹਨ ਸੁਣਨ ਤੋਂ ਮਗਰੋਂ ਅਸੀਂ ਵਿਚਾਰ ਨਹੀਂ ਕਰਦੇ। ਜੇ ਵਿਚਾਰ ਵੀ ਕਰਦੇ ਆ ਤਾਂ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਂਦੇ, ਉਹਨੂੰ ਅਮਲ 'ਚ ਨਹੀਂ ਲੈ ਕੇ ਆਉਂਦੇ। ਤੇ ਇਸੇ ਕਰਕੇ ਸਾਡੇ ਦਿਮਾਗਾਂ ਦੇ ਵਿੱਚ ਫਿਰ ਜਿਹੜੇ ਹੰਕਾਰ ਤੇ ਹੋਰ ਚੀਜ਼ਾਂ ਪੈਦਾ ਹੋ ਜਾਂਦੀਆਂ, ਤਾਂ ਕਿ ਫਿਰ ਜਿਹੜੀਆਂ ਕੁਰੀਤੀਆਂ ਨੇ ਇਹ ਹਾਵੀ ਹੋ ਜਾਂਦੀਆਂ। ਤੇ ਅਸੀਂ ਜਿਵੇਂ ਲੰਗਰ ਦੀ ਕਨਸੈਪਟ ਦੇ ਬਾਰੇ ਗੱਲ ਕਰ ਰਹੇ ਸੀਗੇ, ਉਹ ਸਾਰੀਆਂ ਇਸੇ ਕਰਕੇ ਆਉਂਦੀਆਂ ਕਿਉਂਕਿ ਅਸੀਂ ਵਿਚਾਰ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਮੰਨ ਲੈਂਦੇ ਹਾਂ, ਲੇਕਿਨ ਗੁਰੂ ਦੀ ਨਹੀਂ ਮੰਨਦੇ ਅਸੀਂ। ਮੇਨ ਇੱਥੇ ਸਾਡੀ ਜਿਹੜੀ ਡਾਕਟਰ ਸਾਹਿਬ ਇੱਥੇ ਬਚਨ ਇੱਕ ਹੋਰ ਮੈਂ ਨਾਲ ਜੁਆਇਨ ਕਰਨਾ ਚਾਹੁੰਦਾ। ਹਾਂਜੀ, ਸਾਡੀ ਜਿਹੜੀ ਕੌਮ ਸੀ ਨਾ, ਇਹ ਵੀਰ ਬਹਾਦਰ ਯੋਧੇ, ਗਿਆਨਵਾਨ, ਉੱਚੀ ਮੱਤ ਵਾਲੇ, ਇੱਕ ਦੁਨੀਆ ਦਾ ਰੋਲ ਮਾਡਲ ਸੀ, ਦੁਨੀਆ ਨੂੰ ਇੱਕ ਦੱਸਣ ਵਾਲੀ ਗੱਲ ਸੀ। ਸਾਡੀ ਜਿਹੜੀ ਕੌਮ, ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਡਾ ਰੂਪ ਦਿੱਤਾ ਸੀ। 10 ਪਾਤਸ਼ਾਹੀਆਂ ਨੇ 239 ਸਾਲਾਂ ਵਿੱਚ ਜਿਹੜੀ ਘਾੜਤ ਘੜੀ ਸੀ ਨਾ ਮਨੁੱਖ ਦੀ, ਉਹ ਐਸੀ ਘਾੜਤ ਘੜੀ ਸੀ ਵੀ ਜਿਹਨੂੰ ਵੇਖ ਕੇ ਦੁਨੀਆ ਨੇ ਨਮਸਕਾਰਾਂ ਕਰਨੀਆਂ ਸਨ, ਪਰ ਅਸੀਂ ਉਸ ਘਾੜਤ ਨੂੰ ਠੀਕ ਰੂਪ ਨਾ ਦੇ ਸਕੇ। ਇੱਥੇ ਮੈਂ ਇੱਕ ਵਚਨ ਹੋਰ ਇਸੇ ਦੇ ਨਾਲ ਹੀ ਲੰਗਰ ਨਾਲ ਇੱਕ ਜੁਆਇੰਟ ਕਰਕੇ, ਕਿਉਂਕਿ ਸਾਡੇ ਸਰੋਤੇ ਇਸ ਪ੍ਰੋਗਰਾਮ ਨੂੰ ਸੁਣਨ ਵਾਲਿਆਂ ਨੂੰ ਉਹ ਵੀ ਮੈਂ ਬੇਨਤੀ ਦੇ ਰੂਪ 'ਚ ਕਹਿਣ ਦੀ ਇੱਛਾ ਰੱਖਦਾ ਵੀ ਇਹਦੇ ਨਾਲ ਇੱਕ ਬਿਮਾਰੀ ਹੋਰ ਸਾਡੇ
ਬਹੁਤ ਵੱਡੀ ਨਾਲ ਤੁਰੀ ਜਾ ਰਹੀ ਹੈ, ਉਹ ਸਾਡੀਆਂ ਨਜ਼ਰਾਂ ਵਿੱਚ ਬਹੁਤ ਘੱਟ ਆਉਂਦੀ ਆ। ਉਹ ਬਿਮਾਰੀ ਇਹ ਤੁਰੀ ਜਾ ਰਹੀ ਹੈ ਵੀ ਜਿੱਥੇ ਲੰਗਰ ਲਾਉਨੇ ਆ ਉੱਥੇ ਨਾਲ ਇੱਕ ਅਸੀਂ ਉਹਨੂੰ ਅੱਜ ਕੱਲ੍ਹ ਕਹਿਣ ਲੱਗ ਪਏ ਆ ਨਗਰ ਕੀਰਤਨ, ਪਹਿਲੋਂ ਕਹਿੰਦੇ ਸੀਗੇ ਜਲੂਸ, ਇਸ ਤਰ੍ਹਾਂ ਦਾ ਰੂਪ ਚੱਲਦਾ ਸੀ। ਇਹ ਵੀ ਸਾਡੀ ਕੌਮ ਵਿੱਚ ਬਹੁਤ ਵੱਡੀ ਘਾਟ ਪੈ ਕੇ, ਇਹ ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਮੈਨੂੰ ਵੇਖਣ ਨੂੰ ਮਿਲਿਆ, ਲੱਖਾਂ ਦੀ ਤਾਦਾਦ ਵਿੱਚ ਰੋਡਾਂ ਨੂੰ ਬਲੌਕ ਕਰ ਦੇਣਾ, ਰੋਡਾਂ ਨੂੰ ਉਹ ਚੀਜ਼ਾਂ ਨੂੰ ਜਾ ਕੇ ਉੱਥੇ ਵੀ ਉਹਨਾਂ ਲੋਕਾਂ ਨੇ ਵੀ ਸੋਚਣਾ ਕੀ ਕਰੀ ਜਾਂਦੇ ਆ ਜੀ, ਅਸੀਂ ਆਪਦੀ ਜਾਣ ਪਛਾਣ ਦਿਖਾ ਰਹੇ ਹਾਂ ਇਸ ਮੁਲਕ ਦੇ ਵਿੱਚ। ਉਹ ਭਾਈ ਜਾਣ ਪਛਾਣ ਤਾਂ ਤੁਸੀਂ ਅੰਦਰ ਕੋਨੇ 'ਚ ਬੈਠ ਕੇ ਕੋਈ ਕੰਮ ਕਰੋ, ਕੰਮ ਕਰਦੇ ਹੋ ਵਧੀਆ, ਤੁਹਾਨੂੰ ਉਹ ਗਲੀ ਵਿੱਚ ਕੂਚੇ ਵਿੱਚ ਬੈਠੇ ਹੋਏ ਬੰਦੇ ਨੂੰ ਵੀ ਪਛਾਣ ਜਾਣਾ ਵੀ ਇਹਨੇ ਕੁਝ ਕੀਤਾ। ਦਿਖਾਵਟੀ ਕੰਮ ਨੂੰ ਜ਼ਿਆਦਾ ਸਾਡੀ ਅੱਗੇ ਬਨਾਵਟੀ ਬਣਾ ਕੇ ਨਗਰ ਕੀਰਤਨਾਂ ਨੇ, ਵਿਦੇਸ਼ਾਂ 'ਚ ਤਾਂ ਚਲੋ ਰੋਡ ਵੱਡੇ ਹੁੰਦੇ ਨੇ, ਪਰ ਹਿੰਦੁਸਤਾਨ ਦੇ ਵਿੱਚ ਜਿਸ ਸ਼ਹਿਰ 'ਚ ਮੈਂ ਲੁਧਿਆਣੇ 'ਚ ਰਹਿੰਦਾ ਹਾਂ, ਇੱਥੇ ਇੰਨੀਆਂ ਛੋਟੀਆਂ ਗਲੀਆਂ, ਮੁਹੱਲੇ, ਛੋਟੇ ਰੋਡ, 4-4 ਘੰਟੇ 5-5 ਘੰਟੇ ਰੋਡ ਬਲੌਕ, ਕਈਆਂ ਦੀਆਂ ਮੌਤਾਂ ਹੋ ਜਾਂਦੀਆਂ, ਕੋਈ ਐਮਰਜੈਂਸੀ ਵਾਲਾ ਵੀ ਨਹੀਂ ਉੱਥੇ ਪਹੁੰਚ ਸਕਦਾ। ਇਹ ਸਾਡੀ ਕੌਮ ਵਿੱਚ ਵੀ ਇੱਕ ਵੱਡੀ ਘਾਟ ਪਈ ਹੈ। ਇਹ ਅਸੀਂ ਕਹਿੰਦੇ ਨਗਰ ਕੀਰਤਨ, ਪਰ ਅਸੀਂ ਕੱਢਦੇ ਕੌਮ ਦਾ ਜਲੂਸ ਹੀ ਆ। ਇਹਨਾਂ ਚੀਜ਼ਾਂ ਤੋਂ ਵੀ ਸਾਨੂੰ ਬਚਣਾ ਚਾਹੀਦਾ। ਨਾਲ ਪਿੱਛੇ ਜੇ ਭਾਈ ਜਿਹੜੀਆਂ ਸਾਡੇ ਕੌਮ ਚ ਕੁਰੀਤੀਆਂ ਪੈਦਾ ਹੋ ਗਈਆਂ, ਸਰਦਾਰ ਜਗਤਾਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ। ਨਹੀਂ, ਮੈਂ ਇਸੇ ਗੱਲ ਨੂੰ ਅੱਗੇ ਮੈਂ ਬਲਕਿ ਐਡ ਕਰਨਾ ਚਾਹੁੰਦਾ ਕਿ ਮੈਂ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਜਲੂਸ ਹੁੰਦਾ ਹੈਗਾ, ਤੇ ਮੈਂ ਪਿਛਲੀ ਦਫਾ ਆਪਣੀ ਬੇਟੀ ਕੋਲ ਗਿਆ ਤੇ ਕਹਿੰਦੇ ਜੀ ਉੱਥੇ ਬਹੁਤ ਵੱਡਾ ਜਲੂਸ ਨਿਕਲਦੇ, ਆਪਾਂ ਡੈਡੀ ਚੱਲਣਾ। ਮੈਂ ਕਿਹਾ ਚਲੋ ਆਪਾਂ ਦੇਖਦੇ ਹਾਂ ਕਿਵੇਂ। ਗਏ ਉੱਥੇ ਤੇ ਉੱਥੇ ਬਸ ਜਿਹਨੂੰ ਕਹਿੰਦੇ ਨੇ ਰੌਲਾ ਗੱਪਾ ਤੇ ਇੱਕ ਲੰਗਰ, ਜਗ੍ਹਾ ਜਗ੍ਹਾ ਤੇ ਉੱਥੇ ਕੋਈ ਪੂਰੀਆਂ ਛੋਲੇ, ਕੋਈ ਹੋਰ ਸਿੱਖੀ ਦੀ ਗੱਲ ਮੈਂ ਦੇਖੀ ਵੀ ਨਹੀਂ ਕਿਤੇ ਵੀ, ਕੁਛ ਨਹੀਂ ਸੀ ਉੱਥੇ, ਰੌਲਾ ਸਿਰਫ ਸੀਗਾ। ਤੇ ਮੈਂ ਕਿਹਾ ਵੀ ਲੋਕ ਉੱਥੇ ਸਿਰਫ ਲੰਗਰ ਖਾਣ ਜਾ ਕੇ ਤੇ ਘਰ ਨੂੰ ਆ। ਮੈਂ ਕਿਹਾ ਹੋਰ ਇੱਥੇ ਕੀ ਦੇਖਣ ਨੂੰ ਆ? ਕਹਿੰਦੇ ਬਸ ਆਹੀ ਹੈ ਜੀ ਜਲੂਸ, ਆ ਲੋਕ ਤੁਰੇ ਫਿਰਦੇ ਨੇ, ਇੱਥੇ ਆ ਗੰਨੇ ਦਾ ਰਸ ਮਿਲਦਾ, ਇੱਥੇ ਆ ਮਿਲਦਾ, ਇੱਥੇ ਆ ਮਿਲਦਾ, ਇਹ ਖਾ ਕੇ ਘਰ ਨੂੰ ਆ ਜਾਓ। ਤੇ ਮੈਂ ਆਈ ਵਾਜ਼ ਸੋ ਅਪਸੈਟ। ਮੈਂ ਕਿਹਾ ਵੀ ਮੈਂ ਇੰਨੀ ਦੂਰੋਂ ਆਇਆ ਦੇਖਣ, ਤੇ ਇੱਥੇ ਕੋਈ ਦੀਵਾਨ ਹੋਵੇ ਲੱਗਿਆ ਹੋਇਆ, ਚਲੋ ਬੰਦਾ ਕਹਿੰਦਾ ਥੋੜਾ ਜਿਹਾ ਸੁਣ ਲਈਏ, ਕੋਈ ਕਥਾ ਦੀ ਗੱਲ ਹੋਵੇ, ਪਰ ਕੋਈ ਗੱਲ ਨਹੀਂ ਸੀਗੀ ਸਿਵਾਏ ਕਿ ਉੱਥੇ ਬਸ ਲੰਗਰ ਦੇ ਹਾਲ ਉਹ ਬਣੇ ਹੋਏ ਸੀਗੇ, ਸਟੇਜਿਸ ਬਣੀ ਹੋਈ ਸੀਗੀਆਂ, ਉਹ ਛਕਾ ਕੇ ਤੇ ਘਰ ਨੂੰ ਆ ਗਏ। ਇੱਥੇ ਡਾਕਟਰ ਸਾਹਿਬ ਮੈਂ ਇੱਕ ਤੁਹਾਡੇ ਨਾਲ ਬਚਨ, ਹੁਣ ਤੱਕ ਆਪਾਂ ਜਿੰਨੇ ਬਚਨ ਕੀਤੇ ਨੇ ਇਹ ਥੋੜੇ ਜਿਹੇ ਨਿਰਾਸ਼ਾਵਾਦੀ ਹੁੰਦੇ ਜਾ ਰਹੇ ਨੇ, ਤੇ ਮੈਂ ਥੋੜਾ ਜਿਹਾ ਆਸ਼ਾਵਾਦੀ ਵੀ ਮੇਰੀ ਵਿਚਾਰ ਨੇ, ਮੈਂ ਥੋੜੀ ਜਿਹੀ ਵਿਚਾਰ ਨੂੰ ਤੁਹਾਡੀ ਨੂੰ ਅੱਗੇ ਲਿਜਾਣ ਦੀ ਇੱਛਾ ਰੱਖਦਾ ਹਾਂ। ਸਰਦਾਰ ਸਾਹਿਬ ਸਾਨੂੰ, ਡਾਕਟਰ ਸਾਹਿਬ ਸਾਨੂੰ ਨਾ ਕੇਵਲ 550 ਸਾਲ ਦਾ ਅਸੀਂ ਹੁਣੇ ਸਮਾਂ ਗੁਰੂ ਨਾਨਕ ਸਾਹਿਬ ਜੀ ਦਾ ਮਨਾਇਆ ਗਿਆ ਵਾ, 550 ਸਾਲਾਂ, ਤੇ ਇਹ ਕਹਿ ਲਈਏ ਵੀ 550 ਸਾਲ ਇਹ ਹੈ ਤੇ 2-250 ਸਾਲ ਇਹਦਾ ਪਿਛੋਕੜ ਹੋਰ ਹੈ। ਮੈਂ ਹੁਣੇ ਹੀ ਇੱਕ ਕਿਤਾਬ ਬਾਬਾ ਫਰੀਦ ਸਾਹਿਬ ਜੀ ਦੇ ਉੱਪਰ ਤਿਆਰ ਕੀਤੀ ਆ, ਉਹ ਅਗਲੇ ਦਿਨਾਂ ਛਪੇਗੀ। 872 ਸਨ ਤੋਂ ਬਾਬਾ ਫਰੀਦ ਸਾਹਿਬ ਜੀ ਦਾ ਆਗਾਜ਼ ਹੁੰਦਾ ਹੈ, 1552 ਚ ਆ ਕੇ ਬਾਬਾ ਫਰੀਦ ਸਾਹਿਬ ਜੀ ਦੀ ਕਿਤਾਬ ਪੂਰੀ ਕੀਤੀ। 680 ਸਾਲ ਦਾ ਇਤਿਹਾਸ ਮੈਂ ਉਹਦੇ ਵਿੱਚ ਤਿਆਰ ਕੀਤਾ ਵਾ, ਤੇ ਉਹਦੇ ਚ ਮੈਂ ਸਾਰਾ ਜੋ ਕੱਢਿਆ ਗਿਆ ਸਮਾਂ 250 ਸਾਲ ਸਾਡੇ ਕੋਲੇ ਪਹਿਲਾ ਵਾ, ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਉਹ ਮਹਾਨ ਵਿਚਾਰਾਂ ਦੀ ਦੇਣ ਆ, ਤੇ 239 ਸਾਲ ਦਾ ਸਮਾਂ ਵਿਚਾਰਲਾ ਜਿਹੜਾ ਸਾਡੇ ਗੁਰੂ ਸਾਹਿਬਾਂ ਦੀ, ਇਹ ਮਿਲਾ ਜੁਲਾ ਕੇ 500 ਕਹਿ ਲਓ, 700 ਕਹਿ ਲਓ, ਵੱਧ ਤੋਂ ਵੱਧ 1000 ਸਾਲ ਸਾਡੇ ਕੋਲੇ ਰੱਖ ਲਓ। 1000 ਸਾਲ ਦੇ ਵਿੱਚ ਸਿੱਖ ਨੇ ਇੰਨੀਆਂ ਕੁ ਵੱਡੀਆਂ ਬੁਲੰਦੀਆਂ ਕੀਤੀਆਂ ਨੇ, ਐਡੀਆਂ ਕੁ ਵੱਡੇ ਆਕਾਸ਼ਾਂ ਨੂੰ ਛੋਹਿਆ ਵਾ, ਐਡਾ ਵੱਡਾ ਇਸਨੇ ਕਾਰਜ ਕਰ ਦਿੱਤਾ ਵਾ, ਇੰਨੀਆਂ ਇਹਦੇ ਅੰਦਰੋਂ ਤਾਕਤ ਹੈ, ਬਲ ਹੈ, ਜ਼ੋਰ ਹੈ, ਹਿੰਮਤ ਹੈ, ਦੁਨੀਆ ਦੇ ਵਿੱਚ ਧਾਂਕ ਮਚਾ ਦਿੱਤੀ ਵੀ ਸਿੱਖ ਇੱਕ ਹੈ। ਠੀਕ ਹੈ, ਅੱਜ ਅਸੀਂ ਇਸ ਡਿਬੇਟ ਵਿੱਚ ਜ਼ਿਆਦਾ ਧਿਆਨ ਦੇ ਰਹੇ ਵੀ ਤਾਂ ਕਿ ਸਾਡੀ ਕੌਮ ਨੂੰ ਸਹੀ ਸੇਧ ਮਿਲ ਸਕੇ। ਅਸੀਂ ਲੰਗਰਾਂ ਤੋਂ, ਨਗਰ ਕੀਰਤਨਾਂ ਤੋਂ, ਹੋਰ ਜਿਹੜੀਆਂ ਸਾਡੇ ਅੰਦਰ ਮਾੜੀਆਂ ਕੁਰੀਤੀਆਂ ਨੇ ਉਹਨਾਂ ਤੋਂ ਅਸੀਂ ਸਚੇਤ ਹੋ ਸਕੀਏ। ਸਾਡੀ ਅੱਜ ਦੀ ਡਿਬੇਟ ਦਾ ਜਿਹੜਾ ਮੂਲ ਕਾਰਨ ਇਹੀ ਆ। ਪਰ ਇਹ ਵੀ ਬਚਨ ਦੱਸਣਾ ਚਾਹੁੰਦਾ ਬਈ ਕੋਈ ਮੁਲਕ ਨਹੀਂ ਜਿੱਥੇ ਗੁਰੂ ਘਰ ਵਿੱਚ ਗੁਰਦੁਆਰੇ ਸਾਹਿਬ ਨਹੀਂ ਹਨ, ਗੁਰੂ ਕੇ ਸਿੱਖ ਨਹੀਂ ਹਨ, ਜਿੱਥੇ ਗੁਰੂ ਕੇ ਸਿੱਖਾਂ ਨੇ ਬਹੁਤ ਵੱਡੀਆਂ ਵੱਡੀਆਂ ਬੁਲੰਦੀਆਂ ਆਕਾਸ਼ਾਂ ਨੂੰ ਛੋਹਣਾ ਕੀਤਾ ਹੈ,
ਔਰ ਥੋੜੇ ਜਿਹੇ ਸਮੇਂ ਵਿੱਚ 550 ਸਾਲ ਦਾ ਸਮਾਂ ਜਾਂ ਹੋਰ 750 ਸਾਲ ਦਾ ਸਮਾਂ ਕੋਈ ਬਹੁਤ ਵੱਡਾ ਸਮਾਂ ਨਹੀਂ ਹੈ। ਜਿਨ੍ਹਾਂ ਕੌਮਾਂ ਨੂੰ 5-5 ਹਜ਼ਾਰ ਸਾਲ 10-10 ਹਜ਼ਾਰ ਸਾਲ ਹੋ ਗਏ ਸੀ, ਉਹ ਕੁਝ ਨਹੀਂ ਕਰ ਸਕੀਆਂ। ਉਹਦੇ ਮਗਰ ਜਿਹੜੀ ਸਾਡੀ ਬੁਲੰਦਗੀ ਹੈ, ਸਾਡੇ ਅੰਦਰ ਜਿਹੜੀ ਤਾਕਤ ਹੈ, ਉਹ ਸਾਡੀ ਮੇਨ ਗਿਆਨ ਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ। ਥੈਂਕ ਯੂ। ਉਹਦੇ ਕਰਕੇ ਬਹੁਤ ਵੱਡੀਆਂ ਬੁਲੰਦੀਆਂ ਛੂਹੀਆਂ ਨੇ। ਬਹੁਤ ਵੱਡੀ ਸਾਡੇ 'ਚ ਤਾਕਤ ਹੈ। ਸਾਡੇ 'ਚ ਤਾਕਤ ਇੰਨੀ ਹੈ ਬਈ ਅਸੀਂ ਪੂਰੀ ਦੁਨੀਆ ਨੂੰ, ਵਰਲਡ ਨੂੰ ਹੀ ਅਸੀਂ ਕੁਝ ਨਵੀਂ ਸੇਧ ਦੇਣ ਦੇ ਕਾਬਲ ਇਸ ਮੌਕੇ ਹੈਗੇ ਆ। ਕੋਈ ਵੀ ਮੁਲਕ ਹੈ ਨਹੀਂਗਾ, ਕੋਈ ਵੀ ਜਗ੍ਹਾ ਹੈ ਨਹੀਂ ਕਿ ਜਿੱਥੇ ਸਿੱਖ ਦੀ ਗੱਲ ਨਹੀਂ ਹੋ ਰਹੀ। ਅਲੱਗ-ਅਲੱਗ ਵੱਡੀਆਂ ਤੋਂ ਵੱਡੀਆਂ ਸ਼ਖਸੀਅਤਾਂ ਆਪ ਜੀ ਦੇ ਮੁਲਕਾਂ ਦੇ ਵਿੱਚ ਵੀ ਇਸ ਮੌਕੇ ਟਰੰਪ ਨੇ ਵੀ ਸਿੱਖਾਂ ਦੀ ਗੱਲ ਕੀਤੀ ਹੈ। ਬਹੁਤ ਵੱਡੀ ਇੱਕ ਗੱਲ ਹੈ ਤੇ ਇਹ ਚੀਜ਼ਾਂ ਆਸ਼ਾਵਾਦੀ ਵੀ ਅਸੀਂ ਬਹੁਤ ਵੱਡੇ ਹੋ ਕੇ ਰਹਿਣਾ ਵਾ, ਪਰ ਉਹਦੇ ਵਿੱਚ ਜਿਹੜੀਆਂ ਸਾਡੇ ਸਮਾਜ ਵਿੱਚ ਕੁਰੀਤੀਆਂ ਆ ਗਈਆਂ ਨੇ, ਗਲਤ ਭਾਵਨਾਵਾਂ ਬਣ ਗਈਆਂ ਨੇ, ਉਹ ਕਿਸੇ ਰੂਪ ਕਰਕੇ ਵੀ ਬਣ ਗਈਆਂ ਨੇ, ਉਹਨਾਂ ਨੂੰ ਅਸੀਂ ਵਰਜ ਕੇ ਠੀਕ ਕਰੀਏ। ਆਉਣ ਵਾਲਾ ਸਮਾਂ ਕੌਮ ਦਾ ਵਧੀਆ ਭਵਿੱਖ ਸਾਜਿਆ ਜਾਵੇ, ਇਸ ਵਿਚਾਰ ਨੂੰ ਮੈਂ ਅੱਗੇ ਤੋਰਨ ਦੀ I totally agree with you। ਇਸੇ ਕਰਕੇ ਇਹ ਪ੍ਰੋਗਰਾਮ ਦਾ ਮੰਤਵ ਇਹ ਆ ਕਿ ਵੀ ਜਿਹੜੀਆਂ ਸਾਡੀਆਂ ਮੱਲਾਂ ਮਾਰੀਆਂ ਹੋਈਆਂ ਨੇ, ਜਿਹੜੀਆਂ ਬੁਲੰਦੀਆਂ ਛੂਹੀਆਂ ਹੋਈਆਂ ਨੇ, ਉਹਨਾਂ ਤੇ ਫਖਰ ਕਰਕੇ ਅਸੀਂ ਤੇ ਸਬਕ ਸਿੱਖ ਕੇ ਜਿਹੜੀਆਂ ਸਾਡੀਆਂ ਅੱਜ ਕੱਲ੍ਹ ਦੀਆਂ ਕੁਰੀਤੀਆਂ ਉਹਨਾਂ ਤੋਂ ਪਰਹੇਜ਼ ਕਰ ਸਕੀਏ, ਤੇ ਜਿਹੜਾ ਪੁਰਾਣਾ ਜਿਹੜਾ ਸਾਡਾ ਇਤਿਹਾਸ ਆ ਉਹਦੇ ਤੋਂ ਸਬਕ ਸਿੱਖ ਕੇ ਅਸੀਂ ਗਾਂਹ ਵਧਣ ਦੀ ਕੋਸ਼ਿਸ਼ ਕਰੀਏ। ਇਹੀ ਪਰਪਸ ਸੀਗਾ ਇਹ ਅੱਜ ਦੇ ਪ੍ਰੋਗਰਾਮ ਦਾ। So we are running out of time right now. Let's say 1 minute for everyone as a last message. Before that, I want you to know कि next week Memorial Day है, ਹਾਂਜੀ, Monday 25th ਇੱਥੇ ਬਣਾਇਆ ਜਾਂਦਾ। ਸੋ ਜਿਹੜਾ ਸਾਡਾ ਨੈਕਸਟ ਵੈਨਸਡੇ ਹੋਇਆ, ਅਸੀਂ ਮੈਮੋਰੀਅਲ ਡੇ ਤੇ ਵੀ ਕਿਵੇਂ ਸਾਨੂੰ ਆਪਣੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਦੀਆਂ ਮੈਮਰੀਜ਼ ਕਿਵੇਂ, ਉਹਨਾਂ ਨੂੰ ਕਿਵੇਂ ਮਨਾਉਣਾ ਚਾਹੀਦਾ, ਉਹਦੇ ਤੇ ਕਰਾਂਗੇ ਨੈਕਸਟ ਪ੍ਰੋਗਰਾਮ। ਜਿਵੇਂ ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਬਾਕੀ ਗੁਰੂ ਸਾਹਿਬਾਨ ਤੇ ਹੋਰ ਜਿਹੜੇ ਸਾਡੇ ਵੱਡੇ ਵਡੇਰੇ ਆਪਣੇ ਖਾਨਦਾਨਾਂ ਦੇ ਵਿੱਚ ਹੋਰ ਥਾਵਾਂ ਤੇ ਹੋਏ ਆ, ਉਹਨਾਂ ਚੀਜ਼ਾਂ ਤੋਂ ਕਿਵੇਂ ਅਸੀਂ ਸਬਕ ਸਿੱਖੀਏ। ਚਲੋ ਜਗਤਾਰ ਸਿੰਘ ਜੀ, ਯੂ ਟਰਨ ਫਸਟ ਫॉर 1 ਮਿੰਟ। ਬਸ ਜੀ, ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਗੁਰੂ ਸਾਹਿਬ ਤੋਂ ਸੇਧ ਲੈ ਕੇ, ਸ਼ਬਦ ਤੋਂ ਸੇਧ ਲੈ ਕੇ, ਤੇ ਆ ਜਿਹੜੀਆਂ ਆਪਣੇ ਦੇ ਵਿੱਚ ਕੁਰੀਤੀਆਂ ਆਈਆਂ ਹੋਈਆਂ ਨੇ, ਇਹਨਾਂ ਨੂੰ ਆਪਾਂ ਮੋਡੀਫਾਈ ਕਰੀਏ ਤਾਂ ਹੀ ਆਪਣੇ ਜੀਵਨ ਦਾ ਸਫਲ ਹੋਣਾ ਚਾਹੀਦਾ। ਥੈਂਕ ਯੂ। ਗਿਆਨੀ ਧਰਮ ਸਿੰਘ ਜੀ। ਹਾਂਜੀ, ਮੈਂ ਵੀ ਇਹੋ ਬੇਨਤੀ ਕਰਨੀ ਚਾਹੁੰਦਾ ਆ ਕਿ ਸਭ ਤੋਂ ਵਧੀਆ ਦਾਨ ਕਰਨ ਦਾ, ਸੇਵਾ ਕਰਨ ਦਾ ਆਪਣੇ ਆਲੇ ਦੁਆਲੇ ਹੁੰਦਾ। ਸਾਡੇ ਗੁਆਂਢ ਦੇ ਵਿੱਚ ਅਸੀਂ ਜਾਣਦੇ ਹਾਂ, ਸੱਚਮੁੱਚ ਜਾਣਦੇ ਵੀ ਕਿਹੜਾ ਲੋੜਵੰਦ, ਕਿਹੜਾ ਕਿਹਨੂੰ ਦਵਾਈ ਦੀ ਲੋੜ ਆ, ਕਿਹਨੂੰ ਪੈਸੇ ਦੀ ਲੋੜ ਆ, ਕਿਹਨੂੰ ਅੰਨ ਦੀ ਲੋੜ ਆ, ਤੇ ਕਿਹਨੂੰ ਵਿੱਦਿਆ ਦੀ ਲੋੜ ਆ। ਬਜਾਏ ਇਸ ਦੇ ਕਿ ਜਿੱਥੇ ਅਸੀਂ ਨਹੀਂ ਜਾਣਦੇ ਹੁੰਦੇ, ਦੂਰ ਦੂਰ ਤੱਕ ਦਾਨ ਕਰਨ ਨਾਲੋਂ ਵੀ ਆਪਣੇ ਹੱਥੀਂ ਤੇ ਆਪਣੇ ਆਂਢ ਗੁਆਂਢ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਸਾਰੇ ਥਾਵਾਂ ਤੇ ਸੁੱਖ ਵਰਤ ਸਕਦਾ ਜੀ। ਵੈਰੀ ਗੁੱਡ, ਥੈਂਕ ਯੂ। ਭਾਈ ਬੈਨ ਸਿੰਘ ਜੀ। ਜੀ, ਮੇਰਾ ਇਹ ਵਿਚਾਰ ਅਖੀਰਲਾ ਇਹ ਹੈ ਵੀ ਅੱਜ ਤੱਕ ਦੁਨੀਆ ਦੇ ਵਿੱਚ ਜਿੰਨੇ ਲੋਕ ਜ਼ਿਆਦਾ ਬਿਮਾਰ ਹੋਏ ਨੇ, ਜ਼ਿਆਦਾ ਪਰੇਸ਼ਾਨੀਆਂ ਵਿੱਚ ਆਏ ਨੇ, ਉਹ ਆਏ ਨੇ ਜਿਨ੍ਹਾਂ ਨੇ ਜ਼ਿਆਦਾ ਖਾਧਾ। ਜਿਨ੍ਹਾਂ ਨੇ ਘੱਟ ਖਾਧਾ, ਥੋੜੇ ਸੰਜਮ ਵਿੱਚ ਰਹੇ, ਥੋੜਾ ਸੌਵੇਂ, ਥੋੜਾ ਹੀ ਖਾਵੇ। ਇਹ ਸਾਨੂੰ ਉਪਦੇਸ਼ ਭਾਈ ਗੁਰਦਾਸ ਜੀ ਦੇ ਵੱਲੋਂ ਵੀ ਹੈ। ਇਹ ਚੀਜ਼ਾਂ ਨੂੰ ਅਸੀਂ ਗੁਰੂ ਕੇ ਲੰਗਰਾਂ ਦੀ ਵੀ ਬਚਾ ਕਰੀਏ। ਔਰ ਜ਼ਿਆਦਾਤਰ ਜਿਹੜੀ ਸਾਡੀ ਕੌਮ ਹੈਗੀ ਆ, ਉਹ ਵੀਰ ਬਹਾਦਰ ਯੋਧਿਆਂ ਦੀ ਹੈ, ਗਿਆਨਵਾਨ ਲੋਕਾਂ ਦੀ, ਨਿਰੀ ਬਹਾਦਰਾਂ ਦੀ ਨਹੀਂ, ਕਿਰਪਾਨ ਚੱਕ ਕੇ ਲੜਨ ਵਾਲਿਆਂ ਦੀ ਨਹੀਂ ਹੈ, ਗਿਆਨਵਾਨ ਲੋਕਾਂ ਦੀ ਵੀ ਕੌਮ ਹੈ। ਇਸ ਕੌਮ ਨੂੰ ਅਸੀਂ ਅਗੇਤਰ ਵੱਲ ਲੈ ਕੇ ਜਾਈਏ, ਜੋ ਸਾਡੀ ਕੌਮ ਵਿੱਚ ਬਹੁਤ ਵੱਡੀ ਦਾਤ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਸਾਡਾ ਇਤਿਹਾਸ ਜਿਹੜਾ ਬਹੁਤ ਹੀ ਕੀਮਤੀ ਹੈ, ਬਹੁਤ ਹੀ ਪਿਆਰਾ ਇਤਿਹਾਸ ਹੈ, ਬਹੁਤ ਹੀ ਪਿਆਰੀ ਸਾਡੇ ਕੋਲੇ ਬਾਣੀ ਹੈ। ਬਾਣੀ, ਇਤਿਹਾਸ ਔਰ ਇਹਦੇ ਨਾਲ ਅਸੀਂ ਕੌਮ ਨੂੰ ਹੋਰ ਨੁਹਾਰ ਨਖਾਰੀਏ, ਸੋਹਣੀ ਬਣਾਈਏ, ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਬਾਕੀ ਕੌਮਾਂ ਨਾਲੋਂ ਸੋਹਣਾ, ਵਧੀਆ ਬਣੇ, ਸੋਹਣਾ ਬਣੇ, ਸਾਰੇ ਚੰਗੇ ਬਣਨ, ਅਸੀਂ ਉਹਨਾਂ ਵਿੱਚ ਆਪਣੀ ਵੀ ਇੱਕ ਚੰਗੀ ਛਾਪ ਛੱਡੀਏ। ਇਹ ਵਿਚਾਰ ਨਾਲ ਮੈਂ ਬੱਚਨ ਨੂੰ ਸੰਪੰਨਤਾ ਵੱਲ ਜਾ ਰਿਹਾ। ਬਾਣੀ ਵੀ ਪੜ੍ਹੋ, ਇਤਿਹਾਸ ਵੀ ਜ਼ਰੂਰ ਪੜ੍ਹੋ, ਇਹ ਜ਼ਰੂਰ ਮੈਂ ਬੇਨਤੀ ਕਰਾਂ। ਕਿਉਂਕਿ ਜਿਹੜਾ ਹੈ ਸਾਡੇ ਲਈ, ਸਾਡਾ ਜਿਹੜਾ ਬਾਣੀ ਸਾਡੇ ਦ੍ਰਿਸ਼ਟਾਂਤ ਨੇ, ਜਿਹੜਾ ਇਤਿਹਾਸ ਹੈ ਸਾਡਾ, ਉਹ ਦ੍ਰਿਸ਼ਟਾਂਤ ਨੇ, ਉਹਨਾਂ ਨੂੰ ਨਾਲੋਂ ਨਾਲ ਲੈ ਕੇ ਚੱਲਣ ਦੀ ਲੋੜ ਹੈ। ਤਾਂ ਹੀ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਮੈਨੂੰ ਬੜਾ ਪਿਆਰਾ ਲੱਗਦਾ ਹੈ ਕਿ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ।
ਤੇ ਨਾਲੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਸਾਨੂੰ ਨਿਸ਼ਕਾਮ ਸੇਵਾ ਕਰਨ ਦੀ ਆਦਤ ਬਣਾਉਣ ਦੀ ਲੋੜ ਹੈ, ਨਾ ਕਿ ਸਰਬੱਤ ਦਾ ਭਲਾ ਵੀ ਜਿਹੜਾ ਇੱਥੋਂ ਆਪਣੇ ਲੋਕਲ ਘਰੋਂ ਸ਼ੁਰੂ ਹੁੰਦਾ, ਗਾਂ ਦੀ ਗਾਂ ਫਿਰ ਆਪਣੇ ਪਰਿਵਾਰਾਂ ਨੂੰ, ਆਪਣੇ ਆਲੇ ਦੁਆਲੇ ਨੂੰ, ਤੇ ਫਿਰ ਦੂਜਿਆਂ ਦੀ ਮਦਦ ਕਰਨੀ। ਇਹ ਨਹੀਂ ਕਿ ਵੀ ਆਪਦੇ ਜਿਹੜੇ ਪਰਿਵਾਰ ਦੇ ਬੱਚੇ ਜਾਂ ਆਲੇ ਦੁਆਲੇ ਦੇ ਭੁੱਖੇ ਮਰੀ ਜਾਣ ਤੇ ਦੂਜੇ ਤੁਸੀਂ ਜਾ ਕੇ ਬਿਹਾਰ 'ਚ ਕਰੀ ਜਾਓ ਲੰਗਰ ਦੀ ਸੇਵਾ। ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਹਰ ਇੱਕ ਚੀਜ਼ ਬੈਲੈਂਸ ਦੇ ਨਾਲ ਚੱਲਣ ਦੀ ਲੋੜ ਹੈ, ਸਮਝ ਦੇ ਨਾਲ। ਤੇ ਨਾਲ ਇਹ ਵੀ ਸਾਨੂੰ ਸੋਚਣਾ ਚਾਹੀਦਾ ਕਿ ਪੰਜਾਬੀਅਤ ਤਾਂ ਪਹਿਲਾਂ ਵੀ ਸੀ ਗੁਰੂ ਨਾਨਕ ਸਾਹਿਬ ਤੋਂ, ਹੁਣ ਵੀ ਆ, ਤੇ ਜਿਹੜੀ ਸਾਡੀ ਵਿਲੱਖਣਤਾ ਉਹ ਸਿੱਖੀ ਦੇ ਵਿੱਚ ਆ। ਜਿਹੜੀਆਂ ਗੁਰੂ ਸਾਹਿਬ ਦੀਆਂ ਟੀਚਿੰਗ ਨੇ ਵੀ ਉਹਨਾਂ ਨੂੰ ਅਸੀਂ ਕਿਵੇਂ ਅਪਣਾਈਏ, ਸਮਝੀਏ, ਅਪਣਾਈਏ ਤੇ ਅਮਲ ਕਰੀਏ। ਤੇ ਤੁਹਾਡਾ ਸਭ ਦਾ ਬਹੁਤ ਧੰਨਵਾਦ ਫॉर ਪਾਰਟਿਸਿਪੇਸ਼ਨ ਐਂਡ ਆਲਸੋ ਸਰੋਤਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।